ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਓ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਸੁਣ ਸਕਦੇ ਹੋ। ਅੱਜ ਇੱਕ ਰਿਪੋਰਟ ਤੁਹਾਡੇ ਨਾਲ ਪੇਸ਼ ਕਰਨੀ ਹੈ ਕਿ ਪੰਜਾਬ ਦੇ ਵਿੱਚ ਵੱਧਦੇ ਨਸ਼ੇ ਦੇ ਕਾਰਨ ਕੀ ਨੇ। ਪੰਜਾਬੀ ਬੱਚੇ ਨਸ਼ੇੜੀ, ਚਿੜਚਿੜੇ, ਗਮਗੀਨ ਕਿਉਂ ਹੋ ਰਹੇ ਨੇ, ਇਹਦੇ ਬਾਰੇ ਇੱਕ ਰਿਪੋਰਟ ਹੈ ਵਿਗਿਆਨੀਆਂ ਦੀ। ਅਮਰੀਕਨ ਵਿਗਿਆਨੀ ਨੇ, ਭਾਰਤ ਮੂਲ ਦੇ ਨੇ, ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਮਾਵਾਂ ਗਰਭ ਦੇ ਦੌਰਾਨ ਪੇਨ ਕਿਲਰ ਜ਼ਿਆਦਾ ਲੈਂਦੀਆਂ ਨੇ, ਦਰਦ ਨਿਵਾਰਕ ਇੰਜੈਕਸ਼ਨ ਕੈਪਸੂਲ ਲੈਂਦੀਆਂ ਨੇ, ਤਾਂ ਉਹਨਾਂ ਦੇ ਬੱਚੇ ਤਾਂ ਕੀ ਦੂਜੀ ਤੀਜੀ ਪੀੜ੍ਹੀ, ਖਾਸ ਕਰਕੇ ਪੋਤੇ ਪੋਤੀਆਂ, ਦੋਤੇ ਦੋਤੀਆਂ ਵੀ ਨਸ਼ੇੜੀ ਤੇ ਚਿੜਚਿੜੇ ਬਣਦੇ ਨੇ। ਬੜੀ ਕਮਾਲ ਦੀ ਰਿਪੋਰਟ ਹੈ। ਇਹਦੇ ਵਿੱਚ ਵਿਗਿਆਨਕ ਤੱਥ ਤੇ ਵਿਰਾਸਤ ਦੀ ਸਾਂਝ ਪਾਵਾਂਗੇ ਕਿ ਇਹ ਦਰਦ ਨਿਵਾਰਕ ਸਾਨੂੰ ਪੰਜਾਬੀਆਂ ਨੂੰ ਜਾਂ ਦੁਨੀਆ ਨੂੰ ਕਿੰਨਾ ਦਰਦ ਦੇ ਰਹੇ ਨੇ। ਸਮਝਣ ਦੀ ਜ਼ਰੂਰਤ ਹੈ। ਠੰਡੇ ਮਤੇ ਨਾਲ ਪੂਰੀ ਤਫਸੀਲ ਨਾਲ ਇਸ ਵਿਸ਼ੇ ਤੇ ਗੱਲ ਕਰਾਂਗੇ। ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ। ਉੱਥੇ ਸਾਡੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, YouTube ਦਾ ਲਿੰਕ ਮਿਲੇਗਾ ਜਿੱਥੇ ਲਾਈਵ ਹੁੰਨੇ ਆਪਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਸ਼ਾਮ ਨੂੰ 6:30 ਤੋਂ 8:30 ਵਜੇ ਤੱਕ ਮੈਂ ਤੇ ਐਡਵੋਕੇਟ ਸੁਰਿੰਦਰ ਜੀ ਲਾਈਵ ਹੁੰਨੇ ਆ। ਤੁਸੀਂ ਪ੍ਰੋਗਰਾਮ 'ਚ ਗੱਲਬਾਤ ਕਰਨੀ ਹੈ, ਪ੍ਰੋਗਰਾਮ ਨੂੰ WhatsApp ਦੇ ਜ਼ਰੀਏ ਮੰਗਾਉਣਾ ਜਾਂ WhatsApp ਦੇ ਰਾਹੀਂ ਰਿਕਾਰਡਡ ਸੁਨੇਹਾ ਸਾਡੇ ਪ੍ਰੋਗਰਾਮ 'ਚ ਦੇਣਾ, ਤਾਂ ਉਹ ਨੰਬਰ ਹੈ ਇੰਡੀਆ ਸਟੂਡੀਓ ਦਾ 9876309655 9876309655 ਨੰਬਰ ਤੇ ਸੰਪਰਕ ਕਰੋ। ਜੇ ਅਮਰੀਕਾ ਦੇ ਵਿੱਚ ਸਾਡੇ ਪ੍ਰੋਗਰਾਮਾਂ ਨੂੰ ਸੁਣਨਾ ਤਾਂ ਕਾਲ ਟੂ ਲਿਸਨ ਨੰਬਰ ਹੈ 667-930-9260। ਉਸ ਨੰਬਰ ਤੇ ਡਾਇਲ ਕਰਕੇ ਪ੍ਰੋਗਰਾਮ ਸੁਣਿਆ ਜਾ ਸਕਦਾ ਹੈ। ਸਾਡੀ ਵੈਬਸਾਈਟ ਹੈ tivanaradio.com। ਸੋ ਦੂਸਰੇ ਪਾਸੇ ਇੱਕ ਬੜੀ ਕਮਾਲ ਦੀ ਰਿਪੋਰਟ ਹੈ ਕਿ ਅਸੀਂ ਦਰਦ ਨਹੀਂ ਝੱਲਦੇ ਥੋੜਾ ਜਿਹਾ ਵੀ। ਉਸ ਦਰਦ ਦਾ ਖਮਿਆਜਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਝੱਲਣਾ ਪੈਂਦਾ। ਇਹ ਜਿਹੜੀ ਪੰਜਾਬ 'ਚ ਡਰੱਗ ਵੱਧ ਰਹੀ ਹੈ ਨਾ, ਇਹਦੇ ਬਾਰੇ ਇੱਕ ਬੜੀ ਇੰਟਰਸਟਿੰਗ ਰਿਪੋਰਟ ਹੈ ਕਿ ਜਦੋਂ ਮਾਂ ਦੇ ਸਜੇਰੀਅਨ ਪੀੜਾਂ ਹੁੰਦੀਆਂ ਨੇ, ਜਿਹੜੀ ਅਸੀਂ ਆ ਦਰਦਾਂ ਵਾਲੀਆਂ ਨੀਲੀਆਂ ਪੀਲੀਆਂ ਗੋਲੀਆਂ ਫੱਕੇ ਮਾਰੀ ਜਾਂਦੇ ਆ ਨਾ, ਇਹ ਤੋਂ ਗੁਰੇਜ਼ ਕਰੋ। ਖਾਸ ਕਰਕੇ ਮਾਵਾਂ। ਇੱਥੋਂ ਤੱਕ ਕਿ ਚਲੋ ਜੇ ਮਾਂ ਪ੍ਰੈਗਨੈਂਸੀ ਦੇ ਦੌਰਾਨ ਪੇਨ ਕਿਲਰ ਲੈਂਦੀ ਹੈ ਨਾ, ਉਹਦੀਆਂ ਜਿਹੜੀਆਂ ਪੋਤੀਆਂ ਤੇ ਦੋਤੀਆਂ ਵੀ ਜਾਂ ਪੋਤੇ ਜਾਂ ਦੋਤੇ ਵੀ ਡਰੱਗ ਦੇ ਪ੍ਰਭਾਵ 'ਚ ਬਹੁਤ ਜਲਦੀ ਆਉਂਦੇ ਨੇ ਜੈਨੇਟਿਕਲੀ। ਇਸੇ ਕਰਕੇ ਅੱਗੇ ਖਾਨਦਾਨ ਪਰਖੇ ਜਾਂਦੇ ਸੀਗੇ, ਖਾਸ ਕਰਕੇ ਔਰਤ। ਇਹ ਠੀਕ ਹੈ ਕਿ XY ਕ੍ਰੋਮੋਸੋਮ ਦੀ ਜਿਹੜੀ ਖੇਡ ਹੈ, ਬੰਦੇ ਵੀ ਜੇ ਜਦੋਂ ਬੱਚਾ ਕਨਸੀਵ ਹੁੰਦਾ, ਮੀਟਿੰਗ ਹੁੰਦੀ ਹੈ, ਜੇ ਬੰਦਾ ਵੀ ਉਸ ਵਕਤ ਨਸ਼ੇ ਦਾ ਸੇਵਨ ਕਰਦਾ, ਉਹਦਾ ਅਸਰ ਆਉਣ ਵਾਲੇ ਬੱਚੇ ਤੇ ਪੈਂਦਾ ਹੈ। ਇਹ ਬੜੀ ਕਮਾਲ ਦੀ ਰਿਪੋਰਟ ਹੈ, ਇਹ ਤੁਹਾਡੇ ਨਾਲ ਸਾਂਝੇ ਕਰਾਂਗੇ, ਜ਼ਰੂਰ ਗੌਰ ਕਰੋ। ਸੋ ਸਾਡੀ ਆਦਤ ਬਣ ਗਈ ਹੈ ਕਿ ਮਾੜਾ ਜਿਹਾ ਦਰਦ ਹੋਇਆ ਨਹੀਂ ਜਦੇ ਫੱਕਾ ਮਾਰਿਆ ਨਹੀਂ। ਹਾਲਾਂਕਿ ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ, ਮੈਂ ਬੜੀਆਂ ਦਵਾਈਆਂ ਟਰਾਈ ਕੀਤੀਆਂ ਤੇ ਜਦੋਂ ਬੇਬਸੀ ਨਾ ਹੋ ਜੇ ਨਾ, ਆਖਰੀ ਦਮ ਤੱਕ ਮੈਂ ਪੇਨ ਕਿਲਰ ਨਹੀਂ ਲੈਂਦਾ। ਥੋੜਾ ਜਿਹਾ ਦਰਦ ਝੱਲਣ ਦੀ ਆਦਤ ਪਾਈਏ, ਕਿਉਂਕਿ ਉਹ ਤੁਹਾਡੇ ਕਿਡਨੀ, ਲੀਵਰ ਤੇ ਤਾਂ ਡੈਮੇਜ ਕਰਦੀਆਂ ਨੇ। ਸੋ ਇਸ ਕਰਕੇ ਬਚਣਾ ਚਾਹੀਦਾ। ਪਰ ਉਹ ਇੰਡੀਆ ਨਾਲੋਂ ਠੀਕ ਹੈ। ਆ ਜਿਹੜੀ ਤੁਹਾਡੇ ਕੈਨੇਡਾ ਦੀ ਐਡਵਿਲ ਜਾਂ ਹੋਰ ਹੈ, ਕਾਫੀ ਬਿਹਤਰ ਨੇ, ਬੁੱਝ ਬਣਾ ਦਿੰਦੀਆਂ ਨੇ ਸਰੀਰ ਨੂੰ, ਬੁੱਝ। ਸੋ ਇਸ ਕਰਕੇ ਇਹ ਰਿਪੋਰਟ ਹੈ ਕਿ ਇਹ ਜਿਹੜਾ ਨਸ਼ਾ ਵੱਧਦਾ ਤੇ ਕਾਰਨ ਇਹਦਾ ਕੀ ਹੈ। ਪਰ ਦੂਸਰੇ ਪਾਸੇ ਜਿਹੜੀ ਸਥਿਤੀ ਹੈ ਕਿ ਬਠਿੰਡਾ ਦੇ ਵਿੱਚ 14 ਦਿਨਾਂ ਦੇ ਅੰਦਰ 5ਵੀਂ ਮੌਤ ਕੱਲ ਹੋ ਗਈ ਹੈ ਨਸ਼ੇ ਦੇ ਨਾਲ। ਠੰਡੀ ਸੜਕ ਤੇ ਇੱਕ ਨੌਜਵਾਨ ਠੰਡਾ ਹੋ ਗਿਆ, ਡਰਾਈਵਿੰਗ ਸੀਟ ਤੇ ਬੈਠਾ, ਕਾਰ ਡਰਾਈਵ ਕਰਨ ਲੱਗਾ ਸੀ, ਟੀਕਾ ਲਾਉਣ ਲੱਗਾ ਸੀ ਤੇ ਉੱਥੇ ਹੀ ਡਿੱਗ ਪਿਆ। ਸੋ 14 ਦਿਨਾਂ 'ਚ ਇਹ 5ਵੀਂ ਮੌਤ ਹੈ ਜਿਹੜੀ ਬਠਿੰਡਾ ਦੇ ਵਿੱਚ ਕੱਲ ਹੋਈ ਹੈ। ਇਹ ਨੌਜਵਾਨ ਬੀਤੀ ਰਾਤ ਤੋਂ ਲਾਪਤਾ ਸੀ, ਪਰਿਵਾਰ ਵਾਲੇ ਲੱਭ ਰਹੇ ਸੀ ਪਰ ਉਹ ਕਾਰ 'ਚ ਹੀ ਮਰਿਆ ਮਿਲਿਆ। ਤੇ ਇਸ ਸੰਬੰਧੀ ਮੈਡੀਕਲ ਸੰਚਾਲਕ ਦੇ ਖਿਲਾਫ 304 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਸੰਬੰਧੀ ਨਸ਼ੇ ਦੀ ਓਵਰਡੋਜ਼ ਦੇ ਨਾਲ ਇਹ ਮੌਤ ਹੋਈ ਹੈ। ਤੇ ASI ਪ੍ਰਕਾਸ਼ ਸਿੰਘ ਹੋਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਭਾਈ ਦੇ ਬਿਆਨ ਤੇ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਖਿਲਾਫ 304 ਦਾ ਪਰਚਾ ਦਰਜ ਕੀਤਾ ਗਿਆ। ਸੋ ਉਸ ਦੋਸ਼ੀ ਦੀ ਪਹਿਚਾਣ ਰਾਜਨ ਕੁਮਾਰ ਦੇ ਤੌਰ ਤੇ ਹੋਈ ਹੈ, ਜੋ ਪ੍ਰਤਾਪ ਨਗਰ ਦੀ ਗਲੀ ਨੰਬਰ 1 ਦੇ ਵਿੱਚ ਰਹਿੰਦਾ ਹੈ ਤੇ ਰਾਜਨ ਮੈਡੀਕਲ ਸਟੋਰ ਚਲਾਉਂਦਾ ਹੈ। ਰਾਜਨ ਕੁਮਾਰ ਤੇ ਦੋਸ਼ ਹੈ ਕਿ ਉਸਨੇ ਇਸ ਮਰਨ ਵਾਲੇ ਨੌਜਵਾਨ ਨੂੰ ਸਿਰਿੰਜ ਤੇ ਨਸ਼ੀਲੀ ਦਵਾਈ ਵੇਚੀ ਸੀ। ਸੋ ਅੱਜ ਕੱਲ੍ਹ ਜਿਹੜੇ ਸਿਆਣੇ ਮੈਡੀਕਲ ਸਟੋਰ ਵਾਲੇ ਨੇ, ਉਹ ਸਿਰਿੰਜ ਵੀ ਨਹੀਂ ਦਿੰਦੇ, ਕਿਉਂਕਿ ਸਿਰਿੰਜ ਵੇਚਣ ਤੇ ਵੀ ਪਾਬੰਦੀ ਹੈ। ਜੇ ਤੁਸੀਂ ਸਿਰਿੰਜ ਵੇਚਦੇ ਵੀ ਫੜੇ ਜਾਂਦੇ ਹੋ ਤੇ ਤੁਸੀਂ ਵੀ ਦੋਸ਼ੀ ਹੋ, ਦਵਾਈ ਭਾਵੇਂ ਉਹ ਕਿਤੋਂ ਲਿਆਇਆ। ਸੋ ਇਸ ਕਰਕੇ ਇਸ ਮ੍ਰਿਤਕ ਦੇ ਜੋ ਨੌਜਵਾਨ ਮੁੰਡਾ ਚੰਗਾ ਸੂਟਡ ਬੂਟਡ ਹੈ, ਕਾਰ 'ਚ ਸਟੀਅਰਿੰਗ ਤੇ ਮਰਿਆ ਪਿਆ, ਇਸਨੇ ਟੀਕਾ ਲਵਾਇਆ, ਆਪਣੇ ਲਾਇਆ ਤੇ ਨਾਲ ਦੀ ਨਾਲ ਇਸ ਦੀ ਮੌਤ ਹੋਈ ਹੈ। ਸੋ ਮੈਡੀਕਲ ਸਟੋਰ ਦਾ ਮਾਲਕ ਵੀ ਟੰਗਿਆ ਗਿਆ।
इसे दौरान ਜਿਹੜੇ ਸ਼ਰਾਬੀ ਨਸ਼ੇੜੀ ਲੋਕ ਨੇ ਉਹ ਕਰਦੇ ਕੀ ਨੇ। ਬਰਨਾਲਾ ਦੀ ਖਬਰ ਹੈ, ਮਹਿਤਾ ਪਿੰਡ ਦੇ ਵਿੱਚ ਇੱਕ ਸ਼ਰਾਬੀ ਪਿਤਾ ਨੇ 13 ਸਾਲ ਦੀ ਬੇਟੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਸਿਰ ਪਾੜ ਦਿੱਤਾ। ਮਾਸੂਮ ਕੰਜਕ ਦਾ 9 ਟਾਂਕੇ ਲੱਗੇ ਨੇ। ਵੀਡੀਓ ਵਾਇਰਲ ਹੋਇਆ। ਗੁਆਂਢੀ ਨੇ ਘਟਨਾ ਦਾ ਵੀਡੀਓ ਬਣਾ ਕੇ ਵਾਇਰਲ ਕੀਤਾ 1 ਮਿੰਟ ਦੀ ਵੀਡੀਓ ਦਾ। ਤਾਂ ਉਸ ਦੌਰਾਨ ਫਿਰ ਪੁਲਿਸ ਨੇ ਕਾਰਵਾਈ ਕੀਤੀ ਹੈ। ਸੌਰੀ, ਬੱਚੀ ਜ਼ਖਮੀ ਹੈ, ਮਾਫ ਕਰਨਾ, ਤੇ 9 ਟਾਂਕੇ ਲੱਗੇ ਨੇ, ਜੇਰੇ ਇਲਾਜ ਹੈ। ਦੂਸਰੇ ਪਾਸੇ ਇਹ ਜਿਹੜਾ ਪ੍ਰੈਗਨੈਂਸੀ ਦੇ ਦੌਰਾਨ ਇਹ ਚੀਜ਼ਾਂ ਵਾਪਰਦੀਆਂ ਨੇ ਉਹਨਾਂ ਤੇ ਬਹੁਤ ਗੌਰ ਕਰਨ ਦੀ ਜ਼ਰੂਰਤ, ਕਿਉਂਕਿ ਨਸ਼ਿਆਂ ਦੀ ਫੜੋ ਫੜਾਈ ਲਗਾਤਾਰ ਵਧ ਰਹੀ ਹੈ। ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਸਪਲਾਈ ਕਰਦਾ ਇੱਕ ਵਿਅਕਤੀ ਲੁਧਿਆਣਾ ਪੁਲਿਸ ਨੇ ਕੱਲ੍ਹ ਫੜਿਆ। ਇਰਾਦਾ ਕਤਲ, ਰੇਪ, ਕ੍ਰਾਈਮ, ਹੋਰ ਬਹੁਤ ਮਾਮਲਿਆਂ ਦੇ ਵਿੱਚ ਇਹ ਦੋਸ਼ੀ ਹੈ, ਜਿਸ ਨੂੰ STF ਨੇ ਲੁਧਿਆਣਾ ਦੇ ਵਿੱਚ ਫੜਿਆ ਤੇ ਇਹਦੇ ਕੋਲੋਂ ਅੱਧਾ ਕਿਲੋ ਹੈਰੋਇਨ ਫੜੀ ਹੈ ਤੇ ਨਾਲ ਇਹਦੀ ਸਕੂਟੀ ਵੀ ਫੜ ਲਈ ਹੈ, ਜਿਸ ਦੇ ਵਿੱਚ ਇਹ ਹੈਰੋਇਨ ਲੱਦੀ ਹੋਈ ਸੀ। ਇੰਸਪੈਕਟਰ ਲੁਧਿਆਣਾ ਤੋਂ ਮੱਖਣ ਰਾਮ ਨੇ ਦੱਸਿਆ ਕਿ ਇਹ ਜਿਹੜੇ ਹੈਰੋਇਨ ਦੀ ਤਸਕਰੀ ਕਰਨ ਦੇ ਲਈ ਆਇਆ ਸੀ ਤੇ ਦਿੱਲੀ ਦੇ ਕਿਚਲੂ ਰੋਡ ਤੇ ਤਲਾਸ਼ੀ ਦੇ ਦੌਰਾਨ ਕਾਬੂ ਕੀਤਾ। ਤੇ ਇਹ ਵਿਅਕਤੀ ਜਿਹੜਾ ਹੈਗਾ ਦਿੱਲੀ ਤੋਂ ਖਰੀਦ ਕੇ ਲਿਆਉਂਦਾ ਸੀ ਤੇ ਪੰਜਾਬ ਦੇ ਵਿੱਚ ਮਹਿੰਗੇ ਭਾਅ ਤੇ ਵੇਚਦਾ ਸੀ। ਇਸੇ ਤਰ੍ਹਾਂ ਕੱਲ 16 ਕਿਲੋ ਹੈਰੋਇਨ ਦੇ ਨਾਲ ਇੱਕ ਸਰਦਾਰ ਮੁੰਡੇ ਨੂੰ ਫੜਿਆ ਗਿਆ, ਜੋ ਕਿ ਜੰਮੂ ਕਸ਼ਮੀਰ ਤੋਂ ਇਨੋਵਾ ਗੱਡੀ ਲੈ ਕੇ ਆ ਰਿਹਾ ਸੀ। ਇਸ ਇਨੋਵਾ ਗੱਡੀ ਦੇ ਵਿੱਚ 16 ਕਿਲੋ 800 ਗ੍ਰਾਮ ਹੈਰੋਇਨ ਸੀ। ਮਾਧੋਪੁਰ ਨਾਕੇ ਤੇ ਇਸ ਟੈਕਸੀ ਡਰਾਈਵਰ ਰਣਜੀਤ ਸਿੰਘ ਉਰਫ ਸੋਨੂ ਅੰਮ੍ਰਿਤਸਰ ਦੇ ਨਿਵਾਸੀ ਨੂੰ ਫੜਿਆ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੰਦ ਰਣਜੀਤ ਸਿੰਘ ਤੇ ਮੁਕਤਸਰ ਜੇਲ੍ਹ ਦੇ ਵਿੱਚ ਬੰਦ ਮਲਕੀਤ ਸਿੰਘ ਨੇ ਉਸ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹਨਾਂ ਦੇ ਕਿਸੇ ਸਾਥੀ ਨੇ ਪਾਕਿਸਤਾਨ ਦੇ ਵਿੱਚੋਂ ਹੈਰੋਇਨ ਭੇਜੀ ਹੈ ਨੌਸ਼ਹਿਰਾ ਇਲਾਕੇ 'ਚ, ਤੇ ਉਹ ਖੇਪ ਲੈ ਕੇ ਇਹ ਆ ਰਿਹਾ ਸੀ ਤੇ ਇਸ ਨੂੰ ਮੋਟਾ ਪੈਸਾ ਦਿੱਤਾ ਜਾਣਾ ਸੀ। ਤੇ ਉਹ CID ਹੁੰਦੀ ਆਖਰ ਨੂੰ ਇਸ ਨੂੰ ਪਠਾਨਕੋਟ ਪੁਲਿਸ ਨੇ ਚੁੱਕ ਲਿਆ ਤੇ ਇਸ ਦੇ ਕੋਲੋਂ 16 ਕਿਲੋ 800 ਗ੍ਰਾਮ ਹੈਰੋਇਨ ਫੜੀ ਗਈ ਹੈ। ਤੁਸੀਂ ਹੁਣ ਵੇਖੋ ਕਿ 16 ਕਿਲੋ ਜੇਲ੍ਹ 'ਚ ਬੈਠੇ ਬੰਦੇ ਤਸਕਰੀ ਦਾ ਰੈਕਟ ਚਲਾ ਰਹੇ ਨੇ। ਤੁਸੀਂ ਇਮੇਜਿਨ ਕਰੋ ਇਸ ਮਾਮਲੇ 'ਚ ਸਰਕਾਰਾਂ ਕਿੱਥੇ ਨੇ। 2.5 ਸਾਲ ਰਿਪੋਰਟਾਂ ਨੇ ਜਿਹੜੀਆਂ ਉਹ ਨਸ਼ਰ ਨਹੀਂ ਕੀਤੀਆਂ ਜਾਂਦੀਆਂ ਤੇ ਫਿਰ ਕਪਤਾਨ ਸਾਹਿਬ ਕਹਿੰਦੇ ਆ ਕਿ ਮੈਂ ਨਸ਼ੇ ਦਾ ਲੱਕ ਭੰਨ ਦਿੱਤਾ। ਲੱਕ ਭੰਨਣ ਦਾ ਮਤਲਬ ਸੀ ਕਹਿੰਦੇ ਮੈਂ ਅੱਧਾ ਕੁ ਬੰਦ ਕਰ ਦਿੱਤਾ। ਜੇ ਅੱਧਾ ਕੁ ਬੰਦ ਕਰ ਦਿੱਤਾ ਤਾਂ ਆਹ 16.5 ਕਿਲੋ ਕਿੱਥੋਂ ਫੜੀ ਗਈ, ਆਹ ਅੱਧਾ ਕਿਲੋ ਕਿੱਥੋਂ ਫੜੀ ਗਈ। ਤੇ ਇਸ ਦੌਰਾਨ ਇਹ ਜਿਹੜੇ ਸਾਰੇ ਵਰਤਾਰੇ ਚੱਲਦੇ ਨੇ, ਇਹਨਾਂ ਸਾਰਿਆਂ ਵਰਤਾਰਿਆਂ ਦੇ ਦੌਰਾਨ ਸੋਚਣ ਵਿਚਾਰਨ ਦੀ ਜ਼ਰੂਰਤ ਹੈ ਕਿ ਬਦਨਾਮੀ ਤੇ ਸਾਡੀ ਹੋਰ ਬਹੁਤ ਸਾਰੇ ਮਾਮਲਿਆਂ 'ਚ ਹੋ ਰਹੀ ਹੈ, ਪਰ ਕੈਨੇਡਾ ਦੇ ਵਿੱਚ ਇੱਕ ਨਾਬਾਲਗ ਲੜਕੀ ਨੂੰ ਦੇਹ ਵਪਾਰ ਦੇ ਧੰਦੇ ਦੇ ਵਿੱਚ ਧੱਕਣ ਵਾਸਤੇ 3 ਪੰਜਾਬੀ ਅਰੈਸਟ ਹੋਏ ਨੇ। ਬਰੈਂਪਟਨ ਦੇ ਵਿੱਚ ਰੇਡ ਕਰਕੇ ਇਹਨਾਂ 3 ਨੂੰ ਗ੍ਰਿਫਤਾਰ ਕੀਤਾ ਗਿਆ। ਸੁਖਮਨਪ੍ਰੀਤ ਸਿੰਘ 23 ਸਾਲ ਦਾ, ਅਮਰਤਪਾਲ 23 ਦਾ ਤੇ ਹਰਕੁਮਰ ਸਿੰਘ। ਸੋ ਇਸ ਮਾਮਲੇ 'ਚ ਇਹਨਾਂ ਦਾ ਚੌਥਾ ਜਿਹੜਾ ਸਾਊਥ ਅਫਰੀਕਨ ਸਾਥੀ ਉਹ ਫਰਾਰ ਹੈ। ਸੋ ਅੰਟਾਰੀਓ ਦੀ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਸ਼ੰਕਾ ਹੈ ਕਿ ਕੋਈ ਅਜਿਹੀ ਨਾਬਾਲਗ ਲੜਕੀਆਂ ਹੋਰ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਉਹਨਾਂ ਨੂੰ ਦੇਹ ਵਪਾਰ ਯਾਨੀ ਕਿ ਫਲੈਸ਼ ਟ੍ਰੇਡਿੰਗ ਦੇ ਧੰਦੇ ਦੇ ਵਿੱਚ ਧੱਕਿਆ ਗਿਆ। ਤਾਂ 18 ਸਾਲ ਤੋਂ ਘੱਟ ਉਮਰ ਦੀ ਇਹ ਲੜਕੀ ਦੀ ਸ਼ਿਕਾਇਤ ਤੇ ਇਹ ਲੋਕ ਗ੍ਰਿਫਤਾਰ ਕੀਤੇ ਗਏ ਨੇ। ਤੇ ਇਸ ਸਿਲਸਿਲੇ ਦੇ ਵਿੱਚ ਜਿਹੜੀ ਸਾਰੀ ਸਥਿਤੀ ਬਣ ਰਹੀ ਹੈ ਕਿ ਕਾਰਨ ਕੀ ਨੇ, ਥੋੜਾ ਜਿਹਾ ਉਹ ਸਮਝਣ ਦੀ ਜ਼ਰੂਰਤ ਹੈ। ਕਿ ਦੇਖੋ ਵੀਰੋ ਭੈਣੋ, ਖਾਸ ਕਰਕੇ ਭੈਣਾਂ ਨੂੰ ਗੁਜ਼ਾਰਿਸ਼ ਹੈ ਕਿ ਮਾੜੀ ਮੋਟੀ ਪੇਨ ਆ ਨਾ ਝੱਲਣ ਦੀ ਆਦਤ ਪਾਓ, ਧਿਆਨ ਦਿਓ। ਇੱਕ ਗੀਤ ਹੁੰਦੇ ਸੀ ਪਰਸੂਤ ਗੀਤ, ਜਣੇਪੇ ਦੇ ਗੀਤ। ਪੰਜਾਬੀ ਸੱਭਿਆਚਾਰ ਦੁਨੀਆ ਦੇ ਉਹਨਾਂ ਸੱਭਿਆਚਾਰਾਂ 'ਚੋਂ ਮੇਰੇ ਖਿਆਲ 'ਚ ਇਹ ਨਹੀਂ ਕਿ ਅਸੀਂ ਪੰਜਾਬੀ ਹਾਂ, ਵਿਲੱਖਣ ਸੱਭਿਆਚਾਰ ਹੈ। ਜਿੰਨੀ ਕੁ ਅੰਗਰੇਜ਼ੀ ਤੇ ਮੇਰੀ ਪਕੜ ਹੈ, ਹਿੰਦੀ ਤੇ ਪਕੜ ਹੈ, ਬੰਗਾਲੀ ਜਾਂ ਹੋਰ ਭਾਸ਼ਾਵਾਂ ਤੇ ਪਕੜ ਹੈ, ਸਾਰਿਆਂ ਨੂੰ ਪੁੱਛੀਦਾ ਕਿ ਤੁਹਾਡੇ ਕੋਲ ਲੇਬਰ ਪੇਨ ਸੌਂਗ ਹੈਗੇ ਨੇ, ਯਾਨੀ ਕਿ ਜਣੇਪੇ ਦੇ ਗੀਤ, ਪਰਸੂਤ ਗੀਤ। ਉਹ ਪੀੜ ਬਹੁਤ ਹੁੰਦੀ ਹੈ, ਇੰਨਾ ਹੁੰਦਾ ਕਿ ਇੱਕ ਵਿਅਕਤੀ ਦੀਆਂ ਹੱਡੀਆਂ ਇੱਕੋ ਹੀ ਵਾਰੀ ਤੋੜ ਦਵੋ, ਇੰਨਾ ਦਰਦ ਹੁੰਦਾ ਜਦੋਂ ਮਾਵਾਂ ਭੈਣਾਂ ਬੱਚਾ ਜੰਮਦੀਆਂ ਨੇ। ਪਰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਮਾਂ ਬਣਨ ਵਾਲੀ ਹਾਂ, ਕਿਉਂਕਿ ਬਾਂਝ ਹੋਣਾ ਔਰਤ ਲਈ ਵੱਡਾ ਮਿਹਣਾ, ਉਹ ਦਰਦ ਝੱਲ ਲੈਂਦੀਆਂ ਨੇ। ਸੋ ਸਾਡੀਆਂ ਬਜ਼ੁਰਗਾਂ ਮਾਵਾਂ ਭੈਣਾਂ ਨੇ ਇਸ ਤਰ੍ਹਾਂ ਦੇ ਗੀਤ ਵੀ ਰਚੇ ਨੇ। ਉਹ ਮੈਂ ਕੋਸ਼ਿਸ਼ ਕੀਤੀ ਸੀ, 2 ਗੀਤ ਮੈਨੂੰ ਲੱਭੇ ਨੇ। ਮੈਂ ਫਿਰ ਮੇਰੀ ਘਰ ਵਾਲੀ ਨੂੰ ਹੀ ਕਿਹਾ ਕਿ ਇਹ ਗੀਤ ਗਾ। ਉਹ ਭੇਜੇ ਵੀ ਸੀ SBS ਰੇਡੀਓ ਆਸਟ੍ਰੇਲੀਆ ਤੇ। ਉਹ ਤਾਂ ਹੁਣ ਭੈਣ ਮਨਪ੍ਰੀਤ ਤਾਂ ਛੁੱਟੀ ਲੈ ਗਏ ਨੇ। SBS ਰੇਡੀਓ ਦੇ ਮੈਨੇਜਰ ਰਹੇ ਨੇ ਲੰਮਾ ਸਮਾਂ, ਪ੍ਰੋਡਿਊਸਰ ਰਹੇ ਨੇ ਮਨਪ੍ਰੀਤ ਸਿੰਘ। ਇੰਡੀਅਨ ਐਕਸਪ੍ਰੈਸ ਜੌਬ ਕੀਤੀ, ਇਹਨਾਂ ਨੇ ਬਹੁਤ ਅੱਛੇ ਜਰਨਲਿਸਟ ਨੇ। SBS ਤੋਂ ਹੁਣ ਰਿਟਾਇਰ ਜੌਬ ਛੱਡ ਗਏ ਨੇ। ਮੈਂ ਉਹਨਾਂ ਨੂੰ ਬਣਾ ਕੇ ਭੇਜਿਆ ਸੀ। ਮਤਲਬ ਜਿਹੜੇ ਪ੍ਰਸੂਤ ਗੀਤ ਨੇ
ਕਿ ਉਹਨਾਂ ਗੀਤਾਂ ਦੇ ਵਿੱਚ ਪੰਜਾਬਣਾਂ ਨੂੰ ਮੋਟੀਵੇਟ ਕੀਤਾ ਗਿਆ ਸੀ ਕਿ ਥੋੜਾ ਜਿਹਾ ਦਰਦ ਝੱਲਾ, ਤੇਰੇ ਬੱਚਾ ਹੋਏਗਾ, ਤੇਰਾ ਵੰਸ਼ ਚੱਲੇਗਾ, ਤੂੰ ਫਿਰ ਬੱਚੇ ਦਾ ਸੁੱਖ ਮਾਣੇਗੀ। ਜਾਣੀ ਇੱਕ ਲਾਲਚ ਦਿੱਤਾ ਗਿਆ। ਇਸ ਕਰਕੇ ਜਦੋਂ ਅਸੀਂ ਉਦਾਸ ਹੁੰਦੇ ਹਾਂ, ਸੈਡ ਸੌਂਗ ਗਾਉਂਦੇ ਹਾਂ, ਸਾਨੂੰ ਸਕੂਨ ਮਿਲਦਾ। ਜਦੋਂ ਅਸੀਂ ਚੜ੍ਹਦੀ ਕਲਾ 'ਚ ਹੁੰਦੇ ਹਾਂ, ਅਸੀਂ ਆਪ ਮੁਹਾਰੇ ਗਾਉਣ ਲੱਗ ਜਾਂਦੇ ਹਾਂ। ਜਦੋਂ ਅਸੀਂ ਉਦਾਸ ਵੀ ਹੁੰਦੇ ਹਾਂ, ਅਸੀਂ ਗਾਉਣ ਲੱਗ ਜਾਂਦੇ ਹਾਂ ਸੈਡ ਸੌਂਗ। ਬਿਰਹੜੇ ਕਹਿੰਦੇ ਆ ਜਿਨ੍ਹਾਂ ਨੂੰ। ਦੁਆਬਣਾ ਨੇ ਬਹੁਤ ਗਾਏ ਨੇ, ਕਿਉਂਕਿ ਜ਼ਿਆਦਾ ਦੁਆਬੀ ਪ੍ਰਦੇਸਾਂ 'ਚ ਜਾਂਦੇ ਨੇ ਤੇ ਉਹਦੀ ਪੀੜ, ਉਹਦਾ ਦਰਦ ਫਿਰ ਸੈਡ ਸੌਂਗ ਰੂਪੀ ਬਿਰਹੜਿਆਂ 'ਚ ਪੰਜਾਬਣਾਂ ਨੇ ਗਾਏ ਨੇ। ਇਸ ਸਿਲਸਿਲੇ ਵਿੱਚ ਇਹ ਜਿਹੜੇ ਲੇਬਰ ਪੇਨ ਸੌਂਗ ਨੇ ਮੈਨੂੰ ਕਿਸੇ ਦੂਸਰੀ ਭਾਸ਼ਾ 'ਚ ਨਹੀਂ ਮਿਲੇ, ਸਿਰਫ ਪੰਜਾਬੀ 'ਚ 2-3 ਟੁੱਟੇ ਜੇ ਬੋਲ ਮਿਲਦੇ ਨੇ, ਕਦੇ ਸੁਣਾਵਾਂਗੇ। ਉਹ ਲੇਬਰ ਪੇਨ ਸੌਂਗ ਦਰਦ ਨਿਵਾਰਦੇ ਸੀਗੇ। ਪਰ ਹੁਣ ਦਰਦ ਨਿਵਾਰਕ ਜਿਹੜੀਆਂ ਗੋਲੀਆਂ ਨੇ, ਇਹਨਾਂ ਦਾ ਖਮਿਆਜਾ ਤੁਹਾਡੀਆਂ ਆਉਣ ਵਾਲੀਆਂ ਜਿਨਸਾਂ ਨੇ ਝੱਲਣਾ। ਸੋ ਗਰਭ ਦੇ ਦੌਰਾਨ ਸਜੇਰੀਅਨ ਮਾਂ ਹੈ ਜਿਹੜੀ ਦਰਦ ਨੂੰ ਘੱਟ ਕਰਨ ਦੇ ਵਾਸਤੇ ਜਿਹੜੀਆਂ ਦਵਾਈਆਂ ਪੇਨ ਕਿਲਰ ਲੈਂਦੀ ਹੈ, ਮਾੜੀ ਜੀ ਤਕਲੀਫ ਹੁੰਦੀ, ਅਗਲਾ ਜਦਾ ਫੱਕੇ ਮਾਰਦਾ, ਇੰਜੈਕਸ਼ਨ ਲਵਾ ਲੈਂਦਾ ਕਿ ਦਰਦ ਨਾ ਹੋਵੇ। ਇਹ ਤੁਹਾਡੇ ਬੱਚਿਆਂ ਨੂੰ ਨਸ਼ੇੜੀ ਬਣਾਉਂਦਾ ਹੈ। ਗਰਭ ਦੇ ਵਿੱਚ ਜ਼ਿਆਦਾ ਪੇਨ ਕਿਲਰ ਲੈਣ ਦਾ ਜਿਹੜਾ ਉਪਯੋਗ ਹੈ, ਉਹ ਬੱਚੇ ਨੂੰ ਨਹੀਂ ਬਲਕਿ ਅੱਗੇ ਨਾਤਿਆਂ ਪੋਤਿਆਂ ਨੂੰ ਵੀ ਝੱਲਣਾ ਪੈਂਦਾ, ਤੁਹਾਡੇ ਦੋਹਤਿਆਂ ਪੋਤਰਿਆਂ ਨੂੰ ਵੀ ਝੱਲਣਾ ਪੈਂਦਾ। ਉਹਨਾਂ ਨੂੰ ਨਸ਼ੇੜੀ ਬਣਾ ਦਿੰਦਾ ਅਗਰ ਨਾਨੀ ਨੇ ਗਰਭ ਦੇ ਦੌਰਾਨ ਜਾਂ ਦਾਦੀ ਨੇ ਗਰਭ ਦੇ ਦੌਰਾਨ ਪੇਨ ਕਿਲਰ ਲਏ ਨੇ। ਉਹ ਕਹਿੰਦੇ ਸੀ ਕਿ ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ। ਇਹ ਭਰਨੀ ਪੈਂਦੀ ਹੈ। ਯੂਨੀਵਰਸਿਟੀ ਆਫ ਨਵਾਰਕਾ ਮੈਡੀਕਲ ਸੈਂਟਰ ਓਮੋਹਾ US ਦੀ ਇੱਕ ਰਿਪੋਰਟ ਹੈ ਜਿਸ ਦੇ ਵਿੱਚ ਰਾਬਰਟ ਲਿਬਰਮੈਨ, ਐਂਡੋਮੈਂਟ ਪ੍ਰੋਫੈਸਰ ਆਫ MSc ਜੂਲੌਜੀ ਕੇਅਰ ਦੇ ਡਾਕਟਰ ਗੁਰਦੱਤ ਐਂਡ ਪਿੰਡਾਲਿਆ, ਇਹ ਇੰਡੀਅਨ ਡਾਕਟਰ ਨੇ, ਭਾਰਤੀ ਮੂਲ ਦੇ ਡਾਕਟਰ ਨੇ, ਜਿਨ੍ਹਾਂ ਨੇ ਖੁਲਾਸਾ ਕੀਤਾ। ਡਾਕਟਰ ਗੁਰੂਦੱਤ ਐਂਡ ਪੰਡਾਲਿਆ, ਬੰਗਾਲੀ ਨੇ, ਸ਼ਾਇਦ ਗੁਰੂਦੱਤ ਬੰਗਾਲੀ ਹੁੰਦੇ ਨੇ। ਡਾਕਟਰ ਪੰਡਾਲਿਆ ਨੇ ਇਸ ਸੰਬੰਧੀ ਜਿਹੜਾ ਚੰਡੀਗੜ੍ਹ ਦੇ ਵਿੱਚ PU ਦੇ ਵਿੱਚ ਇੰਟਰਨੈਸ਼ਨਲ ਬ੍ਰੇਨ ਰਿਸਰਚ ਆਰਗੇਨਾਈਜੇਸ਼ਨ ਦੇ ਚੱਲ ਰਹੇ ਐਸੋਸੀਏਟ ਸਕੂਲ ਦੇ ਦੌਰਾਨ ਕਰੀਬ ਆਪਣੇ 5 ਸਾਲ ਦੀ ਰਿਸਰਚ ਦੇ ਨਤੀਜੇ ਸ਼ੇਅਰ ਕੀਤੇ ਨੇ। ਡਾਕਟਰ ਪੰਡਾਲਿਆ ਨੇ ਚਾਈਲਡ ਹੈਲਥ ਰਿਸਰਚ ਇੰਸਟੀਚਿਊਟ ਫਾਊਂਡੇਸ਼ਨ ਦੇ ਮੈਂਬਰ ਵੀ ਨੇ। ਇਸ ਦੌਰਾਨ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਪਸ਼ੂਆਂ ਦੀਆਂ 2 ਪੀੜ੍ਹੀਆਂ ਤੇ ਵੀ ਰਿਸਰਚ ਕੀਤੀ ਹੈ, ਜਾਨਵਰਾਂ ਤੇ। ਇਸ ਦੇ ਵਿੱਚ ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਨੇ ਬੜੇ ਇੰਟਰਸਟਿੰਗ ਨੇ ਕਿ ਡਿਲੀਵਰੀ ਤੋਂ ਬਾਅਦ ਦਰਦ ਨੂੰ ਘਟਾਉਣ ਵਾਲੀ ਜਿਹੜੀ ਮੈਡੀਸਨ ਦਿੱਤੀ ਜਾਂਦੀ ਹੈ, ਪੇਨ ਕਿਲਰ, ਉਹ ਜਦੋਂ ਮਾਂ ਦੇ ਦੁੱਧ ਦੇ ਜ਼ਰੀਏ ਬੱਚੇ ਤੱਕ ਪਹੁੰਚਦੀ ਹੈ ਤਾਂ ਇਹ ਦਵਾਈਆਂ ਬੱਚੇ ਦੇ ਉੱਤੇ ਬਹੁਤ ਮਾੜਾ ਅਸਰ ਕਰਦੀਆਂ ਨੇ। ਇਹ ਦਵਾਈ ਗਰਭ ਦੇ ਵਿੱਚ ਜਾਂ ਗਰਭ ਨਾਲ ਦੇ ਜ਼ਰੀਏ ਬੱਚੇ ਤੱਕ ਵੀ ਪਹੁੰਚਦੀ ਹੈ ਤੇ ਕਈ ਤਰੀਕੇ ਨਾਲ ਇਹ ਨਿਊਰੋਲੋਜੀਕਲ ਡਿਸਆਰਡਰ ਦਿਸਦਾ, ਜਾਣੀ ਕਿ ਤੁਹਾਡੇ ਨਾੜੀ ਤੰਤਰ ਦੇ ਵਿੱਚ ਵਿਗਾੜ ਦਿਸਦਾ। ਸੋ ਜਿਸ ਕਰਕੇ ਜਿੰਨਾ ਹੋ ਸਕੇ, ਇਸ ਸੰਬੰਧੀ ਡਾਕਟਰ ਪ੍ਰੋਫੈਸਰ ਰੰਜਤ ਸੁਧੀਰ ਵੀ ਲਿਖਦੇ ਨੇ ਕਿ ਜਿੰਨਾ ਹੋ ਸਕੇ ਦਵਾਈਆਂ ਦਾ ਉਪਯੋਗ ਘੱਟ ਕਰਨਾ ਚਾਹੀਦਾ। ਕੰਫਰਟਰ ਲੈਵਲ ਤੱਕ ਇਸ ਦਾ ਪ੍ਰਯੋਗ ਕੀਤਾ ਜਾ ਰਿਹਾ। ਇਹਦਾ ਉਪਯੋਗ ਬਹੁਤ ਵੱਧ ਗਿਆ, ਇਹਦਾ ਸੇਵਨ ਬਹੁਤ ਵੱਧ ਗਿਆ, ਜਿਸ ਦੇ ਨੁਕਸਾਨ ਸਾਹਮਣੇ ਆ ਰਹੇ ਨੇ। ਇਸ ਲਈ ਪ੍ਰੈਗਨੈਂਸੀ ਦੇ ਦੌਰਾਨ ਪੇਨ ਕਿਲਰ ਲੈਣ ਤੋਂ ਬਚਣਾ ਚਾਹੀਦਾ। ਬਹੁਤ ਜ਼ਿਆਦਾ ਜ਼ਰੂਰਤ ਹੋਣ ਤੇ ਇਸ ਨੂੰ ਲੈਣਾ ਚਾਹੀਦਾ। ਅੱਜ ਕੱਲ੍ਹ ਅਸੀਂ ਇੰਨੇ ਸੌਫਟ ਹੋ ਗਏ ਹਾਂ ਕਿ ਮਾੜਾ ਜਿਹਾ ਦਰਦ ਹੋਇਆ ਅਗਲਾ ਕਹਿੰਦਾ ਪੇਨ ਕਿਲਰ ਲੈ ਲਓ ਜੀ, ਫੱਕੇ ਮਾਰੀ ਜਾਂਦੇ ਆ। ਬੱਸਾਂ 'ਚ ਲਾਲ ਪੀਲੀਆਂ ਗੋਲੀਆਂ ਜਿਹੜੀਆਂ ਵਿਕਦੀਆਂ ਨੇ, ਉਹ ਐਡੇ ਸਟਰੋਂਗ ਪੇਨ ਕਿਲਰ ਨੇ ਨਾ ਕਿ ਤੁਹਾਡਾ ਕਵਾੜਾ ਕਰਦੇ ਨੇ ਤੇ ਹੌਲੀ ਹੌਲੀ ਸਾਡਾ ਫਿਰ ਉਹ ਜਿਹੜਾ ਪੇਨ ਕਿਲਰ ਹੈ ਉਹਦੀ ਕੈਪੈਸਿਟੀ ਫੇਲ ਹੋਈ ਜਾਂਦੀ ਹੈ। ਇਸ ਕਰਕੇ ਥੋੜਾ ਜਿਹਾ ਦਰਦ ਝੱਲੋ, ਆਪਣਾ ਧਿਆਨ ਡਿਵਰਟ ਕਰੋ, ਤੁਸੀਂ ਕੁਝ ਐਕਟੀਵਿਟੀ ਕਰਨ ਲੱਗ ਜਾਓ। ਪੇਨ ਹੁੰਦਾ ਹੈ ਤਾਂ ਇਹਦੇ ਸਾਈਕੋਲੋਜੀਕਲੀ ਤੁਸੀਂ ਸਾਧਨ ਵਰਤੋ। ਜੇ ਪੇਨ ਹੁੰਦਾ ਤਾਂ ਘੱਟੋ ਘੱਟ ਕੋਈ ਅੱਛੀਆਂ ਗੱਲਾਂ ਕਰੋ, ਆਪਣੇ ਪਰਿਵਾਰਕ ਮੈਂਬਰ ਨਾਲ ਅੱਛਾ ਰਿਲੇਸ਼ਨ ਡਿਵੈਲਪ ਕਰੋ। ਸਪੋਜ਼ ਕਰੋ ਇਸ ਦੌਰਾਨ ਜਿਹੜੀ ਟੱਚ ਥੈਰੇਪੀ ਹੈ, ਤੁਹਾਡੀ ਸ਼ਰੀਕੇ ਆ, ਤੁਹਾਡੀ ਵਾਈਫ, ਤੁਹਾਡੀ ਬੇਟੀ, ਤੁਹਾਡੀ ਮਾਂ, ਤੁਹਾਡੀ ਭੈਣ ਤੁਹਾਨੂੰ ਕਿਸੇ ਵੀ ਰੂਪ ਦੇ ਵਿੱਚ ਟੱਚ ਕਰਦੀ ਹੈ ਨਾ, ਉਹ ਤੁਹਾਨੂੰ ਇੱਕ ਅਹਿਸਾਸ ਮਿਲਦਾ। ਮੈਨੂੰ ਚੇਤੇ ਹੈ ਮੇਰੇ ਸਿਸਟਰ ਇਨ ਲਾ ਨੇ, ਸਾਲੀ ਸਾਹਿਬਾਂ, ਤੇ ਮੈਨੂੰ ਨਾ ਜਦੋਂ ਫਸਟ ਟਾਈਮ ਡੇਂਗੂ ਹੋਇਆ, ਮੇਰਾ ਬਹੁਤ ਬੁਰਾ ਹਾਲ ਸੀਗਾ। ਮੇਰੇ ਤੋਂ ਵੱਡੇ ਨੇ, ਪ੍ਰਿੰਸੀਪਲ ਨੇ, ਤੇ ਉਹਨੇ ਨਾ ਮੈਨੂੰ ਇੰਨਾ ਪਿਆਰ ਦਿੱਤਾ, ਕਹਿੰਦੇ ਵੀਰੇ ਤੂੰ ਹੌਸਲਾ ਰੱਖ, ਵੱਡੇ ਆ ਮੇਰੇ ਤੋਂ ਕਾਫੀ। ਉਹਨੇ ਮੇਰਾ ਮੱਥਾ ਘੁੱਟਿਆ, ਸਹਿਲਾਇਆ, ਸਾਰੇ ਪਰਿਵਾਰਕ ਮੈਂਬਰ ਸੀ, ਭਾਵੁਕ ਹੈ, ਪੰਜਾਬੀ ਦੇ ਬੜੇ ਕਮਾਲ ਦੀ ਪਕੜ ਹੈ ਉਹਨਾਂ ਦੀ, ਅਮਰਜੀਤ ਦੀ। ਤੇ ਉਹ ਮਤਲਬ ਉਸ ਮੂਮੈਂਟ ਤੇ ਜਦੋਂ ਮੈਨੂੰ ਲੱਗਦਾ ਸੀ ਕਿ ਯਾਰ
किस पासे नूं जा रही है जिंदगी, क्योंकि डेंगू तुहानूं तोड़ दिंदा है, बीमारी कोई भी तोड़ दिंदी है। उस भैन राणी ने उस तो बाद वैसे तो चलो क्योंकि वड्डी साली मां वर्गी हुंदी है, रिश्ता ही इदां दा, मेरियां साली साहिबां सारियां वड्डियां ने, ते वो रिश्ता ही इदां दा हुंदा। ते उस तो मैनूं ना एक सक्की भैन वर्गा मोह नज़र आया। उस तो बाद वो भैन दी तरह रखड़ी भी बन्नदी है। मेरे कहण दा मतलब है ना कि जदों तुसीं इस तरह की स्थिति च हुंदे हो, तुहाडा कोई परिवारक मैंबर तुहानूं टच थैरेपी दिंदा, तुहाडे दर्द नूं निवारदा है, वो भावें बोलां दे राहीं आ ते भावें हत्थां दे राहीं तुहानूं सहलाउंदा है, तुहाडा मत्था दबाउंदा है, ਉਹਦੇ ਨਾਲ ਤੁਹਾਨੂੰ बहुत सुकून मिलता। ये मेरी जिंदगी का तजर्बा है। टच थैरेपी एडी कामयाब है, कई मावां ने, मेरे को हुण अंकड़े नहीं है, कई मावां ने 2-2 साल के बेहोश पे बच्चों नूं कोमा चों कढ लिया। जिहड़ियां लोरियां ने ना, ये बहुत वड्डी मैडिसिन है, क्योंकि एक बॉडी ते एहसास हुंदा। ये पशुआं ते भी आ, अखड़ तो अखड़ घोड़ी मैं जदों दा मालक उहनूं थापी दिंदा है, उहनूं हौली हौली पलोसदा है। ईवन बहुत सारियां गावां ने छड़ा मारदियां ने, ते जदों ਉਹ गर्भ धारण कर लैंदियां ने, हरियां हो जांदियां ने, सूण दे नेड़े आउंदियां ने, ਤਾਂ फिर ਉਹ हौली हौली ਉਹਦੀ बॉडी ते हत्थ फेरन लगदे ने, ते फिर हौली हौली ਉਹਦੀ ਲਿਓਟੀ ਨੂੰ ਉਹਦੇ ਥਣਾਂ ਨੂੰ ਪਲੋਸਦੇ ਨੇ। ਉਹ ਯੂਜ਼ ਟੂ ਹੋ ਜਾਂਦੀ, ਉਹਨੂੰ ਪਤਾ ਕਿ ਇਹ ਚੀਜ਼ ਜਿਹੜੀ ਹੈ ਦੁੱਧ ਲਾਉਣਾ ਪੈਣਾ। ਉਹ ਕਈ ਜਿਹੜੇ ਪਸ਼ੂ ਨੇ ਹੱਥ ਪੈ ਜਾਂਦੇ ਨੇ, ਉਹ ਹੱਥ ਪੈਣ ਦਾ ਕਾਰਨ ਹੁੰਦਾ ਕੋਈ ਸੈਂਸਿਟਿਵ ਹੁੰਦੇ ਨੇ, ਉਹ ਦੂਸਰੇ ਦਾ ਟੱਚ ਮਹਿਸੂਸ ਕਰਦੇ, ਉਹਨੂੰ ਲੱਗਦਾ ਕਿ ਇਹ ਉਪਰਾ ਬੰਦਾ। ਹੱਥ ਪਈ ਮੱਝ ਹੈ ਨਾ, ਹੱਥਲ ਮੱਝ ਜਿਹੜਾ ਕਹਿੰਦੇ ਆ ਨਾ, ਉਹ ਤਾਂ ਹੀ ਹੁੰਦਾ ਕਿ ਉਹ ਜਿਹੜਾ ਮਾਲਕ ਜਾਂ ਜਿਹੜਾ ਉਹਨਾਂ ਨੂੰ ਫਸਟ ਟਾਈਮ ਚਾਹੁੰਦਾ ਹੈ, ਲੇਡੀ ਜਾਂ ਬੰਦਾ, ਉਹ ਉਹਦੇ ਨਾਲ ਉਹਨਾਂ ਦਾ ਸਨੇਹ ਬਣ ਜਾਂਦਾ ਹੈ। ਸੋ ਇਹ ਸਟੱਡੀ ਜਾਨਵਰਾਂ 'ਚ ਵੀ ਹੈ। ਸੋ ਇਸ ਕਰਕੇ ਇਸ ਜਦੋਂ ਤੁਸੀਂ ਪੇਨ ਮਹਿਸੂਸ ਕਰਦੇ ਹੋ ਤੇ ਤੁਹਾਡਾ ਆਪਣਿਆਂ ਦਾ ਕੋਲ ਹੋਣਾ ਜ਼ਰੂਰੀ ਹੈ। ਸਾਡੇ ਮਾਤਾ ਕਸ਼ਲਿਆ ਹਸਪੀਟਲ ਹੈ, ਇਹਨਾਂ ਨੇ ਇੱਕ ਪੈਥੀ ਲਿਆਂਦੀ ਸੀ, ਹਾਲਾਂਕਿ ਵਿਦੇਸ਼ਾਂ 'ਚ ਆਲਰੇਡੀ ਹੁੰਦਾ, ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਡਿਲੀਵਰੀ ਹੁੰਦੀ ਹੈ, ਜਦੋਂ ਬੱਚਾ ਹੁੰਦਾ ਹੈ, ਤੇ ਉਸ ਆਪਰੇਸ਼ਨ ਦੇ ਦੌਰਾਨ ਤੁਹਾਡੇ ਬਹੁਤ ਨਜ਼ਦੀਕੀ ਮੈਂਬਰ ਨੂੰ ਆਪਰੇਸ਼ਨ ਥੀਏਟਰ 'ਚੋਂ ਵਾੜ ਲੈਂਦੇ ਨੇ, ਪਰ ਸਾਡੇ ਨਹੀਂ ਸੀ। ਆ ਮਾਤਾ ਕਸ਼ਲਿਆ ਹਸਪੀਟਲ ਵਾਲਿਆਂ ਨੇ 2-3 ਸਾਲ ਪਹਿਲਾਂ ਇਹ ਇੱਕ ਸਕੀਮ ਲਿਆਂਦੀ ਸੀ, ਜਿਸ ਅਧੀਨ ਉਸ ਜੱਚਾ ਜਿਸ ਨੇ ਬੱਚਾ ਜਨਮਣਾ, ਉਸ ਔਰਤ ਦੇ ਬਹੁਤ ਨਜ਼ਦੀਕੀ ਮੈਂਬਰ ਨੂੰ ਉਹ ਕਹਿ ਦਿੰਦੇ ਨੇ ਕਿ ਤੂੰ ਕਿਸ ਨੂੰ ਕੋਲ ਰੱਖਣਾ ਚਾਹੁੰਦੀ ਹੈ। ਜਦੋਂ ਉਹ ਮੈਂਬਰ ਡਿਲੀਵਰੀ ਦੇ ਦੌਰਾਨ ਉਹਦਾ ਹੱਥ ਫੜਦਾ, ਉਹਨੂੰ ਹੌਸਲਾ ਦਿੰਦਾ, ਇਹ ਪੈਥੀ ਕਾਮਯਾਬ ਹੋਈ ਹੈ। ਸੋ ਇਸ ਕਰਕੇ ਜਿਹੜੇ ਤੁਹਾਡੇ ਪਰਿਵਾਰਕ, ਤੁਹਾਡੇ ਸਨੇਹੀ, ਤੁਹਾਡੇ ਬੱਚੇ ਜਦੋਂ ਕੋਲ ਹੁੰਦੇ ਨੇ, ਤੁਹਾਡੇ ਦਰਦ ਨੂੰ ਨਿਜਾਤ ਮਿਲਦੀ ਹੈ। ਇੱਕ ਬਹੁਤ ਵੱਡੇ ਡਾਕਟਰ ਦਾ ਕੋਟ ਹੈ ਕਿ ਤੁਹਾਡਾ ਬੱਚਾ, ਤੁਸੀਂ ਦਿਨ ਭਰ ਥੱਕੇ ਟੁੱਟੇ ਮਾਯੂਸ ਆ ਕੇ ਜਦੋਂ ਘਰੇ ਪੈਂਦੇ ਹੋ ਆ ਕੇ, ਤੇ ਜਦੋਂ ਤੁਹਾਡਾ ਬੱਚਾ, ਤੁਹਾਡਾ ਕੋਈ ਦੋਤਾ ਪੋਤਰਾ ਜੋ ਵੀ ਤੁਹਾਡੀ ਛਾਤੀ ਤੇ ਖੇਡਦਾ ਨਾ ਆ ਕੇ, ਇਹ ਦੁਨੀਆ ਦੀ ਸਭ ਤੋਂ ਵੱਡੀ ਮੈਡੀਸਿਨ ਹੈ। ਸੋ ਇਸ ਕਰਕੇ ਇਹ ਜਿਹੜਾ ਕਿ ਪ੍ਰੈਗਨੈਂਸੀ ਜਾਂ ਡਿਲੀਵਰੀ ਦੇ ਦੌਰਾਨ ਜਿਹੜੇ ਜ਼ਿਆਦਾ ਪੇਨ ਕਿਲਰ ਲੈਣ ਦੇ ਨਾਲ ਤੁਹਾਡੇ ਆਉਣ ਵਾਲੇ ਬੱਚੇ, ਤੁਹਾਡੇ ਮਤਲਬ ਦੋਤਿਆਂ ਪੋਤਿਆਂ ਤੱਕ ਵੀ, ਦੋਤੀਆਂ ਪੋਤੀਆਂ ਤੱਕ ਵੀ ਨਸ਼ੇੜੀ ਹੁੰਦੇ ਨੇ, ਚਿੜਚਿੜੇ ਹੁੰਦੇ ਨੇ। ਸੋ ਇਸ ਸੰਬੰਧੀ ਇਹ ਜਿਹੜੇ ਅਮਰੀਕਾ ਦੇ ਵਿੱਚ ਕੰਮ ਕਰਦੇ ਡਾਕਟਰ ਨੇ, ਇੰਡੀਅਨ ਮੂਲ ਦੇ ਡਾਕਟਰ ਪਿੰਡਾਲਿਆ ਨੇ ਆਪਣੇ ਇੰਡੀਆ ਦੌਰੇ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਆਪਣੇ ਲੈਕਚਰ ਦੇ ਵਿੱਚ ਕਿ ਇਹ ਦਵਾਈਆਂ ਨੁਕਸਾਨ ਦੀ ਤਾਂ ਪਹਿਲੀ ਗੱਲ ਹੁੰਦੀ ਹੈ ਕਿ ਲੈਣ ਵਾਲੇ ਨੂੰ ਤੇ ਨੁਕਸਾਨ ਕਰਦੇ ਨੇ, ਉਹਦੇ ਕਿਡਨੀ ਜਾਂ ਹੋਰ ਜਿਹੜੇ ਆਰਗਨ ਨੇ, ਅੰਗ ਨੇ, ਉਹਨਾਂ ਤੇ ਅਸਰ ਕਰਦੇ ਨੇ। ਇਹ ਤਾਂ ਪਹਿਲਾਂ ਹੀ ਬਹੁਤ ਲੰਬੀ ਰਿਸਰਚ ਹੈ, ਪਰ ਹੁਣ ਇਹ ਹੈ ਕਿ ਉਹਨਾਂ ਦੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਨਸ਼ੇੜੀ ਤੇ ਚਿੜਚਿੜਾ ਬਣਾਉਂਦੇ ਨੇ। ਪਹਿਲਾਂ ਸੈੱਲ ਲਾਈਨ ਤੇ ਬਾਅਦ ਦੇ ਵਿੱਚ ਚੂਹਿਆਂ ਤੇ ਇਹਦਾ ਖੋਜ ਕੀਤੀ ਗਈ, ਇੱਕ ਗਰੁੱਪ ਨੂੰ ਦਵਾ ਦਿੱਤੀ ਗਈ ਤੇ ਦੂਸਰਾ ਗਰੁੱਪ ਸੀ ਜਿਹੜਾ ਉਹ ਬਿਨਾਂ ਦਵਾਈ ਤੋਂ ਰੱਖਿਆ ਗਿਆ। ਉਸ ਦੇ ਵਿੱਚ ਬਹੁਤ ਸਾਰੇ ਨਿਊਰੋ ਪੈਪਟਾਈਡ ਸਟੱਡੀ ਕੀਤੇ ਗਏ, ਜਿਸ ਦੇ ਵਿੱਚ ਜਿਹੜਾ ਸਕੀਵੇਸਿੰਗ ਦਾ ਉਪਯੋਗ ਕੀਤਾ ਗਿਆ ਤੇ ਉਹਦੀ ਜਿਹੜੀ ਐਡਿਕਸ਼ਨ ਹੈ ਉਹਦੀ ਸੰਭਾਵਨਾਵਾਂ ਪਰਖੀ ਗਈ ਕਿ ਇਹਦੀ ਕਿੰਨੀ ਕੁ ਐਡਿਕਸ਼ਨ ਹੈ। ਤੇ ਰਿਸਰਚ ਦੇ ਵਿੱਚ ਪਤਾ ਲੱਗਿਆ ਕਿ ਦਵਾਈ ਲੈਣ ਵਾਲੀਆਂ ਜਿਹੜੀਆਂ ਮਹਿਲਾਵਾਂ ਦੇ ਬੱਚੇ ਉਦਾਸ, ਚਿੜਚਿੜੇ ਤੇ ਜ਼ਿੰਦਗੀ ਤੋਂ ਦੁਖੀ ਰਹਿੰਦੇ ਨੇ, ਜ਼ਿਆਦਾ ਨਸ਼ੇੜੀ ਬਣਦੇ ਨੇ। ਇਸੇ ਤਰ੍ਹਾਂ ਇਹਨਾਂ ਦੇ ਨਸ਼ੇੜੀ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਦੂਜੇ ਪਾਸੇ ਦੂਜੀ ਪੀੜ੍ਹੀ ਦੇ ਦੂਸਰਾ ਜਿਹੜੀ ਪੀੜ੍ਹੀ ਹੈ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਮਾਵਾਂ ਨੇ ਪੇਨ ਕਿਲਰ ਲਏ ਨੇ, ਉਹਨਾਂ ਦਾ ਦਿਮਾਗ ਦਾ ਵਿਕਾਸ ਵੀ ਠੀਕ ਨਹੀਂ ਹੁੰਦਾ। ਦੂਜੀ ਪੀੜ੍ਹੀ ਦੇ ਵਿੱਚ ਵੀ ਉਦਾਸੀ ਤੇ ਚਿੜਚਿੜਾਪਣ ਦਿਖਾਈ ਦਿੰਦਾ।
सो इस करके ये जिहड़ा न्यूरोलॉजिकल डिसऑर्डर है, नाड़ी तंत्र का विगाड़ है, ये बहुत हुंदा है पेन किलर दे नाल। सो इस संबंधी बहुत सतर्क रहने की जरूरत है कि दोस्तों दर्द हुंदा है उस नूं निवारण दे वास्ते तुसीं अपने परिवारक मैंबरां दे नाल, अपनी शरीके हयात नाल, अपने बच्चों नाल, अपने बजुर्गों नाल समा बिताओ, धार्मिक स्थान ते जाओ, कोई पाठ कर लो। ये नहीं कि जे तुहानूं बुखार चढ़िया तुहाडा पाठ करन नाल ही तुहाडा उतरेगा, नहीं। वो हुंदा कि वक्ती तौर ते जे पेन हुंदी है ना, तुहाडा ध्यान डाइवर्ट हो जाता है। सो इस करके इस ते अमल करन दी बहुत जरूरत है। सो इस संबंधी होर बहुत सारी अपडेट सी ते एक होर सर्वे होया सीगा सिंगापुर यूनीवर्सिटी दा सी ਉਹਦੇ ਵਿੱਚ ਵੀ ना ਜਦੋਂ ਤੁਸੀਂ ਕੋਈ ਚੀਖਦੇ ਹੋ, ਗਾਉਂਦੇ ਹੋ ਤਾਂ ਤੁਹਾਡਾ ਦਰਦ ਘਟਦਾ ਹੈ। ਉਹਦੇ ਵਿੱਚ ਕੀ ਹੋਇਆ ਸੀ ਕਿ ਬਰਫ਼ ਦੇ ਇੱਕ ਟੱਬ ਦੇ ਵਿੱਚ 50 ਬੰਦਿਆਂ ਦੇ ਹੱਥ ਪਵਾਏ ਗਏ। ਦੂਸਰੇ ਪਾਸੇ 50 ਬੰਦਿਆਂ ਦੇ ਹੱਥ ਪਵਾਏ ਗਏ ਬਰਫ਼ ਦੇ ਵਿੱਚ, ਇਸ ਤਰ੍ਹਾਂ ਇੱਕ ਟੱਬ ਦੇ ਵਿੱਚ ਦੋਨੇ ਹੱਥ। ਤੇ ਇੱਕ ਗਰੁੱਪ ਨੂੰ ਕਿਹਾ ਗਿਆ ਕਿ ਜਦੋਂ ਤੁਹਾਡਾ ਹੱਥ ਦੋਨੇ ਠੰਡ ਨਾਲ ਜਾਮ ਹੋ ਜਾਣ, ਤੁਹਾਡੇ ਤੋਂ ਬਰਦਾਸ਼ਤ ਨਾ ਹੋਵੇ, ਤੁਸੀਂ ਉਦੋਂ ਚੀਖ ਸਕਦੇ ਹੋ, ਪਰ ਹੱਥ ਬਾਹਰ ਨਹੀਂ ਕੱਢਣੇ ਆਖਰੀ ਸਮੇਂ ਤੱਕ। ਇੱਕ ਗਰੁੱਪ ਨੂੰ ਕਿਹਾ ਗਿਆ ਕਿ ਤੁਸੀਂ ਬਿਲਕੁਲ ਚੁੱਪ ਰਹਿਣਾ, ਬੋਲਣਾ ਨਹੀਂ, ਊ ਆ ਔਚ ਕੁਛ ਨਹੀਂ ਕਹਿਣਾ। ਜਿਹੜੇ ਗਰੁੱਪ ਨੂੰ ਕਿਹਾ ਗਿਆ ਸੀ ਕਿ ਜੇ ਤੁਹਾਡੇ ਦਰਦ ਹੁੰਦਾ ਤੁਸੀਂ ਚੀਖ ਸਕਦੇ ਹੋ, ਹਾਏ ਉਹ ਮਰ ਗਿਆ ਓਏ, ਹਾਏ ਓ ਰੱਬਾ ਬਚਾ ਲਾ, ਹਾਏ ਰੱਬਾ, ਹਾਏ ਮੰਮੀ, ਹਾਏ ਅੱਬਾ, ਉਹ ਗਰੁੱਪ ਜ਼ਿਆਦਾ ਸਮਾਂ ਆਪਣੇ ਹੱਥ ਬਰਫ਼ 'ਚ ਰੱਖ ਸਕਿਆ। ਤੇ ਜਿਹੜੇ ਗਰੁੱਪ ਨੂੰ ਕਿਹਾ ਗਿਆ ਸੀ ਕਿ ਤੁਸੀਂ ਬੋਲਣਾ ਨਹੀਂ ਹੈ, ਊ ਵੀ ਨਹੀਂ ਕਹਿਣਾ, ਸੀ ਵੀ ਨਹੀਂ ਕਹਿਣਾ, ਹਾਏ ਵੀ ਨਹੀਂ ਕਹਿਣਾ, ਉਹ ਗਰੁੱਪ ਨੇ ਹੱਥ ਜਲਦੀ ਬਾਹਰ ਕੱਢੇ। ਕਿ ਜਦੋਂ ਤੁਸੀਂ ਆਪਣੇ ਅੰਦਰੋਂ ਬੋਲਦੇ ਹੋ, ਆਪਣੇ ਦਰਦ ਨੂੰ ਨਿਵਾਰਦੇ ਹੋ, ਹਾਏ ਉਹ ਮਰ ਗਿਆ, ਉਸ ਵੀ ਤੁਹਾਨੂੰ ਰਾਹਤ ਮਿਲਦੀ ਹੈ। ਇਸ ਕਰਕੇ ਜਿਹੜੀਆਂ ਅਲਾਉਣੀਆਂ ਨੇ, ਜਿਹੜੇ ਵੈਣ ਨੇ, ਸਿਆਪੇ ਨੇ, ਕੀਰਨੇ ਆ, ਪਿੱਟਣੇ ਆ, ਦੁਹੱਥੜੇ ਆ ਸਾਡੇ ਸੱਭਿਆਚਾਰ 'ਚ, ਉਹ ਜਦੋਂ ਤੁਸੀਂ ਦਹਾਤੜਾ ਮਾਰ ਕੇ ਪਿੱਟਦੇ ਹੋ, ਫਿਜ਼ੀਕਲ ਐਕਸਰਸਾਈਜ਼ ਕਰਦੇ ਹੋ, ਮਾਨਸਿਕ ਆਪਣੇ ਜੋ ਤੁਹਾਡੇ ਮਨ 'ਚ ਨੇ ਕੀਰ ਨੇ, ਵੈਣ ਹੁਣ ਤਾਂ ਲੋਪ ਹੀ ਹੋ ਗਏ ਨਾ। ਅੱਗੇ ਤਾਂ ਮਰਾਸਣ ਪਾਉਂਦੀ ਸੀ, ਮਰਾਸੀ ਲੋਕਾਂ ਨੂੰ ਹਸਾਉਂਦਾ ਸੀ, ਤੇ ਮੀਰ ਆਲਮ ਦੀ ਘਰ ਵਾਲੀ ਮਰਾਸਣ ਉਹ ਪਿੱਟਣਿਆਂ ਦੀ ਮੋਹਰੀ ਹੁੰਦੀ ਸੀ। ਬਾਕੀ ਕੋਰਸ ਤੇ ਬੁੜੀਆਂ ਹੁੰਦੀਆਂ ਸੀ, ਬੀਬੀਆਂ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਮਰਦਾ ਸੀ, ਉਹ ਜਿਹੜੇ ਵੇਗ 'ਚ ਗਾਉਂਦੀਆਂ ਸੀ, ਪਿੱਟਦੀਆਂ ਸੀ, ਸਿਹੜੀ ਸਿਆਪਾ ਕਰਦੀਆਂ ਸੀ, ਉਹ ਵੀ ਇੱਕ ਪੈਥੀ ਸੀ, ਅਲਾਉਣੀਆਂ ਸੀ, ਵੈਣ ਸੀ। ਆ ਰੁਦਾਲੀ ਪਿਕਚਰ ਕਦੇ ਵੇਖੋ, ਇੱਕ ਭਾਈਚਾਰਾ ਵਿਸ਼ੇਸ਼ ਹੈ ਜਿਹੜਾ ਲੋਕਾਂ ਨੂੰ ਰਵਾਉਣ ਦਾ ਕੰਮ ਕਰਦਾ ਹੈ। ਤੇ ਉਸ ਕਰਕੇ ਅਲਾਉਣੀਆਂ ਦਾ ਪਾਠ ਗੁਰੂ ਗ੍ਰੰਥ ਸਾਹਿਬ 'ਚ ਵੀ ਹੁੰਦਾ। ਜਦੋਂ ਸੋਗ ਦਾ ਸਮਾਂ ਹੁੰਦਾ, ਤੁਸੀਂ ਇਹ ਜਿਹੜੇ ਸੋਗਮਈ ਵਿਰਾਗਮਈ ਕੀਰਤਨ ਸੁਣਦੇ ਹੋ ਤੇ ਕਿੰਨਾ ਸਕੂਨ ਮਿਲਦਾ ਮਨ ਨੂੰ। ਇੱਕ ਪਾਸੇ ਚੜ੍ਹਦੀ ਕਲਾ ਵਾਲਾ ਕਨਸੈਪਟ ਵੀ ਹੈਗਾ। ਸੋ ਇਸ ਕਰਕੇ ਇਹ ਜਿਹੜਾ ਸਾਡੇ ਸੱਭਿਆਚਾਰ ਦੀ ਵਿਸ਼ਾਲਤਾ ਨਾ, ਕਿ ਉਸ ਵਕਤ ਜਦੋਂ ਕੋਈ ਦਰਦ ਹੁੰਦਾ ਨਾ, ਦਰਦ ਨਿਵਾਰਨ ਦੇ ਜਿਹੜੇ ਇਸ ਤਰ੍ਹਾਂ ਦੇ ਤਰੀਕੇ ਨੇ, ਇਹ ਤੁਸੀਂ ਅਪਣਾਓ। ਇਹ ਨਹੀਂ ਕਿ ਦਰਦ ਨਾਲ ਚੀਖੀ ਜਾਓ, ਮਰੀ ਜਾਓ, ਲਾਓ ਨਾ, ਇਹ ਵੀ ਨਹੀਂ ਕੋਈ ਤਰੀਕਾ। ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਜਿੰਨਾ ਕੁ ਵੀ ਤੁਸੀਂ ਕਰ ਸਕੋ ਨਾ, ਤੇ ਉਹ ਕਰ ਲੈਣਾ ਚਾਹੀਦਾ। ਸੋ ਇਸ ਕਰਕੇ ਇਸ ਵਿਸ਼ੇ ਤੇ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਅੱਜ ਅਸੀਂ, ਤੁਸੀਂ ਵੇਖੋ ਬੱਸਾਂ 'ਚ ਪਿੰਡਾਂ ਵਾਲੀਆਂ ਬੇਬੇ ਆਉਂਦੀਆਂ ਨੇ, ਨੀਲੇ ਪੱਤੇ ਵਾਲੀ, ਲਾਲ ਪੱਤੇ ਵਾਲੀ ਗੋਲੀ ਦੇ, ਗੋਲੀ ਤੇ ਗੋਲੀ, 6 ਘੰਟੇ ਦਾ ਟਾਈਮ ਹੈ, ਉਹ ਵੀ ਬਰਦਾਸ਼ਤ ਨਹੀਂ ਕਰਦੇ। ਸੋ ਦਰਦ ਸਹਿਣ ਦੀ ਆਦਤ ਤਾਂ ਹੀ ਪਏਗੀ ਜੇ ਅਸੀਂ ਬੱਚਿਆਂ ਨੇ ਬਚਪਨ 'ਚ ਸੱਟਾਂ ਖਾਧੀਆਂ ਹੋਣ। ਨਿਆਣੇ ਤਾਂ ਅਸੀਂ ਲੋਲੇ ਬਣਾ ਲਏ। ਜਦੋਂ ਉਹਨਾਂ ਨੇ ਕੋਈ ਦਰਦ ਹੀ ਨਹੀਂ ਝੱਲਿਆ ਜ਼ਿੰਦਗੀ 'ਚ, ਤੇ ਉਹ ਕਿਵੇਂ ਪ੍ਰੈਗਨੈਂਸੀ ਦਾ ਦਰਦ ਝੱਲਣਗੀਆਂ ਲੜਕੀਆਂ। ਸਵਾਗਤ ਹੈ ਸਰ, ਵੈਲਕਮ ਤੁਹਾਡਾ। ਮਾਫੀ ਚਾਹੁੰਦੇ ਹਾਂ, 13 ਨੰਬਰ ਵੇਟ ਕਰ ਲਿਆ ਕਰੋ ਪਲੀਜ਼। ਸੋ ਇਸ ਕਰਕੇ ਜਿਹੜਾ ਨਾ ਇਹ ਪੈਥੀ ਅਪਣਾਉਣੀ ਚਾਹੀਦੀ ਹੈ। ਸੋ ਇਸ ਕਰਕੇ ਜਿਹੜੇ ਬੱਚੇ ਨਸ਼ੇੜੀ ਹੋ ਰਹੇ ਨੇ, ਉਹਨਾਂ ਦੇ ਕਾਰਨ ਸਾਨੂੰ ਸਮਝਣੇ ਪੈਣਗੇ। ਬਾਕੀ ਅੱਜ ਹੋਰ ਬਹੁਤ ਸਾਰੀਆਂ ਖਬਰਾਂ ਸੀ ਇਹਨਾਂ ਦੇ ਉੱਪਰ, ਜਿਸ ਤਰ੍ਹਾਂ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਆਪ ਸ਼ਾਮਲ ਹੋਏ ਨੇ। ਇਹਦਾ ਆਪਾਂ ਕੱਲ ਕਾਫੀ ਇਹਦੇ ਤੇ ਅਪਡੇਟ ਕੀਤਾ। ਹੋਰ ਜਿਹੜੀਆਂ ਅੱਜ ਦੀਆਂ ਖਬਰਾਂ ਸੀ ਉਹਨਾਂ ਤੇ ਅਪਡੇਟ ਆਪਾਂ ਤਕਰੀਬਨ ਰਾਤ ਕੀਤਾ। ਇਸ ਪ੍ਰੋਗਰਾਮ ਤੋਂ ਬਾਅਦ ਹੁਣ ਰਾਤ ਵਾਲਾ ਪ੍ਰੋਗਰਾਮ ਰਿਪੀਟ ਹੁੰਦਾ ਹੈ। ਤੇ ਉਧਰ ਕੇਂਦਰ ਸਰਕਾਰ ਨੇ ਡਰੋਨ ਦੀ ਵਰਤੋਂ ਦੇ ਨਿਯਮ ਸੌਖੇ ਕੀਤੇ ਨੇ। ਸੋ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਦੇਸ਼ ਦੇ ਵਿੱਚ ਡਰੋਨ ਦੀ ਵਰਤੋਂ ਦੇ ਨਿਯਮ ਸੌਖੇ ਬਣਾਉਣ ਦੇ ਲਈ ਇੱਕ ਜਿਹੜਾ ਜ਼ਰੂਰੀ ਫਾਰਮ ਦੀ ਗਿਣਤੀ 25 ਤੋਂ ਘਟਾ ਕੇ 5 ਕਰ ਲਈ ਹੈ, ਤੇ ਲਾਏ ਜਾਣ ਵਾਲੇ ਟੈਕਸਾਂ ਦੀ ਗਿਣਤੀ ਵੀ 72 ਤੋਂ ਘਟਾ ਕੇ 4 ਕਰ ਦਿੱਤੀ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਡਰੋਨ ਨਿਯਮ ਭਾਰਤ ਲਈ ਇਸ ਖੇਤਰ ਦੇ ਵਿੱਚ ਇਤਿਹਾਸਕ ਪਲਾਂ ਦੀ ਸ਼ੁਰੂਆਤ ਕਰਦੇ ਨੇ, ਤੇ ਇਸ ਦੇ ਵਿੱਚ ਕੁਝ ਨਿਯਮ ਤਬਦੀਲ ਕੀਤੇ ਗਏ ਨੇ, ਕਿਉਂਕਿ ਪਹਿਲਾਂ ਤਾਂ ਡਰੋਨ ਦੇ ਰਾਹੀਂ ਡਿਲੀਵਰੀ ਦਾ ਜਾਂ ਹੋਰ ਬਹੁਤ ਸਾਰਾ ਸਿਲਸਿਲਾ ਵਿੱਢਿਆ ਗਿਆ ਸੀਗਾ।
ਤੇ ਉਹ ਮਤਲਬ ਜਿਹੜਾ ਡਰੋਨ ਸੇਵਾ ਨੂੰ, ਕਿਉਂਕਿ ਕਈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਡਰੋਨ ਸੇਵਾ ਦੇ ਵਿੱਚ ਆ ਰਹੀਆਂ ਨੇ ਕਾਰਪੋਰੇਟ, ਸੋ ਇਸ ਸੰਬੰਧੀ ਨਿਯਮ ਬਣਾਏ ਗਏ ਨੇ। ਸਵਾਗਤ ਜਸਵੀਰ ਸਿੰਘ ਜੀ, ਵੈਲਕਮ। ਹਾਂ ਟਵਾਣਾ ਸਾਹਿਬ, ਮੈਂ 2 ਮੁੱਦਿਆਂ ਤੇ ਗੱਲ ਕਰੂੰਗਾ, ਨਿੱਕਾ ਜਿਹਾ ਟਾਈਮ ਲੈ ਕੇ। ਤੇ ਨੰਬਰ 1 ਤਾਂ ਜੀ 3-4 ਦਿਨ ਪਹਿਲਾਂ ਵੀ ਮੇਰੀ ਰੇਡੀਓ ਪੰਜਾਬ ਤੇ ਗੱਲ ਹੋਈ ਸੀ ਇੱਥੇ ਵੀ ਜੇ ਕੋਈ ਹਸਪੀਟਲ ਐਡਮਿਟ ਹੈਗਾ, ਇੱਕ ਹੈਲਥ ਵਰਕਰ ਉਹਨੂੰ ਪਾਣੀ ਦਾ ਗਲਾਸ ਦਿੰਦਾ, ਇੱਕ ਉਹਦਾ ਬੱਚਾ ਦਿੰਦਾ, ਪਰਿਵਾਰਕ ਮੈਂਬਰ। ਜੇ ਬੱਚਾ ਦਿੰਦਾ ਹੈਗਾ ਤਾਂ ਉਹ ਪਾਣੀ ਨਹੀਂ ਹੈ, ਉਹ ਉਹਨੂੰ ਗਲੂਕੋਸ ਦਾ ਕੰਮ ਕਰਦਾ ਪੇਸ਼ੈਂਟ ਨੂੰ, ਮੇਰੇ ਖਿਆਲ। ਬਿਲਕੁਲ ਬਿਲਕੁਲ, ਕਿ ਉਹਦੇ ਨਾਲ ਸਨੇਹ ਹੁੰਦਾ ਸਾਡਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਦੇ ਨਾਲ। ਤੇ ਨੰਬਰ 2 ਤੁਸੀਂ ਦਵਾਈ ਦੀ ਗੱਲ ਕਰਦੇ, ਪੇਨ ਕਿਲਰ ਦੀ ਜਿਹੜੀ ਇੰਡੀਅਨ ਦਵਾਈ ਹੈਗੀ ਹੈ ਤੇਜ਼ ਹੈ, ਅਮਰੀਕਾ ਕੈਨੇਡਾ ਦੇ ਵਿੱਚ ਸਲੋ ਹੈਗੀ ਦਵਾਈ, ਉਹਦਾ ਤੇਜ਼ ਨਹੀਂ ਦਿੰਦੇ ਇਹਨਾਂ ਕੰਟਰੀਆਂ ਦੇ ਵਿੱਚ। ਆਪਣਾ ਤਾਂ ਇੰਡੀਆ 'ਚ ਜੇ ਮੈਡੀਕਲ ਸਟੋਰ ਵਾਲੇ ਪਾਸ ਚਲੇ ਜਾਓ ਵੀ ਮੈਨੂੰ ਟੈਂਪਰੇਚਰ ਹੈਗਾ, ਬੁਖਾਰ ਵਗੈਰਾ, ਤਾਂ ਉਹ ਕਹਿੰਦਾ ਵੀ ਖੁਰਾਕ ਤਾਂ ਹੁਣੇ ਲੈ ਲੈ, ਤੇ ਕੈਂਪਰ ਦੇ ਪਾਣੀ ਨਾਲ ਇੱਕ ਘਰ ਜਾ ਕੇ ਲੈ ਲਈ ਤੇ ਤਾਂ ਠੀਕ ਹੋ ਜਾਣਾ, ਕੋਈ ਗੱਲ ਨਹੀਂ। ਇੱਥੇ ਆਪਣੀਆਂ ਤੇਜ਼ ਹੈ ਥੋੜੀ ਦਵਾਈ, ਇੱਥੇ ਦਵਾਈਆਂ ਸਲੋ ਹੈਗੀਆਂ। ਥੈਂਕ ਯੂ ਸਰ, ਥੈਂਕ ਯੂ, ਮਿਹਰਬਾਨੀ। ਬਿਲਕੁਲ, ਸਾਡੇ ਇਹ ਹੈ ਨਾ, ਅਗਲਾ ਕਹਿੰਦਾ ਦਵਾਈ, ਹੁਣ ਸਾਡੇ ਜਿਹੜਾ ਚਿਕਨ ਬਣਾਇਆ ਜਾਂਦਾ, ਜਿਹੜੇ ਮੁਰਗੇ ਨੇ, ਇਹਨਾਂ ਨੂੰ ਇੰਨਾ ਸਟੀਰੋਇਡ ਐਂਟੀਬਾਇਓਟਿਕ ਇਹਨਾਂ ਦਿੱਤਾ ਜਾਂਦਾ ਇਹਨਾਂ ਨੂੰ ਮੋਟੇ ਕਰਨ ਦੇ ਲਈ, 25-35 ਦਿਨਾਂ 'ਚ ਬ੍ਰੈਲਰ ਬਣ ਜਾਂਦਾ। ਉਸ ਤੋਂ ਬਾਅਦ ਐਂਟੀਬਾਇਓਟਿਕ ਇੰਨੇ ਸਾਡੀ ਬੋਡੀ 'ਚ ਹੋ ਜਾਂਦੇ ਨੇ ਕਿ ਸਾਨੂੰ ਐਂਟੀਬਾਇਓਟਿਕ ਕੰਮ ਨਹੀਂ ਕਰਦਾ, ਕਿਉਂਕਿ ਤੁਸੀਂ ਉਸ ਡੋਜ਼ ਤੇ ਆ ਜਾਂਦੇ ਨੇ। ਸੋ ਸਾਡੀ ਕੈਪੈਸਿਟੀ ਵਧੀ ਜਾਂਦੀ ਹੈ। ਡਰੱਗੀਆਂ ਨਾਲ ਇਦਾਂ ਹੀ ਹੁੰਦਾ ਨਾ ਕਿ ਉਹਨਾਂ ਦੀ ਡੋਜ਼ ਵਧੀ ਜਾਂਦੀ ਹੈ ਤੇ ਸਾਡੇ ਜਿਹੜੀ ਦਵਾਈ ਸਟਰੋਂਗ ਤੋਂ ਸਟਰੋਂਗ ਦਿੱਤੀ ਜਾਂਦੀ ਹੈ, ਤੇ ਫਿਰ ਸਾਡੀ ਜਿਹੜੀ ਸਰੀਰਕ ਸਮਰੱਥਾ ਹੈ ਉਹ ਹੋਰ ਸਟਰੋਂਗ ਹੁੰਦੀ ਜਾਂਦੀ ਹੈ। ਸਵਾਗਤ ਔਜਲਾ ਸਾਹਿਬ, ਵੈਲਕਮ। ਸਤਿ ਸ਼੍ਰੀ ਅਕਾਲ ਟਵਾਣਾ ਬਾਈ ਜੀ ਤੇ ਸਤਿਕਾਰਯੋਗ ਸਰੋਤਿਆਂ ਨੂੰ। ਬਹੁਤ ਵਧੀਆ ਤੁਸੀਂ ਅੱਜ ਨਸ਼ੇ ਵਾਲੀ ਗੱਲ ਕਰੀ। ਜਦੋਂ ਨਾ ਟੈਕਸੀ ਚਲਾਉਂਦੇ ਰਹੇ ਨਿਊਯਾਰਕ, ਉਦੋਂ ਇੱਥੇ ਦੇ ਜਿਹੜੇ ਆਮ ਨਸ਼ੇ ਸੀ ਰਵਾਇਤੀ, ਉਹਨਾਂ ਦਾ ਪਤਾ ਹੀ ਨਹੀਂ ਸੀ, ਕਿਉਂਕਿ ਆਪਣੇ ਤਾਂ 2 ਹੀ ਨਸ਼ੇ ਹੁੰਦੇ ਸੀ, ਫੀਮ, ਦਾਰੂ, ਹਨਾ। ਤੇ ਇੱਥੇ ਜਦੋਂ ਮੈਂ ਸਟੋਰ ਲਿਆ ਕੇ, ਉਦੋਂ ਮੇਰੇ ਇੱਕ ਇਹ ਜੀ ਉਹ ਲੇਡੀ ਕੰਮ ਕਰਦੀ ਸੀ, ਉਹ ਬਾਹਲਾ ਉਹਨੇ ਕਹਿਣਾ ਆ ਗਿਆ ਡਰੱਗ ਚ ਅੰਦਰ ਆ ਗਿਆ। ਮੈਂ ਫਿਰ ਹੌਲੀ ਹੌਲੀ ਪੁੱਛੀ ਗਿਆ, ਫਿਰ ਮੈਂ ਹੌਲੀ ਹੌਲੀ ਨੋਟ ਕਰਿਆ ਟਵਾਣਾ ਸਾਹਿਬ, ਇਹ ਜਿਹੜੇ ਡਰੱਗ ਕਰਦੇ ਆ ਯੂਜ਼ ਜਦ ਪ੍ਰੈਗਨੈਂਟ ਹੁੰਦੀਆਂ ਨੇ ਲੇਡੀਜ਼ ਨਾ, ਇਹ ਹਟਦੀਆਂ ਨਹੀਂ, ਕਿਸੇ ਚੀਜ਼ ਨੂੰ ਨਹੀਂ ਛੱਡਦੀਆਂ, ਪਰ ਉਹਨਾਂ ਦੇ ਬੱਚੇ ਫਿਰ ਇਹੋ ਜਿਹੇ ਪੈਦਾ ਹੁੰਦੇ ਨੇ ਇੱਥੇ, ਮਤਲਬ ਅਪਾਹਜ, ਹਨਾ। ਅਸਰ ਜ਼ਰੂਰ ਕਰ, ਉਹ ਡਰੱਗ ਵੀ ਯੂਜ਼ ਕਰਦਾ। ਮੈਥ, ਕਿੱਥੇ ਮੈਥ ਹੈ ਜੀ, ਉਹਨੂੰ ਨਾ ਤੁਸੀਂ ਜਿਹੜਾ ਟੀਨ ਹੁੰਦਾ ਐਲੂਮੀਨੀਅਮ, ਉਹਨੂੰ ਪਿਘਲਾ ਕੇ ਉਹਦੇ ਵਿੱਚ ਪਾ ਕੇ ਫੇਰ ਸੁੰਘਦੇ ਨੇ। ਤੁਸੀਂ ਦੇਖ, ਇੱਕ ਪੈਟਰੋਲ ਵਰਗਾ ਹੁੰਦਾ, ਉਹ ਜਿਹੜਾ ਲਾਈਟਰ ਦੇ ਵਿੱਚ ਫਲੂਇਡ ਪੈਂਦਾ ਹੈ, ਉਹਦੇ ਨਾਲ ਉਹ ਯੂਜ਼ ਕਰਦੇ ਨੇ, ਉਹਨੂੰ ਗਲਾਸ ਦੇ ਪੈਪ ਚ ਪਾਉਂਦੇ ਨੇ, ਫਿਰ ਉਹਨੂੰ ਉਹਦੇ ਥੱਲੇ ਵਾਲਦੇ ਨੇ, ਫਿਰ ਉਹਨੂੰ ਸੁੰਘਦੇ ਨੇ। ਉਹ ਮਤਲਬ ਤੁਸੀਂ ਹਿਸਾਬ ਲਾ ਲਓ ਵੀ ਉਹ ਜਦ ਨਾ ਜਿਹੜੇ ਉਹ ਬੰਦੇ ਖਾਂਦੇ ਨੇ ਜੀ, ਜੇ ਤੁਸੀਂ ਕਿਤੇ ਉਹਨਾਂ ਦੇ ਫੇਸ ਦੇਖੋ, ਜਿਵੇਂ ਗਲੀਆਂ ਨਹੀਂ ਹੋ ਜਾਂਦੀਆਂ ਮੂੰਹਾਂ ਤੇ, ਸਿਰ ਦੇ ਉੱਪਰ ਸਾਰੇ ਲਾਲ ਲਾਲ ਡੂੰਘੇ, ਉਹਨਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ। ਦੰਦ ਨਹੀਂ ਰਹਿੰਦੇ ਜੀ ਉਹਨਾਂ ਦੇ, ਬਿਲਕੁਲ ਨਿਕਲ ਜਾਂਦੇ ਨੇ ਦੰਦ ਉਹਨਾਂ ਦੇ। ਤੁਸੀਂ ਦੇਖੋ ਵੀ ਕਿੰਨੀ ਚੀਜ਼ ਸਟਰੋਂਗ ਹੋਊਗੀ। ਉਹ ਫਿਰ ਉਹਨਾਂ ਦੇ ਜਿਹੜੇ ਗਾਹਾਂ ਉਹ ਜਮਾ ਹੀ ਨਾ ਪ੍ਰੈਗਨੈਂਟ ਹੋਣ ਕੁਛ ਹੋਣ, ਕਿਉਂਕਿ ਫਿਰ ਉਹਨਾਂ ਨੂੰ ਸੁਰਤ ਹੀ ਨਹੀਂ ਹੁੰਦੀ ਕਿਸੇ ਚੀਜ਼ ਦੀ ਵੀ, ਨਾ ਉਸ ਟਾਈਮ ਸੁਰਤ ਹੁੰਦੀ ਹੈ ਜਦੋਂ ਇਹੋ ਜਿਹਾ ਕੰਮ ਹੁੰਦਾ। ਤੇ ਉਹਨਾਂ ਦੇ ਫਿਰ ਗਾਹਾਂ ਜਿਹੜੇ ਬੱਚੇ ਪੈਦਾ ਹੁੰਦੇ ਨੇ, ਉਹ ਤਾਂ ਵਿਚਾਰੇ ਉਦੋਂ ਵੀ ਮਤਲਬ ਪਾਹਾ ਜਿਹੇ ਹੁੰਦੇ ਨੇ ਜੀ। ਬਹੁਤ ਆ ਛੋਟਾ ਜਿਹਾ ਟਾਊਨ ਆ ਮੇਰਾ, ਸਾਰੇ ਛੋਟੇ ਛੋਟੇ ਟਾਊਨਾਂ 'ਚ ਇਹੀ ਕੰਮ ਹੈ ਇੱਥੇ। ਇਹ ਆਪਣੇ ਤਾਂ ਮੈਂ ਕਈ ਵਾਰੀ ਦੇਖਦਾ ਹੁੰਦਾ ਵੀ ਆਪਣੇ ਤਾਂ ਬਹੁਤ ਫਰਕ ਸੀ ਟਵਾਣਾ ਸਾਹਿਬ ਉਦੋਂ, ਜਦੋਂ ਆਪਣੇ ਵੇਲੇ ਜਦੋਂ ਆਪਣੀਆਂ ਧੀਆਂ ਭੈਣਾਂ ਪਿੰਡ ਆ ਜਾਂਦੀਆਂ ਸੀ, ਕਿੰਨਾ ਸਾਂਭ ਸੰਭਈਆ ਹੁੰਦਾ ਸੀਗਾ। ਹਾਂ, ਇਹ ਗੱਲ ਠੀਕ ਹੈ ਜੀ ਵੀ ਆਪਾਂ ਜਿਹੜੇ ਬੱਚੇ ਨੇ ਹੁਣ ਥੋੜੇ ਜਿਹੇ, ਮੈਂ ਤੁਹਾਨੂੰ ਦੱਸਦਾ ਜੀ, ਮੈਂ ਪਤੰਗ ਉਡਾਉਂਦਾ ਸੀ ਚੋਰੀ, ਘਰੇ ਕੋਈ ਨਹੀਂ ਸੀ, ਮਾਤਾ ਮੇਰੀ ਮਕਾਨ ਗਈ, ਬਾਪੂ ਜਿਹੜੀ ਮੋਟਰ ਤੇ ਸੀ, ਤੇ ਮੈਂ 12 ਸਾਲਾਂ ਦਾ, 14 ਦਾ ਹੋਊਗਾ, ਮੈਂ ਪਤੰਗ ਉਡਾਉਂਦਾ ਸੀ। ਮੈਂ ਦੇਖਿਆ ਵੀ ਰੇਹੜੀ ਆਉਂਦੀ ਹੈ, ਮੈਂ ਨਾ ਕੋਠੇ ਤੋਂ ਛਾਲ ਮਾਰੀ, ਉਹ ਸਾਡੇ ਗੇਟ ਸੀ, ਮੇਰਾ ਗੇਟ ਦੇ ਵਿੱਚ ਮੇਰੇ ਪਜਾਮੇ ਦੀ ਉਹ ਥੱਲੇ ਵਾਲੀ ਫਸ ਗਈ ਮੂਹਰੀ, ਮੈਂ ਪੁੱਠਾ ਹੋ ਕੇ ਥੱਲੇ ਗਿਰ ਗਿਆ, ਮੇਰਾ ਗੋਡਾ ਨਿਕਲ ਗਿਆ, ਮੈਂ ਪੁੱਠਾ ਹੋ ਗਿਆ ਜੀ ਉਹਦੇ ਨਾਲ, ਉਹ ਗੇਟ ਨਾਲ। ਮੈਂ ਥੱਲੇ ਮਤਲਬ ਮੈਂ ਉਵੇਂ ਉੱਠਿਆ, ਉਵੇਂ ਉੱਠ ਕੇ ਉਹ ਕੱਢਿਆ, ਇੱਕ ਤੱਤਾ ਘਾਹ ਸੀਗਾ, ਉਹ ਨਿਕਲ ਗਿਆ ਜੀ। ਨਿਕਲ ਕੇ ਫਿਰ ਉਹ ਮਤਲਬ ਜੋ ਮਾੜਾ ਮੋਟਾ ਕੋਈ ਕਰਨਾ ਸੀ ਘਰ ਦਾ ਕਰੀਗਾ, ਉਹ ਹੱਕ ਸੇ ਨੂੰ ਗੋਡਾ ਸੁੱਜ ਗਿਆ। ਮੇਰੇ ਕਹਿਣ ਦਾ ਮਤਲਬ ਵੀ ਤੁਹਾਨੂੰ ਇੱਕ ਜਿਹੜੀ ਮੋਰਲ ਸਟਰੋਂਗ ਬਹੁਤ ਬਣਾਉਂਦੀ ਆ, ਤੁਹਾਨੂੰ ਡਰ, ਤੇ ਇੱਕ ਮਾਂ ਪਿਓ ਦਾ ਉਹ ਡਰਦੇ ਨਹੀਂ। ਮੈਂ ਸਾਰੀ ਰਾਤ ਦੱਸਿਆ ਵੀ ਹੱਦ ਹੋ ਗਈ, ਨਾ ਸਹਾਰ ਹੋਇਆ, ਤੇ ਹੁਣ ਵਾਲੇ ਬੱਚੇ ਸਹਾਰ ਲਿਆ। ਮੈਂ ਕਈ ਵਾਰੀ ਸੋਚਦਾ ਹੁੰਦਾ, ਹਾਲਾਂਕਿ ਹੁਣ ਮੇਰਾ ਹੁਣ ਵੀ ਮੈਨੂੰ ਉਹ ਗੋਡਾ ਕਈ ਵਾਰੀ ਜੇ ਕਹਿੰਦੇ ਨਾ ਪੂਰਾ ਜਾਂ ਠੰਡੀ ਠੰਡੀ ਜੀ ਹਵਾ ਚੱਲਦੀ ਹੈ, ਮੇਰੇ ਬਹੁਤ ਚੀਸ ਪੈਂਦੀ ਹੈ ਜੇ ਵੀ ਕਈ ਵਾਰੀ ਉਹ ਨਿਕਲਿਆ ਤਾਂ ਬਾਅਦ ਚ ਦਰਦ ਤਾਂ ਕਰਦਾ ਹੀ ਹੈ। ਹਾਂ, ਉਹਦੇ ਚ ਦੇਖੋ ਭਾਵੇਂ ਡਰ ਸੀ ਨਾ, ਅੱਗੇ ਤਾਂ ਵੀ ਸੱਟ ਲੱਗੀ ਤੇ ਸੱਟ ਦਾ ਤਾਂ ਦਰਦ ਹੈ ਹੀ ਹੈ, ਨਾਲ ਬਾਪੂ ਵੀ ਡੰਗ ਫੇਰਦਾ ਸੀ ਕਿ ਐਂ ਕਿਉਂ ਕੀਤਾ। ਦੂਸਰਾ, ਗਾਹੇ ਬਗਾਹੇ ਸਾਡੇ ਸੱਟਾਂ ਇੰਨੀਆਂ ਲੱਗਦੀਆਂ ਸੀ ਨਾ, ਠੋਕਰ ਲੱਗੀ ਉੱਤੇ ਰੂਮ ਪਾ ਲੈਣਾ, ਮਿੱਟੀ ਪਾ ਲੈਣਾ, ਮਤਲਬ ਲਾਈਫ ਬਾਈ ਜੀ ਯੂਜ਼ ਟੂ ਸੀ, ਕਿਉਂਕਿ ਲਾਈਫ ਸਟਾਈਲ ਇਦਾਂ ਦਾ ਸੀ। ਹੁਣ ਨਿਆਣੇ ਲਗਜ਼ਰੀ ਲਾਈਫ ਇੰਨੇ ਹੋ ਗਏ, ਦਰਦ ਝੱਲ ਹੀ ਨਹੀਂ ਸਕਦੇ ਜੀ। ਵਾਣਾ ਸਾਹਿਬ, ਆਪਣੀਆਂ ਖੇਡਾਂ 'ਚ ਕਿੰਨੀਆਂ ਸੱਟਾਂ ਸੀ, ਗੁੱਲੀ ਡੰਡੇ 'ਚ ਸੱਟ ਸੀ,
ਸਾਈਕਲ ਚਲਾਉਣਾ ਉਹ 'ਚ ਸੱਟ ਸੀ, ਕਬੱਡੀ ਖੇਲਣੀ ਉਹ 'ਚ ਸੱਟ ਸੀ, ਗੁੱਦੋ ਗੁੰਡੀ ਖੋ ਜਿਹੜੀ ਵੀ ਚੀਜ਼ ਸੀ। ਆ ਟੋਬੇ ਤੇ ਜਾਂ ਸੁੱਕ ਜਾਂਦੇ ਸੀ ਗਰਮੀਆਂ 'ਚ, ਹੁਣ ਤਾਂ ਟੋਬੇ ਸੁੱਕਦੇ ਨੇ, ਕਿਹਨੇ ਦੇਖੇ ਹੋਣੇ ਟੋਬੇ ਸੁੱਕਦੇ ਸੀ ਗਰਮੀਆਂ 'ਚ, ਟੋਬੇ ਸੁੱਕ ਜਾਂਦੇ ਸੀ। ਉਹ ਬੁੱਢੀਆਂ ਮਿੱਟੀ ਕੱਢਦੀਆਂ ਸੀ, ਉਹ ਜਿਹੜੇ ਟੋਇਆਂ 'ਚ ਛਾਲ ਮਾਰ ਕੇ ਸੱਟਾਂ ਲੱਗਦੀਆਂ ਸੀਗੀਆਂ ਜੀ। ਮੇਰੇ ਹਿਸਾਬ ਨਾਲ ਜਿਹੜੇ ਆਪਣੇ ਹਮ ਉਮਰ ਨੇ, ਹਰੇਕ ਦੇ ਗੋਡੇ ਗਿੱਟੇ ਦੇ ਉੱਪਰ ਦਾਗ ਜ਼ਰੂਰ ਹੋਊਗਾ। ਹੁਣ ਕਿਹੜੇ ਜਵਾਕ ਦੇ ਦਾਗ ਹੈ ਜੀ? ਹੁਣ ਤਾਂ ਜਵਾਕ ਦੇਸੀ ਘਿਓ ਦੇ ਪ੍ਰਸ਼ਾਦ ਵਰਗੇ ਤਾਂ ਜਵਾਕ ਬਣ ਗਏ ਜੀ, ਜਿੱਧਰ ਨੂੰ ਮਰਜੀ ਢਾਲ ਲੋ, ਲੋਲੇ ਜਿਹੇ ਜਿਹੇ ਨੇ ਬਾਈ। ਛੱਲੀਆਂ ਚੱਬਣੋਂ ਹਟ ਗਏ, ਗੰਨੇ ਚੂਪਣੋਂ ਹਟ ਗਏ, ਠੋਡੀਆਂ ਨਹੀਂ ਪੰਜਾਬੀਆਂ ਦੇ, ਗੋਲ ਮਟੋਲ ਹੋ ਗਿਆ, ਆਲੂ ਵਰਗੇ ਠੋਡੀ ਹੈ ਹੀ ਨਹੀਂ। ਟਵਾਣਾ ਸਾਹਿਬ 4-4 ਗੰਨੇ ਚੂਪ ਲੈਂਦੇ ਸੀ। ਮੈਂ ਪਿੱਛੇ ਇੱਕ ਵਾਰੀ ਗੰਨੇ ਟਾਈਮ ਇੰਡੀਆ ਗਿਆ, ਮੇਰੇ ਤੇ ਇੱਕ ਪੋਰੀ ਨਹੀਂ ਚੂਪ ਹੋਈ। ਇਹ ਕਿੱਡੀ ਵੱਡੀ ਵਰਜਿਸ਼ ਆ ਤੁਹਾਡੇ ਮੂੰਹ ਨੂੰ ਜੀ। ਇਹ ਸੋਚ ਕੇ ਦੇਖੋ ਕਿੱਡੀ ਵੱਡੀ ਤੁਹਾਡੇ ਮੂੰਹ ਲਈ ਇਹ ਵਰਜਿਸ਼ ਆ, ਗੰਨਾ ਚੂਪਣਾ, ਛੱਲੀ ਚੱਬਣੀ ਜੀ। ਹਾਂਜੀ, ਹੁਣ ਤਾਂ ਅਗਲਾ ਕਹਿੰਦਾ ਭੁੰਨ ਕੇ ਖਵਾਇਆ ਛੱਲੀਆਂ ਤੇ ਜੂਸ ਕੱਢ ਕੇ ਪਿਲਾਇਆ ਜਾ ਰਿਹਾ, ਹੁਣ ਤਾਂ ਉਹ ਕੰਮ ਹੋਇਆ ਜੀ। ਥੈਂਕ ਯੂ। ਪਰ ਫਿਰ ਵੀ ਬਹੁਤ ਕਮਾਲ ਦੀ ਰਿਪੋਰਟ ਹੈ। ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਂਝਾ ਕਰੋ, ਕਿਉਂਕਿ ਬਹੁਤੇ ਪੇਨ ਕਿਲਰ ਲੈਣੇ ਤੁਹਾਡੇ ਸਰੀਰ ਦਾ ਨੁਕਸਾਨ ਹੈ, ਪੈਸੇ ਦਾ ਨੁਕਸਾਨ ਹੈ ਤੇ ਆਉਣ ਵਾਲੀਆਂ ਜਨਰੇਸ਼ਨਾਂ ਦਾ ਨੁਕਸਾਨ ਹੈ। ਇਹ ਕੋਈ ਕੱਚਕਰਾ ਡਾਕਟਰ ਦੇ ਆ ਜਿਹੜੇ ਯੂਟਿਊਬਰ ਤੁਰੇ ਫਿਰਦੇ ਆ ਨਾ, ਆ ਹਕੀਮ ਨੀਮ ਹਕੀਮ, ਆ ਵਕੀਲ ਨੇ, ਆ ਹਕੀਮ ਨੇ ਕੀਤਾ, ਇਹ ਉਦਾਂ ਦੀ ਗੱਲ ਨਹੀਂ। ਪੂਰੀ ਅਥੈਂਟਿਸਿਟੀ ਵਾਲੀ ਰਿਪੋਰਟ ਹੈ। ਸਾਡੀ ਵਿਰਾਸਤ ਵੀ ਇਹ ਚਾਹੁੰਦੀ ਹੈ ਤੇ ਸਾਡੀ ਵਿਗਿਆਨ ਵੀ ਇਹ ਚਾਹੁੰਦੀ ਹੈ। ਹਾਂਜੀ, ਕੌਣ ਬੋਲ ਰਹੇ ਹੋ ਜੀ? ਹੈਲੋ ਜੀ, ਫੋਨ ਲਾ ਕੇ ਬਾਈ ਜੀ ਪਤਾ ਨਹੀਂ ਕਿੱਧਰ ਬਿਜੀ ਹੋ ਗਏ। ਖੈਰ, ਇਸ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪੋਰਟਰ ਨੇ, ਜਿਹੜੇ ਸਬਸਕ੍ਰਾਈਬਰ ਨੇ, ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਹਾਂਜੀ, ਸਵਾਗਤ ਹੈ ਤੁਹਾਡਾ 39 ਨੰਬਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਥੋੜੀ ਘੱਟ ਆ ਰਹੀ ਹੈ ਜੀ। ਕੌਣ ਬੋਲ ਰਹੇ ਹੋ? ਸਵਾਗਤ ਹੈ ਤੁਹਾਡਾ, ਵੈਲਕਮ। ਨਿਸ਼ਾਨ ਬੋਲ ਰਿਹਾ ਜੀ ਭਾਜੀ। ਨਾ ਆਪਣੇ ਜਿਹੜੀ ਤੁਹਾਡੀ ਹੈ ਟਿਵਾਣਾ ਰੇਡੀਓ ਚੈਨਲ, ਉਹ ਭਰੀ ਹੋਈ ਆ, ਪਹਿਲਾਂ ਮੇਰੇ ਚੱਲਦਾ ਸੀ ਤੇ ਅੱਜ ਚੱਲ ਨਹੀਂ ਗਿਆ ਤੇ ਪ੍ਰੋਗਰਾਮ ਜੀ। ਨਹੀਂ, ਲਾਈਵ ਆਪਣੀ ਗੱਲਬਾਤ ਰੇਡੀਓ ਤੇ ਹੋ ਰਹੀ ਹੈ। ਨਿਸ਼ਾਨ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਜੀ ਪੱਟੀ ਤੋਂ ਸੰਗਵਾ ਤੋਂ ਬੋਲ ਰਹੇ ਜੀ। ਹਾਂਜੀ, ਸੰਗਵਾ ਤੋਂ ਪੱਟੀ ਏਰੀਏ ਤੋਂ, ਪੱਟੀ ਤੋਂ। ਅੱਛਾ, ਪੱਟੀ ਤੋਂ। ਨਹੀਂ, ਕੀ ਦਿੱਕਤ ਹੈ? ਐਪ ਤੇ ਸੁਣਦੇ ਹੋ? ਕਾਹਦੇ ਤੇ ਸੁਣਦੇ ਹੋ? ਸਰ ਨਹੀਂ, ਚਲੋ ਮੈਂ ਬਾਅਦ ਚ ਗੱਲ ਕਰ ਲਿਓ। ਵੈਸੇ ਤੁਹਾਡੀ ਤੇ ਮੇਰੀ ਗੱਲਬਾਤ ਰੇਡੀਓ ਤੇ ਲਾਈਵ ਹੋ ਰਹੀ ਹੈ, ਲਾਈਵ ਚੱਲ ਰਿਹਾ। ਥੈਂਕ ਯੂ ਪੱਟੀ, ਮਿਹਰਬਾਨੀ। ਤੇ ਆਪਣੇ ਨਾਲ ਇਸ ਵਕਤ ਜਸਪ੍ਰੀਤ ਮਾਵੀ ਆਸਟ੍ਰੇਲੀਆ ਤੋਂ ਜੁੜੇ ਨੇ। ਮਾਵੀ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਮਾਵੀ ਸਾਹਿਬ। ਜਸਪ੍ਰੀਤ, ਕੀ ਕਹਿਣਾ ਚਾਹੁੰਦੇ ਹੋ? ਜੀ, ਦੋ ਗੱਲਾਂ ਕਰਨੀ ਸੀ। ਨਸ਼ਿਆਂ ਦੇ ਮੁੱਦੇ ਤੇ ਗੱਲ ਹੋ ਰਹੀ ਹੈ। ਪਿਛਲੇ ਇੱਕ ਵੀਕ ਚ ਬਠਿੰਡੇ ਚ 5 ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਉਹਨਾਂ ਦੀ ਡੈਥ ਹੋ ਗਈ। ਤੇ ਦੂਜਾ ਫਿਰ ਸਿੱਧੂ ਸਾਹਿਬ ਕਹਿੰਦੇ ਸੀ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਿਹੜੇ ਨਸ਼ਿਆਂ ਦੇ ਪੈਂਡਿੰਗ ਕੇਸ ਆ ਉਹ ਖੋਲੇ ਜਾਣਗੇ, ਉਹਦੇ ਨਾਲ ਕਈ ਪਰਤਾਂ ਖੁੱਲਣਗੀਆਂ। ਇੱਕ ਤਾਂ ਉਹਦੇ ਬਾਰੇ ਦੱਸਿਓ। ਦੂਜਾ ਮੈਂ ਤੁਹਾਨੂੰ ਦੱਸਣਾ ਸੀ, ਇੱਥੇ ਸਾਡੇ ਆਸਟ੍ਰੇਲੀਆ ਦੀ ਗੱਲ ਆ, 5-10 ਸਾਲ ਪੁਰਾਣੀ ਆ। ਇੱਥੇ ਸਾਡੇ ਨਾ ਫਰਟੀਲਿਟੀ ਇੱਕ ਸੈਂਟਰ ਸੀਗਾ, ਉੱਥੇ ਹੈਪੇਟਾਈਟਸ ਦੇ ਕੇਸ ਆਈ ਜਾਂਦੇ ਸੀ। ਜਿਹੜੀਆਂ ਲੇਡੀਜ਼ ਉੱਥੇ ਅਬੋਰਸ਼ਨ ਲਈ ਜਾਂਦੀਆਂ ਸੀਗੀਆਂ, ਉਹਨਾਂ ਨੂੰ ਬਾਅਦ ਚੋਂ ਹੈਪੇਟਾਈਟਸ ਹੋ ਜਾਂਦਾ ਸੀ। ਉਹ ਇਨਵੈਸਟੀਗੇਸ਼ਨ ਚ ਨਿਕਲਿਆ ਵੀ ਜਿਹੜਾ ਉੱਥੇ ਐਨਸੀਸੀਐਸ ਸੀਗਾ, ਜਿਹੜਾ ਲੇਡੀਜ਼ ਨੂੰ ਐਨਸੀਸੀਆ ਦਿੰਦਾ ਸੀਗਾ, ਉਹ ਬੰਦੇ ਨੂੰ ਹੈਪੇਟਾਈਟਸ ਸੀਗਾ। ਤੇ ਜਦੋਂ ਆਪਾਂ ਐਨਸੀਸੀਆ ਦਿੰਦੇ ਆ, ਉਹ ਕੀ ਕਰਦਾ ਸੀ, ਉਹ ਸੇਮ ਸਿਰਿੰਜ ਅੱਧੀ ਡੋਜ਼ ਆਪ ਲਾ ਲੈਂਦਾ ਸੀ, ਉਹੀ ਡੋਜ਼ ਫਿਰ ਲੇਡੀਜ਼ ਦੇ ਲਾ ਦਿੰਦਾ ਸੀ। ਉਹ ਬੰਦੇ ਨੂੰ ਹੈਪੇਟਾਈਟਸ ਸੀਗਾ। ਤੇ ਫਿਰ ਇਨਵੈਸਟੀਗੇਸ਼ਨ ਚ ਨਿਕਲਿਆ ਵੀ ਉਹ ਬੰਦੇ ਨੂੰ ਫਿਰ ਚਾਰਜ ਹੋਇਆ ਵੀ ਦੇਖ ਲਓ ਵੀ ਨਸ਼ਾ ਵੀ ਕਿੱਥੋਂ ਲੋਕ ਲੱਭਦੇ ਆ ਵੀ ਇਸ ਚੀਜ਼ ਨੂੰ ਵੀ ਜਿਹੜਾ ਐਨਸੀਸੀਆ ਉਹ ਲਾਉਂਦੇ ਸਾਰ ਹੀ ਬੰਦੇ ਨੂੰ ਮਾੜੀ ਜਿਹੀ ਨੀਡਲ ਬੰਦੇ ਦੇ ਇਨਸਲਟ ਕਰਦੇ ਆ, ਬੰਦੇ ਨੂੰ ਪਤਾ ਨਹੀਂ ਰਹਿੰਦਾ, ਬੰਦਾ ਇੰਸਟੈਂਟਲੀ ਬੇਹੋਸ਼ ਹੋ ਜਾਂਦਾ। ਵੀ ਦੇਖ ਲਓ ਇਹਨਾਂ ਮੁਲਕਾਂ 'ਚ ਵੀ ਡਾਕਟਰ ਵੀ ਨਸ਼ਾ ਕਰਨ ਲਈ ਵੀ ਕਿਹੜੀਆਂ ਚੀਜ਼ਾਂ ਦੀ ਯੂਜ਼ ਕਰਦੇ ਆ, ਤੇ ਫਿਰ ਉਹ ਬੰਦਾ ਗੋਰਾ ਸੀ, ਚਾਰਜ ਹੋਇਆ ਸੀਗਾ। ਹਾਂਜੀ, ਮੈਂ ਤੁਹਾਨੂੰ ਦੱਸਣਾ ਸੀਗਾ ਇਹਦੇ ਬਾਰੇ। ਥੈਂਕ ਯੂ। ਬਿਲਕੁਲ ਜੀ, ਬਹੁਤ ਬਾਈ ਜੀ ਸਾਵਧਾਨੀਆਂ ਦੀ, ਪ੍ਰੀਕਾਸ਼ਨ ਦੀ ਮਾਵੀ ਸਾਹਿਬ ਜ਼ਰੂਰਤ ਹੈ ਇਸ ਮੁਤਲਕ। ਤੇ ਦੂਸਰਾ, ਕਿਸਾਨ ਅੰਦੋਲਨ ਦੇ ਅਪਡੇਟ ਦੇ ਦਿਆਂ ਕਿ 25 ਸਤੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਹੈ ਕਿ 25 ਸਤੰਬਰ ਨੂੰ ਕਿਸਾਨਾਂ ਵੱਲੋਂ ਪੂਰਾ ਭਾਰਤ ਬੰਦ ਕਰਾਇਆ ਜਾਵੇਗਾ। ਸੋ 5 ਸਤੰਬਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਹੈ। ਸੋ ਇਸ ਤੋਂ ਬਾਅਦ ਦਿੱਲੀ ਤੇ ਲਖਨਊ ਦੇ ਵਿੱਚ ਸੰਕੇਤ ਦੇਣਗੇ ਤੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ, ਜਿਹੜਾ ਕਿ ਪਿਛਲੇ ਬੰਦ ਦੇ ਨਾਲੋਂ ਕਾਫੀ ਕਾਮਯਾਬ ਹੋਏਗਾ। ਸਵਾਗਤ ਹੈ ਜੀ, ਵੈਲਕਮ। 80 ਨੰਬਰ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਜੀ। ਗੁਰਮੀਤ ਸਿੰਘ ਜੀ, ਸਵਾਗਤ। ਹਾਂ, ਮੈਂ ਜ਼ਿਕਰ ਹੀ ਕਰਦਾ ਸੀ ਤੁਹਾਡਾ, ਯਾਦ ਹੀ ਕਰਦਾ ਸੀ, ਤੁਹਾਡਾ ਮੈਡੀਕਲ ਲਾਈਨ ਦਾ ਕੰਮ ਹੈ। ਬਾਈ ਜੀ, ਤੁਹਾਡੇ ਵੇਖਦਿਆਂ ਤੁਸੀਂ ਵੇਖਿਆ ਹੋਣਾ ਕਿ ਪੇਨ ਕਿਲਰ ਬਹੁਤ ਜ਼ਿਆਦਾ ਵੱਧ ਗਏ ਨੇ, ਬਹੁਤ ਵੱਡੀ ਇੰਡਸਟਰੀ ਬਣ ਗਈ ਹੈ।
ਧੜਾ ਧੜ ਪਾਈਆ ਅੱਧਾ ਕਿਲੋ ਲੋਕ ਖਰੀਦੀ ਜਾਂਦੇ ਨੇ, ਗੱਫੇ ਮਾਰੀ ਜਾਂਦੇ ਨੇ, ਆਹ ਦਵਾਈ ਫਲਾਂ ਦਵਾਈ ਜੀ। ਸਾਡੇ ਟਾਈਮ ਜੀ ਜਦੋਂ ਅਸੀਂ ਦੁਕਾਨ ਦਾ ਕੰਮ ਕਰਦੇ ਸੀ, ਮੈਂ ਦਰਅਸਲ ਛੱਡਿਆ ਕਿਸੇ ਹੋਰ ਕਾਰਨ ਸੀਗਾ ਕਿ ਨਸ਼ੇ ਦਾ ਕੰਮ ਸੀਗਾ, ਉਹਦੇ ਚ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਮੈਂ ਛੱਡਤਾ ਇਹ ਕੰਮ ਨੂੰ। ਤੇ ਉਹਦੇ ਵਿੱਚ ਐ ਸੀਗਾ ਜੀ ਇੱਕ ਹਰੇ ਪੱਤੇ ਵਾਲੀ ਗੋਲੀ ਆਉਂਦੀ, ਉਹਦਾ ਨਾਂ ਨਹੀਂ ਮੈਂ ਲੈ ਰਿਹਾ, ਹਰੇ ਪੱਤੇ ਵਾਲੀ ਗੋਲੀ ਕਰਕੇ ਆ ਕੇ ਮੰਗਦਾ ਹੁੰਦਾ ਸੀ। ਜਿਹੜਾ ਹਰੇ ਪੱਤੇ ਵਾਲੀ ਗੋਲੀ ਦੇ ਜੋ 10 ਰੁਪਏ ਦਾ ਪੱਤਾ ਹੁੰਦਾ ਸੀਗਾ, ਉਹ ਘਰ ਦੇ ਵਿੱਚ ਆਮ ਹੀ ਲੋਕੀ ਰੱਖਦੇ ਸੀਗੇ। ਜਿਹੜਾ ਵੀ ਆਉਣਾ ਹਰੇ ਪੱਤੇ ਵਾਲੀ ਗੋਲੀ, ਉਹ ਆਉਂਦੀ 3-4 ਰੁਪਏ 10 ਰੁਪਏ ਦਾ ਪੱਤਾ ਵਿਕ ਜਾਂਦਾ ਸੀਗਾ। ਚਲੋ ਬੱਚੇ ਤੋਂ ਵਧੀਆ ਸੀ। ਉਸ ਤੋਂ ਇਲਾਵਾ ਵੀ ਜਿਹੜੇ ਨਸ਼ੇੜੀ ਹੈ ਨਾ, ਹਰੇ ਪੱਤੇ ਵਾਲੀ ਗੋਲੀ ਤੋਂ ਇਲਾਵਾ ਜਿਹੜੇ ਪ੍ਰੋਕਸੀਮੋਨ ਕੈਪਸੂਲ ਖਾਂਦੇ ਸੀ ਉਸ ਟਾਈਮ, ਔਰ ਇੱਕ ਸਪਾਜ਼ਮੋ ਪ੍ਰੋਕਸੀਮੋਨ ਹੁੰਦਾ ਪੇਟ ਦਰਦ ਦੇ ਕੈਪਸੂਲ ਨੇ, ਉਹ ਵੀ ਬਹੁਤ ਖਾਂਦੇ। ਇੱਕ ਜਿਹੜੇ ਹੋਰ ਵੀ ਕੈਪਸੂਲ ਜਿਹੜੇ ਹੁੰਦੇ ਨਸ਼ੇ ਵਾਲੇ ਜਿੰਨੇ ਵੀ ਕੈਪਸੂਲ ਸਾਰੇ ਪੇਨ ਕਿਲਰ ਹੀ ਨੇ ਇਹ, ਔਰ ਉਹਨਾਂ ਦਾ ਸਾਈਡ ਇਫੈਕਟ ਇਹ ਹੁੰਦਾ ਸੀ ਸਭ ਤੋਂ ਪਹਿਲਾਂ ਤਾਂ ਬੰਦੇ ਦੇ ਗੁਰਦਿਆਂ ਨੂੰ ਦਿੰਦੇ ਨੇ ਗੋਲੀਆਂ ਧਰ ਕੇ। ਇਹ ਬਹੁਤ ਹੀ ਰੁਝਾਨ ਸੀ। ਦੂਜੀ ਸੇਲ ਇੰਨੀ ਨਹੀਂ ਸੀ ਹੁੰਦੀ ਜਿੰਨੀ ਇਹ ਦਰਦ ਵਾਲੀਆਂ ਗੋਲੀਆਂ ਦੀ ਹੁੰਦੀ ਸੀ ਟਿਵਾਣਾ ਸਾਹਿਬ ਉੱਥੇ ਜੇ ਸਾਡੇ ਮੈਡੀਕਲ ਸਟੋਰਾਂ ਤੇ ਅੱਜ ਵੀ ਹੋ ਰਹੀ ਹੈ। ਉਸ ਤੋਂ ਬਾਅਦ ਤਾਂ ਮੈਂ ਦੇਖਿਆ ਵੀ ਦਵਾਈਆਂ ਵੇਚਣ ਲਈ ਤਾਂ ਖਾਸ ਇੱਕ ਡਰੱਗ ਲਾਇਸੈਂਸ ਲੈਣਾ ਪੈਂਦਾ ਹੈ। ਔਰ ਜਿਹੜੇ ਬੱਸਾਂ ਵਾਲੇ ਨੇ, ਬੱਸਾਂ 'ਚ ਆਪਾਂ ਬੈਠਦੇ ਹਾਂ, ਔਰ ਹਰੇ ਪੱਤੇ ਵੇਚਣ ਵਾਲੇ ਜਿਹੜੇ ਚੜ੍ਹਦੇ ਨੇ ਉਹ ਕਿਸ ਅਥਾਰਟੀ ਦੇ ਥਰੂ ਹੈ ਨਾ ਬੱਸਾਂ ਦੀ ਗੋਲੀਆਂ ਵੇਚੀ ਜਾਂਦੇ ਨੇ, ਔਰ ਇਹਨਾਂ ਨੂੰ ਕੋਈ ਫੜਨ ਵਾਲਾ ਕੋਈ ਨਹੀਂ ਹੈਗਾ। ਔਰ ਮੈਂ ਕਈ ਵਾਰੀ ਜਲੰਧਰ ਤੋਂ ਗੋਬਿੰਦਗੜ੍ਹ ਗਿਆ, ਉਹੀ ਬੰਦਾ ਜਿਹੜਾ ਹਰ ਵਾਰੀ ਚੜ੍ਹਦਾ ਸੀਗਾ ਹਰੇ ਪੱਤੇ ਵਾਲੀਆਂ ਗੋਲੀਆਂ ਵੇਚਦਾ ਸੀਗਾ। ਔਰ ਇਹਦੇ ਤੇ ਕਿਸੇ ਕੀ ਗੱਲ ਪ੍ਰਸ਼ਾਸਨ ਦੀ ਨਜ਼ਰ ਨਹੀਂ ਜਾ ਰਹੀ ਸੀ ਜਾਂ ਕਿਸੇ ਡਰੱਗ ਇੰਸਪੈਕਟਰ ਵੀ ਕਈ ਤਾਂ ਇਹ ਬੱਸਾਂ ਸਫ਼ਰ ਕਰਦੇ ਨੇ। ਔਰ ਦੂਜੀ ਚੀਜ਼ ਜਿਹੜੇ ਗੱਲ ਲਈ ਮੈਂ ਫੋਨ ਕਰਿਆ ਪਹਿਲਵਾਨ ਆਪਣਾ ਕੀ ਕਹਿੰਦੇ ਨੇ ਟਿਵਾਣਾ ਸਾਹਿਬ, ਜਿਹੜਾ ਤੁਸੀਂ ਕਿਹਾ ਨਾ ਮਾਸਟਰ ਛੱਲਿਆ ਦੇ ਵਿੱਚ ਆਇਆ ਸੀਗਾ ਵੀ ਇੱਕ ਪੇਸ਼ੈਂਟ ਜਿਹੜਾ ਇਹਦਾ ਆਪਰੇਸ਼ਨ ਕਰਨਾ ਉਹਦੇ ਇੱਕ ਘਰ ਦਾ ਮੈਂਬਰ ਨਾਲ ਜਾ ਸਕਦਾ। ਇਹ ਬਹੁਤ ਹੀ ਵਧੀਆ ਚੀਜ਼ ਹੈ, ਜਾਣਾ ਵੀ ਚਾਹੀਦਾ। ਮੈਂ ਦੂਜੀ ਚੀਜ਼ ਆਪਣਾ ਪਰਸਨਲ ਐਕਸਪੀਰੀਅੰਸ ਦੱਸਣ ਲੱਗਿਆ ਜੀ। ਮੇਰੀਆਂ ਅੱਖਾਂ ਦਾ ਆਪਰੇਸ਼ਨ ਮੈਂ ਅੰਮ੍ਰਿਤਸਰ ਤੋਂ ਕਰਵਾਇਆ ਸੀਗਾ, ਔਰ ਜਿਹੜਾ ਕਿ ਸਫਲ ਨਹੀਂ ਹੋ ਸਕਿਆ। ਔਰ ਜਿਹੜਾ ਨਾ ਸਫਲ ਹੋਣ ਦਾ ਕਾਰਨ ਮੈਨੂੰ ਲੱਗ ਰਿਹਾ ਵੀ ਜਿਹੜੇ ਡਾਕਟਰ ਅੱਖਾਂ ਦੇ ਮਾਹਰ ਨੇ ਮੇਰਾ ਆਪਰੇਸ਼ਨ ਕਰਨਾ ਸੀਗਾ, ਉਹਨੇ ਇੱਕ ਨਾਲ ਦੇ ਕੁਲੀਗ ਤੋਂ ਕਰਾ ਰਿਹਾ ਸੀਗਾ। ਔਰ ਉਹ ਕੁਲੀਗ ਜਿਹੜਾ ਸੀਗਾ ਉਹਦਾ ਅਨਟ੍ਰੇਨਡ ਬੰਦਾ, ਉਹ ਬਿਲਕੁਲ ਸਾਇਲੈਂਟ ਸੀਗਾ। ਡਾਕਟਰ ਹੌਲੀ ਹੌਲੀ ਦੱਸ ਰਿਹਾ ਸੀ ਇਸ ਤਰ੍ਹਾਂ ਐਂ ਕਰ ਇਸ ਤਰ੍ਹਾਂ ਐਂ ਕਰ, ਉਹਦੇ ਮੈਨੂੰ ਕੋਈ ਚੀਜ਼ ਵੀ ਇਹਨੂੰ ਪਤਾ ਨਾ ਲੱਗੇ। ਔਰ ਮੇਰੀਆਂ ਅੱਖਾਂ ਦਾ ਆਪਰੇਸ਼ਨ ਉਹਦੇ ਕੋਲ ਕਰਾਇਆ। ਹਾਲਾਂਕਿ ਜੇ ਸਾਡੇ ਘਰ ਦਾ ਕੋਈ ਨਾਲ ਉਸ ਟਾਈਮ ਹਾਜ਼ਰ ਹੁੰਦਾ, ਪਤਾ ਲੱਗਦਾ ਵੀ ਡਾਕਟਰ ਆਪ ਆਪਰੇਸ਼ਨ ਕਰ ਰਿਹਾ ਜਾਂ ਨਾਲ ਦਾ ਕੋਈ ਜੂਨੀਅਰ ਨੂੰ ਟ੍ਰੇਨਿੰਗ ਦੇ ਰਹੇ ਨੇ, ਜਾਂ ਨਹੀਂ ਬੰਦਾ ਜਾ ਸਕਦਾ ਆਪਰੇਸ਼ਨ ਥੀਏਟਰ ਦੇ ਵਿੱਚ, ਉਹ ਘੱਟੋ ਘੱਟ ਉਹਦੀ ਵੀਡੀਓ ਜਿਹੜੀ ਹੈ ਬਾਹਰ ਸਕਰੀਨ ਲੱਗਿਆ ਹੋਵੇ, ਘਰ ਦੇ ਦੇਖ ਤਾਂ ਸਕਣ ਵੀ ਆਪਰੇਸ਼ਨ ਕੌਣ ਕਰ ਰਿਹਾ ਸਾਡੇ ਪੇਸ਼ੈਂਟ ਦਾ। ਮੈਂ ਇਸ ਕਰਕੇ ਫੋਨ ਕਰਿਆ ਸੀਗਾ ਕਿ ਇਹ ਜ਼ਿਆਦਾਤਰ ਆਪਰੇਸ਼ਨਾਂ ਦਾ ਫੇਲੀਅਰ ਇਹ ਵੀ ਹੈ ਕਿ ਜਿਹੜੇ ਅਨਟ੍ਰੇਨਡ ਪਰਸਨ ਕੋ ਡਾਕਟਰ ਟ੍ਰੇਨਿੰਗ ਦੇਣ ਵਾਸਤੇ ਆਪਰੇਸ਼ਨ ਕਰਵਾਈ ਜਾਂਦੇ ਨੇ। ਇਸ ਚੀਜ਼ ਦਾ ਸੀਗਾ। ਹਾਂਜੀ ਬਿਲਕੁਲ, ਥੈਂਕ ਯੂ। ਇਹ ਵੀ ਕਾਰਨ ਹੈ ਜੀ। ਪਰ ਇਹਦੇ 'ਚ ਜੇ ਪਰਿਵਾਰਕ ਮੈਂਬਰ ਦੀ ਹਾਜ਼ਰੀ 'ਚ ਹੁੰਦਾ, ਉਹ ਵੇਖਦਾ ਵਾਚਦਾ, ਇੱਕ ਵਿਸ਼ਵਾਸ ਬਣਦਾ ਸਰਕਾਰੀ ਤੰਤਰ 'ਚ ਲੋਕਾਂ ਦਾ। ਗੁਰਮੀਤ ਸਿੰਘ ਜੀ, ਇਹ ਬਿਹਤਰ ਤਰੀਕਾ ਹੈ। ਇਹ ਪਟਿਆਲੇ 'ਚ 2-2.5 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਪਿਛਲੇ ਦਿਨੀ ਆਪਣੇ ਜਿਹੜੇ ਮੁਲਾਕਾਤ ਹੋਈ ਸੀ ਉੱਚ ਅਧਿਕਾਰੀ ਨਾਲ, ਉਹਦੇ 'ਚ ਇਹ ਹੈ ਕਿ ਤੁਸੀਂ ਜਦੋਂ ਤੁਹਾਡਾ ਆਪਣਾ, ਮੈਂ ਤਾਂ ਲੋਕ ਗੀਤਾਂ ਦੇ ਹਵਾਲੇ ਦਿੱਤੇ ਨੇ ਕਿ ਬਹੁਤ ਵਧੀਆ ਪੈਥੀ ਹੈ। ਦੂਸਰਾ, ਤੁਸੀਂ ਦੋਸ਼ ਨਹੀਂ ਲਾ ਸਕਦੇ ਕਿ ਡਾਕਟਰ ਨੇ ਲਾਪਰਵਾਹੀ ਕੀਤੀ ਹੈ, ਤੇ ਡਾਕਟਰ ਵੀ ਸਤਰਕ ਰਹਿੰਦਾ ਕਿ ਪਰਿਵਾਰਕ ਜੀ ਮੌਕੇ ਤੇ ਖੜਾ। ਸੋ ਉਹ ਜਿਹੜਾ ਪੇਸ਼ੈਂਟ ਵੀ ਇਕੱਲਾ ਮਹਿਸੂਸ ਨਹੀਂ ਕਰਦਾ। ਬਹੁਤ ਸਾਰੇ ਲੋਕ ਤਾਂ ਕੈਂਚੀਆਂ ਵੇਖ ਕੇ ਹੀ ਡਰ ਜਾਂਦੇ ਨੇ। ਸੋ ਉਦੋਂ ਮਤਲਬ ਮੋਟੀਵੇਸ਼ਨ ਦੀ, ਹੌਸਲੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤੇ ਕੁਝ ਖਬਰਾਂ ਤੇ ਨਜ਼ਰਾਂ ਹੋਰ ਮਾਰਾਂਗੇ। ਤੇ ਸਾਬਕਾ ਕੈਬਨਿਟ ਮੰਤਰੀ, ਅਕਾਲੀ ਆਗੂ, ਟਕਸਾਲੀ ਆਗੂ ਸੇਵਾ ਸਿੰਘ ਸੇਖਵਾ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਦੇ ਮੁੱਦੇ ਤੇ ਭਗਵੰਤ ਮਾਨ ਹਾਜ਼ਰ ਤਾਂ ਹੋ ਗਏ ਨੇ, ਪਰ ਹਮੇਸ਼ਾ ਬੋਲਣ ਵਾਲੇ ਮਾਨ ਸਾਹਿਬ ਚੁੱਪ ਤੇ ਸ਼ਾਂਤ ਰਹੇ। ਇਸ ਸੰਬੰਧੀ ਅਗਲੀ ਖਬਰ ਇਹ ਵੀ ਹੈ ਕਿ ਕੇਜਰੀਵਾਲ ਨੇ ਜਦੋਂ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨਾਲ 2 ਘੰਟੇ ਮੁਲਾਕਾਤ ਕੀਤੀ ਹੈ। ਇਸ ਦੌਰਾਨ ਕੇਜਰੀਵਾਲ ਤੇ ਰਾਘਵ ਚੱਡਾ ਕੱਲੇ ਕੁੰਵਰ ਵਿਜੇ ਪ੍ਰਤਾਪ ਨੂੰ ਮਿਲੇ ਤੇ ਭਗਵੰਤ ਮਾਨ ਨੂੰ ਬਰਾਬਰ ਦੇ ਕਮਰੇ 'ਚ ਬਿਠਾ ਦਿੱਤਾ। ਜਾਣੀ ਕਿ ਇਹਨਾਂ ਤੋਂ ਬਿਨਾਂ ਮੁਲਾਕਾਤ ਕੀਤੀ ਹੈ। ਭਗਵੰਤ ਮਾਨ ਨੂੰ ਨਾਲ ਲਏ ਬਿਨਾਂ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਮੁਲਾਕਾਤ ਕੀਤੀ ਹੈ। ਰਾਘਵ ਚੱਡਾ ਬੈਠੇ, ਕੇਜਰੀਵਾਲ ਬੈਠੇ ਤੇ ਕੁੰਵਰ ਵਿਜੇ ਪ੍ਰਤਾਪ ਬੈਠੇ, ਪਰ ਹਰਪਾਲ ਚੀਮਾ, ਭਗਵੰਤ ਮਾਨ, ਸਾਰੇ ਪੰਜਾਬ ਦੇ ਨੇਤਾ ਦੂਸਰੇ ਕਮਰੇ 'ਚ ਬਿਠਾ ਦਿੱਤੇ ਗਏ ਕਿ ਤੁਸੀਂ ਅਲੱਗ ਬੈਠੋ। ਤੇ ਇਹਦੇ 'ਚ ਇਹ ਹੈ ਕਿ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਵੀ ਕਿਤੇ ਨਾ ਕਿਤੇ ਪੰਜਾਬ ਦੇ ਇਸ ਖੇਮੇ ਦੇ ਨਾਲੋਂ, ਹਾਲਾਂਕਿ ਉਹ ਫੇਕ ਖਬਰਾਂ ਨੇ ਜਿਹੜੀਆਂ ਘੁੰਮਦੀਆਂ ਨੇ
ਕਿ ਮੈਂ ਤਾਂ ਪਰੇਸ਼ਾਨ ਸੀ, ਜੇ ਮੈਨੂੰ ਪਤਾ ਹੁੰਦਾ ਕਿ ਭਗਵੰਤ ਮਾਨ ਇਹ ਕੰਮ ਕਰਦਾ ਮੈਂ ਤਾਂ ਆਪ 'ਚ ਸ਼ਾਮਲ ਹੀ ਨਾ ਹੁੰਦਾ। ਅੰਦਰੋਂ ਅੰਦਰੀ ਕੁੰਵਰ ਵਿਜੇ ਪ੍ਰਤਾਪ ਵੀ ਨਿਰਾਸ਼ ਹੈ ਪੰਜਾਬ ਦੀ ਜਾਂ ਆਮ ਆਦਮੀ ਪਾਰਟੀ ਦੀ ਸਿਆਸਤ ਤੋਂ। ਇਸੇ ਕਰਕੇ ਕੇਜਰੀਵਾਲ ਨੇ ਉਹਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ। ਜਸਵੀਰ ਸਿੰਘ ਜੀ ਸਵਾਗਤ ਤੁਹਾਡਾ, ਵੈਲਕਮ। ਜਸਵੀਰ ਜੀ ਵੈਲਕਮ, ਸਵਾਗਤ ਹੈ ਤੁਹਾਡਾ। ਦੂਸਰਾ, ਦਿੱਲੀ ਦੁਨੀਆ ਦਾ ਸਭ ਤੋਂ ਨੰਬਰ 1 ਸ਼ਹਿਰ ਹੈ ਜਿੱਥੇ ਸਭ ਤੋਂ ਜ਼ਿਆਦਾ CCTV ਕੈਮਰੇ ਲੱਗੇ ਨੇ। ਇਹ ਵੀ ਇੱਕ ਰਿਕਾਰਡ ਬਣ ਗਿਆ ਕਿਉਂਕਿ ਮਜਬੂਰੀ ਬਣ ਗਈ ਹੈ CCTV ਕੈਮਰੇ ਲਾਉਣੇ। ਕੋਈ ਸ਼ੌਕ ਨਹੀਂ ਹੈ, ਰਾਜਿਕਤਾ ਐਡੀ ਹੈ, ਰੇਪ ਦੀ ਰਾਜਧਾਨੀ ਹੈ ਦਿੱਲੀ। ਇਹਨੂੰ ਤਰੱਕੀ 'ਚ ਨਾ ਵੇਖੋ, ਇਹਦੇ 'ਚ ਬੇਭਰੋਸਗੀ ਵੇਖੋ। ਜੇ ਅਮਰੀਕਾ 'ਚ ਲੋਕ ਹਥਿਆਰ ਰੱਖਦੇ ਨੇ ਆਪਣੀ ਸੈਲਫ ਡਿਫੈਂਸ ਵਾਸਤੇ ਤਾਂ ਇਹ ਉਹਨਾਂ ਦੀ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਕਿ ਉਹਨਾਂ ਨੂੰ ਫੋਰਸਸ ਤੇ ਯਕੀਨ ਨਹੀਂ ਹੈ। ਇਸੇ ਤਰ੍ਹਾਂ ਦਿੱਲੀ ਦੁਨੀਆ ਦੀ ਸਭ ਤੋਂ ਜ਼ਿਆਦਾ CCTV ਕੈਮਰਿਆਂ ਵਾਲੀ ਜਗ੍ਹਾ ਬਣ ਗਈ ਹੈ। ਫੋਰਬਸ ਦੀ ਰਿਪੋਰਟ ਹੈ ਕਿ ਦਿੱਲੀ ਦੇ ਵਿੱਚ ਸਰਵਜਨਕ ਥਾਵਾਂ ਤੇ ਜਨਤਕ ਥਾਵਾਂ ਤੇ ਪ੍ਰਤੀ ਵਰਗ ਮੀਟਰ ਦੇ ਵਿੱਚ 1826 ਕੈਮਰੇ ਨੇ ਪ੍ਰਤੀ ਵਰਗ ਮੀਟਰ, ਜਦੋਂ ਕਿ ਲੰਡਨ ਦੇ ਵਿੱਚ ਇਹ ਜਿਹੜੀ ਪਬਲਿਕ ਪਲੇਸ ਤੇ ਪ੍ਰਤੀ ਵਰਗ ਮੀਟਰ ਦੇ ਵਿੱਚ 1138 ਕੈਮਰੇ ਨੇ। ਤੇ ਪ੍ਰਤੀ ਵਰਗ ਮੀਟਰ ਦੇ ਵਿੱਚ ਸਭ ਤੋਂ ਜ਼ਿਆਦਾ CCTV ਕੈਮਰਿਆਂ ਦੇ ਮਾਮਲੇ ਦੇ ਵਿੱਚ ਲੰਡਨ ਦਿੱਲੀ ਤੋਂ ਬਾਅਦ ਦੂਜਾ ਵੱਡਾ ਸ਼ਹਿਰ ਹੈ। ਜਾਨੀ ਦਿੱਲੀ 'ਚ ਪ੍ਰਤੀ ਵਰਗ ਕਿਲੋਮੀਟਰ ਵਰਗ ਮੀਟਰ ਨਹੀਂ, ਜਾਨੀ 1 ਕਿਲੋਮੀਟਰ ਦੇ ਏਰੀਏ 'ਚ ਦਿੱਲੀ 'ਚ 1826 CCTV ਕੈਮਰੇ ਨੇ, ਜਦੋਂ ਕਿ ਲੰਡਨ ਦੇ ਵਿੱਚ 1 ਕਿਲੋ ਵਰਗ ਮੀਟਰ ਦੇ ਵਿੱਚ 1138 ਕੈਮਰੇ ਨੇ। ਤੁਸੀਂ ਹਿਸਾਬ ਲਾ ਲਓ ਕਿ ਦਿੱਲੀ ਦੇ ਵਿੱਚ ਲੰਡਨ ਦੇ ਨਾਲੋਂ 700 ਦੇ ਕਰੀਬ ਕੈਮਰੇ ਜ਼ਿਆਦਾ ਨੇ, 690-92 ਦੇ ਕਰੀਬ ਕੈਮਰੇ ਦਿੱਲੀ 'ਚ ਜ਼ਿਆਦਾ ਨੇ 1 ਕਿਲੋਮੀਟਰ 'ਚ, ਡੂਢਾ ਹੀ ਹੋ ਗਿਆ ਤਕਰੀਬਨ। ਸੋ ਇਸ ਸੰਬੰਧੀ ਜਿਹੜਾ ਹੈਗਾ ਸਾਰੇ ਸ਼ਹਿਰਾਂ ਦੀ ਮੈਂ ਰਿਪੋਰਟ ਦੇ ਦਿਆਂ ਕਿ ਇਹਦੇ 'ਚ ਇਹ ਹੈ ਕਿ ਇੱਕ ਪਾਸੇ ਤਾਂ ਸਾਡੇ ਹਾਲਾਤ ਇਹ ਨੇ ਕਿ ਸਾਡੇ ਕੋਲ ਆਮਦਨ ਦੇ ਸਾਧਨ ਨਹੀਂ ਹੈ, ਬੁਰਾ ਹਾਲ ਬੌਂਕੇ ਦਿਹਾੜੇ ਨੇ, ਤੇ ਦੂਜੇ ਪਾਸੇ ਸਾਨੂੰ ਕਲੋਜ਼ ਸਰਕਟ ਕੈਮਰੇ ਲਾਉਣੇ ਪੈ ਗਏ ਨੇ। ਅਰਾਜਕਤਾ ਇੰਨੀ ਹੈ, ਬੇਵਿਸ਼ਵਾਸੀ ਇੰਨੀ ਹੈ, ਇਮਾਨਦਾਰੀ ਨਹੀਂ ਹੈ, ਚੋਰੀ ਚਕਾਰੀ ਇੰਨੀ ਹੈ, ਸੇਫਟੀ ਨਹੀਂ ਹੈ। ਇਹ ਸਾਡੀ ਤਸਵੀਰ ਹੈ। ਸਵਾਗਤ ਜੀ, ਵੈਲਕਮ। ਹੈਲੋ ਭਾਈਜਾਨ, ਨਹੀਂ ਕੱਟ ਗਿਆ। ਸੋ ਇਸ ਸੰਬੰਧੀ ਭਾਰਤ ਦੇ ਵਿੱਚ 1 ਕਿਲੋਮੀਟਰ ਦੇ ਵਿੱਚ 1826 ਕੈਮਰੇ, ਲੰਡਨ ਦੇ ਵਿੱਚ 1138 ਤੇ ਤੀਜਾ ਵੱਡਾ ਸ਼ਹਿਰ ਹੈ ਚੇਨਈ, 609 ਕੈਮਰੇ, ਤੇ ਚੌਥਾ ਵੱਡਾ ਸ਼ਹਿਰ ਹੈ ਚੀਨ ਦਾ ਸ਼ੇਜ਼ਨ ਸਿਟੀ ਹੈ ਜਿਸ ਦੇ ਵਿੱਚ 1 ਕਿਲੋਮੀਟਰ ਦੇ ਵਿੱਚ 520 ਕੈਮਰੇ, ਤੇ 5ਵੇਂ ਨੰਬਰ ਤੇ ਹੈ ਚੀਨ ਦਾ ਸ਼ਹਿਰ ਵੁਕਸੀ 427 ਕੈਮਰੇ, 6ਵੇਂ ਨੰਬਰ ਤੇ ਵੀ ਚੀਨ ਦਾ ਸ਼ਹਿਰ ਹੈ ਵਿਗਦਾਂਗੋ 415 ਕੈਮਰੇ, ਤੇ 7ਵੇਂ ਨੰਬਰ ਤੇ ਸ਼ੰਘਾਈ ਹੈ 1 ਕਿਲੋਮੀਟਰ 408 ਕੈਮਰੇ, 8ਵੇਂ ਨੰਬਰ ਤੇ ਹੈ ਸਿੰਗਾਪੁਰ 387 ਕੈਮਰੇ, 9ਵੇਂ ਨੰਬਰ ਤੇ ਫੇਰ ਚੀਨ, 10ਵੇਂ ਤੇ ਵੁਹਾਨ ਕਰੋਨਾ ਵਾਲਾ 339 ਕੈਮਰੇ। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਹਾਂਜੀ ਹਾਂਜੀ, ਗੱਲ ਕਰੋ ਪਲੀਜ਼। ਸਤਿ ਸ਼੍ਰੀ ਅਕਾਲ। ਡਰਾਈਵਰਾਂ ਪਰ ਸਾਪਾ ਤੋਂ ਜਾਂਦੀ ਨਹੀਂ ਪਰਾਂ ਜੀ। ਧੰਨਵਾਦ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ। ਮੈਂ ਸੁਣਦਾ ਸੀਗਾ ਤਰੀਕ ਤੇ ਜਾਣਾ, ਮੈਂ ਕਹਿੰਦਾ ਸੀਗਾ ਵੀ ਕਹਿੰਦੇ ਮੈਂ ਪ੍ਰੋਗਰਾਮ ਤੁਹਾਡਾ ਉੱਥੇ ਸੁਣਾ ਦਿੰਦਾ ਟੂਟ ਪਲਾਜੇ ਤੇ। ਅੱਛਾ ਅੱਛਾ, ਮੇਰੇ ਨਾਤੇ ਦੇ ਬੰਦੇ ਬਹੁਤ ਜੁੜੇ ਨੇ ਤੁਹਾਡੇ ਨਾਲ। ਥੈਂਕ ਯੂ। ਨੂੰ ਜੁੜੂਗੀ ਮੇਰੀ, ਮੈਂ ਨੰਬਰ ਦਿੱਤਾ ਅੱਜ ਉਹਨੂੰ। ਥੈਂਕ ਯੂ ਥੈਂਕ ਯੂ ਤੁਹਾਡਾ ਨਾਲ। ਮਿਹਰਬਾਨੀ ਬਾਠਾ ਸਾਹਿਬ, ਥੈਂਕ ਯੂ। ਬਾਠਾ ਤੋਂ ਬਾਈ ਜੀ ਨੇਤਰ ਸਿੰਘ ਜੁੜੇ ਸਨ। ਸੋ ਬੇਨਤੀ ਹੈ ਕਿ ਜਰੂਰ ਜੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਅੱਗੇ ਸ਼ੇਅਰ ਕਰਿਆ ਕਰੋ। ਉਸ ਤੋਂ ਬਾਅਦ 11ਵੇਂ 12ਵੇਂ ਨੰਬਰ ਤੇ ਆਉਂਦਾ ਸਿਓਲ ਕੋਰੀਆ ਦਾ 331 ਕੈਮਰੇ, 13ਵੇਂ ਨੰਬਰ ਤੇ ਫੇਰ ਆਉਂਦਾ ਜਿਓਮੈਨ ਚੀਨ ਦਾ 228, 14ਵੇਂ ਨੰਬਰ ਤੇ ਰੂਸ ਆਉਂਦਾ 210 ਕੈਮਰੇ, ਤੇ ਇਸੇ ਦੌਰਾਨ 15ਵੇਂ ਨੰਬਰ ਤੇ ਆਉਂਦਾ ਅਮਰੀਕਾ ਦਾ ਸ਼ਹਿਰ ਨਿਊਯਾਰਕ, ਜਿਸ ਦੇ ਕੋਲ ਤਕਰੀਬਨ 1 ਕਿਲੋਮੀਟਰ ਚ ਨਿਊਯਾਰਕ ਦੇ ਵਿੱਚ ਕੈਮਰੇ ਪਤਾ ਕਿੰਨੇ ਆ? 193 1 ਕਿਲੋਮੀਟਰ ਚ, ਤੇ ਸਾਡੇ ਕਿੰਨੇ ਨੇ? 1826। ਢਿੱਡੋਂ ਭੁੱਖੀ ਬਾਂਸੀ ਵਾਲੇ ਨਾਲ ਗੱਲਾਂ ਹੈ ਨਾ, ਢਿੱਡੋਂ ਭੁੱਖੇ ਮੁੱਛ ਤੇ ਚੌਲ, ਇਹ ਕੰਮ ਹੈ ਸਾਡੇ। ਤੇ ਇਸ ਕਰਕੇ ਫਿਰ ਤਾਇਵਾਨ ਆਉਂਦਾ, ਤਿਊਆਨ ਚੀਨ ਦਾ ਸ਼ਹਿਰ ਆਉਂਦਾ, ਤੇ ਫਿਰ 15ਵੇਂ 16ਵੇਂ ਨੰਬਰ ਤੇ ਫਿਰ ਇੰਡੀਆ
157 ਕੈਮਰੇ 1 ਕਿਲੋਮੀਟਰ ਏਰੀਏ 'ਚ। ਤੁਸੀਂ ਹਿਸਾਬ ਲਾ ਲਓ ਕਿ ਇਹ ਸਾਡੀ ਫੇਲੀਅਰ ਹੈ। ਮੈਂ ਇਹ ਨਹੀਂ ਕਹਾਂਗਾ ਕਿ ਸਾਡੀ ਭਰੋਸੇਯੋਗਤਾ। ਹਾਲਾਂਕਿ ਮੈਂ ਪਿਛਲੇ ਦਿਨ 1-2 ਪਿੰਡਾਂ 'ਚ ਗਿਆ, ਕੋਈ ਕੇਸ ਕੂਸ ਜਿਹਾ ਸੀਗਾ ਯਾਰ। ਆਮ ਘਰਾਂ 'ਚ ਲੋਕੀ ਨਾ CCTV ਕੈਮਰੇ ਲਾਈ ਬੈਠੇ ਆ, ਪਰ ਮੇਰੇ ਘਰ 'ਚ ਅਜੇ CCTV ਕੈਮਰਾ ਨਹੀਂ ਲਾਇਆ। ਮੈਂ ਇਹ ਨਹੀਂ ਕਿ ਅਫੋਰਡ ਨਹੀਂ ਕਰ ਸਕਦੇ, ਪ੍ਰੋਬਲਮ ਹੀ ਨਹੀਂ ਹੈ, ਕੋਈ ਗੱਲ ਨਹੀਂ ਯਾਰ, ਠੀਕ ਹੈ, ਚੱਲਦਾ। ਸੋ ਹਾਲਾਤ ਇਹ ਬਣ ਗਏ ਨੇ ਕਿ ਪ੍ਰਾਈਵੇਸੀ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ, ਜਾਂ ਮਜਬੂਰੀ ਬਣ ਗਈ ਹੈ ਲੋਕਾਂ ਦੀ। ਮਤਲਬ ਮੈਂ ਹੈਰਾਨ ਕਿ ਪਿੰਡਾਂ 'ਚ ਘਰੇ ਕਾਰ ਨਹੀਂ ਹੈ ਪਰ ਕੈਮਰਾ ਲਾਇਆ ਹੋਇਆ। ਮੈਂ ਪੁੱਛਿਆ ਕਿਉਂ? ਕਹਿੰਦੇ ਜੀ ਪੁੱਛੋ ਕੁਛ ਨਾ, ਚੋਰੀਆਂ ਚਕਾਰੀਆਂ ਇੰਨੀਆਂ ਹੋ ਗਈਆਂ, ਇਹ ਨਹੀਂ ਪਤਾ ਕੋਈ ਕੀ ਸਿੱਟ ਜਾਵੇ, ਬੰਨੀ ਦੇ ਮਰ ਜਾਾਂਗੇ। ਕਹਿੰਦੇ ਕੋਈ ਮਾੜਾ ਜਿਹਾ ਡੋਲੂ ਬਾਹਰ ਰੱਖਦੀ, ਉਹ ਚੋਰੀ, ਫਲਾਂ ਚੀਜ਼ ਉਹ ਚੋਰੀ। ਮਤਲਬ ਪਿੰਡਾਂ 'ਚ ਕੈਮਰੇ ਲੱਗਣੇ ਸ਼ੁਰੂ ਹੋ ਗਏ ਜਦ ਨੂੰ ਕਹਿੰਦੇ ਸੀ ਪਿੰਡਾਂ 'ਚ ਰੱਬ ਵਸਦਾ। ਮੈਂ ਹੈਰਾਨ ਰਹਿ ਗਿਆ ਵੇਖ ਕੇ ਘਰ ਦੀ ਸਥਿਤੀ ਤੇ CCTV ਕੈਮਰੇ ਲੱਗੇ ਹੋਏ। ਮਤਲਬ ਜਿਹੜੇ ਲੋੜੀਂਦੇ ਸਾਧਨ ਹੈ, AC ਜਾਂ ਹੋਰ ਚੀਜ਼ਾਂ ਨਹੀਂ ਹੈ, ਪਰ CCTV ਕੈਮਰਾ ਲਾਇਆ ਹੋਇਆ ਪਿੰਡਾਂ 'ਚ। ਮੈਂ ਯਾਰ ਤੁਹਾਨੂੰ ਕੀ ਲੋੜ ਹੈ ਵੀ ਤੁਹਾਡੀ? ਕਹਿੰਦੇ ਜੀ ਬਹੁਤ ਬੁਰਾ ਹਾਲ ਹੈ। ਇਹ ਮਤਲਬ ਸਾਡਾ ਸਿਸਟਮ ਬਣ ਗਿਆ। ਕਦੇ ਕਹਿੰਦੇ ਸੀ ਆ ਸਾਡੇ ਵੇਖਦਿਆਂ ਦੀਆਂ ਗੱਲਾਂ ਨੇ। ਮਤਲਬ ਕਾਲਜ ਤੱਕ ਜਦੋਂ ਤੱਕ ਪੜ੍ਹਦੇ ਰਹੇ ਆ, ਪਿੰਡ ਵਾਲੇ ਘਰ ਨੂੰ ਜਦੋਂ ਵੇਖਿਆ ਕੁੰਡੇ ਨਹੀਂ ਸੀ ਲਾਏ ਹੁੰਦੇ ਲੋਕਾਂ ਦੇ, ਜਿੰਦਾ ਲਾ ਕੇ ਨਹੀਂ ਸੀ ਜਾਂਦੇ, ਉਦੋਂ ਹੀ ਬਾਹਰ ਭਿੜ ਕੇ ਚਲੇ ਜਾਂਦੇ ਸੀ ਜਾਂ ਗੇਟ ਖੁੱਲ੍ਹਾ ਛੱਡ ਕੇ ਚਲੇ ਜਾਂਦੇ ਸੀਗੇ। ਕੋਈ ਇਸ ਤਰ੍ਹਾਂ ਦਾ ਡਰ ਭਾਵ ਹੀ ਨਹੀਂ ਸੀਗਾ। ਪਰ ਹੁਣ ਤੁਸੀਂ ਵੇਖੋ ਕਿ ਪਿੰਡਾਂ 'ਚ ਵੀ CCTV ਕੈਮਰੇ ਲੱਗੇ ਨੇ। ਸਥਿਤੀ ਸਾਡੀ ਇਹ ਬਣ ਰਹੀ ਹੈ। ਦੂਸਰੇ ਪਾਸੇ ਆਖਰੀ ਰਿਪੋਰਟ ਬ੍ਰਿਟੇਨ ਦੀ ਪੇਸ਼ ਕਰਾਂਗੇ ਕਿ ਇਸ ਮੁਤਾਬਕ ਜਿਹੜੇ ਨੇ ਸਥਿਤੀ ਕੀ ਬਣ ਰਹੀ ਹੈ। ਬ੍ਰਿਟੇਨ ਦੇ ਵਿੱਚ 1 ਲੱਖ ਡਰਾਈਵਰਾਂ ਦੀ ਕਮੀ ਹੈ। ਟਰੱਕਾਂ ਦੇ ਵਿੱਚ ਸਮਾਨ ਨਹੀਂ ਆ ਰਿਹਾ। ਸੁਪਰ ਬਾਜ਼ਾਰ, ਰੈਸਟੋਰੈਂਟ, ਮਿਲਕਸ਼ੇਕ ਤੇ ਮਠਿਆਈ ਤੱਕ ਖਤਮ ਹੋ ਚੁੱਕਿਆ। ਸਥਿਤੀ ਇਹ ਬਣ ਰਹੀ ਹੈ ਬ੍ਰਿਟੇਨ ਦੇ ਵਿੱਚ, ਡਰਾਈਵਰਾਂ ਦੀ ਕਮੀ ਹੈ। ਭਾਈ ਸਾਡੇ ਲੈ ਜਾਓ, ਬਹੁਤ ਲੋਕ ਲੋੜਵੰਦ ਨੇ। ਸਵਾਗਤ ਹੈ ਜੀ ਤੁਹਾਡਾ, ਵੈਲਕਮ ਆਸਟ੍ਰੇਲੀਆ ਵਾਲਿਓ। ਸਤਿ ਸ਼੍ਰੀ ਅਕਾਲ ਟਵਾਣਾ ਜੀ, ਰਵਿੰਦਰ ਬੋਲ ਰਿਹਾ ਮੈਲਬਰਨ ਤੋਂ। ਹਾਂਜੀ ਰਵਿੰਦਰ ਜੀ, ਕੀ ਹਾਲ ਚਾਲ ਹੈ? ਬੜੀ ਦੇਰ ਬਾਅਦ। ਰਵਿੰਦਰ 2 ਨੇ ਮਿੱਤਰ ਮੇਰੇ, ਇੱਕ ਪਟਿਆਲੇ ਵਾਲੇ ਨੇ, ਇੱਕ ਦੂਜੇ ਹੋ। ਨਹੀਂ, ਅਸੀਂ ਇਧਰੋਂ ਸ਼ਾਹਕੋਟ ਵੱਲੋਂ ਆ। ਅੱਛਾ, ਸ਼ਾਹਕੋਟ ਵਾਲੇ। ਹਾਂਜੀ ਰਵਿੰਦਰ, ਵੈਲਕਮ। ਪਟਿਆਲੇ ਤੋਂ ਨੇ ਜੀ। ਫੋਨ ਤੇ ਨਹੀਂ ਕੀਤਾ, ਬਾਕੀ ਤੁਹਾਨੂੰ ਸੁਣਦਿਆਂ ਨੂੰ ਕਾਫੀ ਚਿਰ ਹੋ ਗਿਆ। ਜੀ ਜੀ ਰਵਿੰਦਰ, ਵੈਲਕਮ। ਪਹਿਲਾਂ ਮੈਂ ਵੀ ਸੁਣ ਰਿਹਾ ਜੀ। ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਹਾਡਾ, ਜੋ ਤੁਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ। ਇਹ ਕਿਆ ਬਾਤਾਂ ਵੀ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਤੁਸੀਂ ਮਿਹਰਬਾਨੀ, ਤੁਹਾਡਾ ਸਹਿਯੋਗ ਹੈ। ਜੀ ਜੀ। ਤੇ ਬਾਕੀ ਤੁਸੀਂ ਗੱਲ ਕਰ ਰਹੇ ਸੀ ਜਿਹੜੀ ਪੇਨ ਕਿਲਰ ਦੀ, ਉਹਦੇ ਬਾਰੇ ਮੈਂ ਗੱਲ ਕਰਨੀ ਸੀ। ਵੀ ਇੱਥੇ ਹੁਣ ਆਸਟ੍ਰੇਲੀਆ, ਮੈਲਬਰਨ ਜੋ ਵੀ ਸਾਡੇ 2 ਬੇਬੀ ਹੋਏ ਆ। ਪਹਿਲੇ ਬੇਬੀ ਵਾਰੀ ਜਿਹੜੀ ਵਾਈਫ ਮੇਰੀ ਮਿੰਟਾਂ ਕਰਦੀ, ਜਿਹੜੀ ਪੇਨ ਇੰਨੀ ਹੁੰਦੀ ਸੀ, ਮਿੰਟਾਂ ਕਰਕੇ ਥੱਕ ਗਈ ਵੀ ਮੈਨੂੰ ਦੇ ਦਿਓ ਕੁਛ ਪੇਨ ਕਿਲਰ। ਉਹਨਾਂ ਬਿਲਕੁਲ ਨਹੀਂ ਕੁਛ ਦਿੱਤਾ। ਅੱਛਾ ਜੀ। ਜਾਣੀ ਕਿ ਉਹ ਹਾਂਜੀ, ਜਾਣੀ ਕਿ ਇੰਨੀ ਕੇਅਰ ਕਰਦੇ ਆ। ਇਹ ਨਹੀਂ ਵੀ ਤੁਸੀਂ ਮਾੜਾ ਜਿਹਾ ਮੰਗਿਆ ਵੀ ਸਾਨੂੰ ਉਸੇ ਵੇਲੇ ਦੇ ਦੇਣਾ ਇਹਨਾਂ ਨੇ ਜੋ ਵੀ ਪੇਨ ਕਿਲਰ ਆ। ਤੇ ਬਾਕੀ ਹਰੇਕ ਆਪੋ ਆਪਣਾ ਕੋਈ ਹੁੰਦਾ ਜੀ। ਬਾਕੀ ਹਾਂ, ਥੋੜਾ ਜਿਹਾ ਸਮਰੱਥਾ ਰਵਿੰਦਰ ਬਾਈ ਜੀ ਵਧਾਉਣੀ ਚਾਹੀਦੀ ਹੈ, ਖਾਸ ਕਰਕੇ ਪ੍ਰੈਗਨੈਂਸੀ ਦੇ ਦੌਰਾਨ। ਜਦੋਂ ਬੱਚੇ ਨੂੰ ਜਨਮ ਦੇਣਾ ਤੇ ਉਦੋਂ ਬਹੁਤ ਤੁਹਾਨੂੰ ਜ਼ਿਆਦਾ ਸਿਹਤ ਵਧੀਆ ਬਣਾ ਲਓ ਕਿ ਦਰਦ ਝੱਲਣ ਜੋਗੇ ਹੋਵੋ। ਹੁਣ ਮਾਫ ਕਰਨਾ, 35 ਕਿਲੋ ਦੀ ਤਾਂ ਲੜਕੀ ਮਾਂ ਬਣ ਜਾਂਦੀ ਹੈ, ਉਹ ਵਿਚਾਰੀ ਕਿੱਥੋਂ ਬੱਚੇ ਨੂੰ ਫੀਡ ਦੇ ਲੂਗੀ, ਕਿੱਥੋਂ ਸਾਂਭ ਲੂਗੀ ਦਰਦ, ਹੈ ਨਾ। ਤੇ ਉਹਦੇ ਲਈ ਬਹੁਤ ਸਮਰੱਥ ਹੋਣਾ ਚਾਹੀਦਾ ਜਦੋਂ ਤੁਸੀਂ ਮਾਂ ਬਣਨਾ ਜੀ। ਹਾਂਜੀ ਹਾਂਜੀ, ਉਹੀ ਗੱਲ ਆ। ਤੇ ਥੈਂਕ ਯੂ। ਬਾਕੀ ਆਪੋ ਆਪਣਾ ਸਰੀਰ ਹੁੰਦਾ ਜੀ। ਥੈਂਕ ਯੂ, ਮਿਹਰਬਾਨੀ, ਥੈਂਕ ਯੂ ਰਵਿੰਦਰ ਜੀ। ਗੱਲ ਇਹ ਨਹੀਂ ਕਿ ਆਪੋ ਆਪਣਾ ਸਰੀਰ ਹੁੰਦਾ। ਜੇ ਅਸੀਂ ਬੱਚੇ ਦੀ ਪਰਵਰਿਸ਼ ਦੇ ਵਕਤ, ਮੈਂ ਕਹਿੰਦਾ ਹੁੰਦਾ ਨਾ ਕਿ ਬਹੁਤ ਸਟਰੋਂਗ ਹੋਣਾ ਚਾਹੀਦਾ। ਤੇ ਇਸ ਕਰਕੇ ਆਪਣੇ ਇੱਕ ਸਪਾਂਸਰ ਨੇ ਤੇ ਉਹਨਾਂ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਕੰਮ ਬਾਅਦ 'ਚ, ਪਹਿਲਾਂ ਬੱਚਿਆਂ ਦੀ ਪਰਵਰਿਸ਼ ਹੈ। ਕੰਮ ਭਾਵੇਂ ਘੱਟ ਹੋ ਜੇ। ਸੋ ਇਸ ਕਰਕੇ ਤੁਸੀਂ ਕਿਉਂਕਿ ਆਪਣਾ ਖਾਨਦਾਨ ਅੱਗੇ ਵਧਾਉਣਾ ਹੈ, ਉਸ ਦੌਰਾਨ ਖਾਣ ਪੀਣ ਤੋਂ ਤਾਂ ਤੁਸੀਂ ਕਿਰਸ ਕਰੋ ਹੀ ਨਾ। ਨੈਪੋਲੀਅਨ ਕਹਿੰਦਾ ਸੀ ਤੁਸੀਂ ਸਟਰੋਂਗ, ਸਿਆਣੀਆਂ, ਤਾਕਤਵਰ, ਸਮਰੱਥ ਮਾਵਾਂ ਪੈਦਾ ਕਰੋ, ਦੁਨੀਆ ਤੁਹਾਨੂੰ ਮੈਂ ਜਿੱਤ ਕੇ ਦਿਖਾਵਾਂਗਾ। ਜੇ ਮਾਂ ਹੀ ਵਿਚਾਰੀ 30 ਕਿਲੋ ਦੀ ਹੈ ਤੇ ਕੀ ਨਿਆਣਾ ਪੈਦਾ ਕਰ ਦੂ ਉਹ? ਕੀ ਜੇ ਮਾਂ ਬੱਚੇ ਨੂੰ ਫੀਡ ਹੀ ਨਹੀਂ ਦੇ ਸਕਦੀ, ਦੁੱਧ ਹੀ ਨਹੀਂ ਪਿਆ ਸਕਦੀ, ਉਹ ਕਿੱਥੇ ਸੂਰਮਾ ਬਣ ਜਾਏਗਾ? ਬੋਤਲਾਂ ਦੇ ਪਲ ਕੇ ਉਹ ਸੂਰਮਾ ਬਣ ਜੂ।
ਦੂਸਰਾ, ਜਦੋਂ ਮਾਂ ਬਣਦੀ ਹੈ ਨਾ ਤੁਹਾਡੀ ਵਾਈਫ, ਤੇ ਤੁਹਾਡੀਆਂ ਜ਼ਿੰਮੇਵਾਰੀਆਂ ਡਬਲ ਨੇ। ਆ ਨਿੱਤ ਦਾ ਕਾਟੋ ਕਲੇਸ਼, ਦਾਰੂ ਪੀ ਕੇ ਆਉਣਾ, ਉਹਨਾਂ ਨੂੰ ਸੈਕਸ ਸੰਬੰਧਾਂ ਲਈ ਮਜਬੂਰ ਕਰਨਾ, ਇਹ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਦੌਰਾਨ ਜਿੰਨੀਆਂ ਤੁਹਾਡੀਆਂ ਹਸਬੈਂਡ ਵਾਈਫ ਦੀਆਂ ਪਰਸਨਲ ਐਕਟੀਵਿਟੀਜ਼ ਹੋਣਗੀਆਂ ਨਾ, ਉਹ ਤੁਹਾਡੇ ਬੇੜਾ ਗਰਕ ਕਰਨਗੀਆਂ। ਸੋ ਇਸ ਕਰਕੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਰਾਮ ਬਾਬਾ ਮਾਣੂਕੇ ਜੀ, ਸਵਾਗਤ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਆਪਾਂ ਚੱਲ ਰਿਹਾ ਜੀ ਮੈਡੀਸਨ ਬਾਰੇ ਜੀ। ਬਾਕੀ ਸਰ ਧੰਨਵਾਦ ਤੁਹਾਡਾ। ਤੇ ਬਾਕੀ ਸਰ ਅੱਜ ਕੱਲ੍ਹ ਜੀ ਪਿੰਡਾਂ ਵਿੱਚ ਚੋਰੀਆਂ ਜ਼ਿਆਦਾ ਵੱਧ ਰਹੀਆਂ ਕੁਝ, ਜਾਂ ਵੋਟਾਂ ਵਾਲੀ ਰੁੱਤ ਕਹਿ ਦਿਓ ਜੀ, ਪ੍ਰਸ਼ਾਸਨ ਨੇ ਥੋੜੀ ਢਿੱਲ ਦਿਖਾਈ ਆ। ਜਾਣੀ ਕਿ ਹੈ ਤਾਂ ਚੋਰ ਹੈਗੇ ਛੋਟੇ ਮੋਟੇ ਹੀ, ਲੇਕਿਨ ਹੈ ਬਹੁਤ ਜ਼ਿਆਦਾ ਜੀ ਪ੍ਰੋਬਲਮ ਇਹ। ਤਾਂ ਹੀ ਸੀਸੀਟੀਵੀ ਕੈਮਰੇ ਬਾਈ ਜੀ ਪਿੰਡਾਂ 'ਚ ਲੱਗੇ, ਮੈਂ ਬਹੁਤ ਜ਼ਿਆਦਾ ਜੀ, ਲੋਕਾਂ ਦੇ ਆਮ ਘਰਾਂ 'ਚ ਲੱਗੇ ਆ, ਹਰੇਕ ਦੇ ਯਾਰ ਕਿ 5-5 7-7 ਕੈਮਰੇ ਲੱਗੇ ਆ। ਲੇਕਿਨ ਦਰਅਸਲ ਹੁਣ ਥੋੜਾ ਪ੍ਰਸ਼ਾਸਨ ਵੀ ਥੋੜਾ ਜਿਹੀ ਢਿੱਲ ਵਰਤ ਰਿਹਾ, ਤੇ ਉਹਦੇ ਕਰਕੇ ਸਰ ਚੋਰੀਆਂ ਚਕਾਰੀਆਂ ਬਹੁਤ ਜ਼ਿਆਦਾ ਆਏ ਗਿਆ। ਕੋਈ ਪਸ਼ੂ ਖੋਲ ਕੇ ਲੈ ਗਿਆ, ਕੋਈ ਬੱਕਰੀ ਚੋਰ, ਏਦਾਂ ਦੇ ਚੋਰ ਥੋੜੇ ਜਿਹੇ ਜ਼ਿਆਦੇ ਆ। ਮੋਟਰ ਦੀਆਂ ਕੇਬਲਾਂ ਕੂਬਲਾਂ ਏਦਾਂ ਦੇ ਕਾਫੀ ਚੋਰ ਆ ਛੋਟੇ ਛੋਟੇ। ਜੀ ਜੀ, ਥੈਂਕ ਯੂ ਮਾਣੂਕੇ ਸਾਹਿਬ, ਥੈਂਕ ਯੂ। ਬਿਲਕੁਲ ਆ ਬੁਢਲਾਡਾ ਇਲਾਕੇ ਦੀਆਂ ਖਬਰਾਂ ਸੀ ਕਿ ਪਿੰਡ ਦੇ ਲੋਕਾਂ ਨੇ ਚੋਰਾਂ ਤੋਂ ਦੁਖੀ ਹੋ ਕੇ ਧਰਨਾ ਲਾਇਆ ਪੁਲਿਸ ਦੇ ਖਿਲਾਫ। ਮਤਲਬ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਰੋਬੀ ਮੰਝ ਜੀ ਜੁੜੇ ਨੇ ਇੱਕ ਆਸਟ੍ਰੇਲੀਆ ਤੋਂ, 2 ਸਰੋਤੇ ਨੇ, ਹੋਲਡ ਰੱਖਣਾ ਪਲੀਜ਼। ਰੋਬੀ ਮੰਝ, ਸਵਾਗਤ ਹੈ ਜੀ ਤੁਹਾਡਾ, ਆਪਣੇ ਸਬਸਕ੍ਰਾਈਬਰ ਵੀ ਨੇ। ਕੀ ਕਹਿਣਾ ਚਾਹੁੰਦੇ ਹੋ ਰੋਬੀ ਜੀ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੈਮਰਿਆਂ ਤੇ ਗੱਲ ਕਰਦੇ ਸੀ ਦਿੱਲੀ ਵਾਲਿਆਂ ਤੇ। ਇਹ ਕੈਮਰੇ ਤਾਂ ਇਹ ਚੋਰਾਂ ਤੇ ਲੱਗਦੇ, ਫਿਰ ਜੇ ਦਿੱਲੀ 'ਚ ਵੱਧ ਆ ਤੇ ਦਿੱਲੀ 'ਚ ਫਿਰ ਚੋਰ ਜ਼ਿਆਦੇ ਆ ਨਾ। ਤੇ ਸਾਡੇ ਇੱਥੇ ਵੀ ਸਟੋਰਾਂ ਤੇ ਉਹ ਕਹਿੰਦੇ ਉਹ ਇਹਨੂੰ ਜਿੱਦਾਂ ਕੰਪਲਾਈ ਤੇ ਅਗਲਾ ਲਾਉਂਦਾ ਸਟੋਰ ਵਾਲਾ ਹਨਾ, ਤੇ ਇਹ ਕੋਈ ਬੜਾ ਦੂਜਾ ਨਹੀਂ ਹੈਗਾ। ਜੀ ਜੀ, ਤੇ ਸਮਝਦੇ ਗੱਲ। ਤਾਂ ਬਾਕੀ ਉਹ ਜਿਹੜੀ ਪਹਿਲਾਂ ਗੱਲ ਚੱਲੀ ਸੀ ਗੰਨੇ ਚੂਪਣ ਵਾਲੀ, ਤੇ ਉਹ ਗੱਲ 100% ਸਹੀ ਆ, ਪਰ ਉਹ ਕਿੱਥੇ ਗਏ ਹੁਣ ਉਹ ਤਾਂ ਜਿੱਦਾਂ ਕਹਿ ਲਓ ਵੀ ਸ਼ਾਨ 'ਚ ਫਰਕ ਸਮਝਦੇ ਆ ਹਨਾ ਉਹ ਕੰਮਾਂ ਨੂੰ। ਹੁਣ ਟਾਈਮ ਇਹ ਜਿਹੜਾ ਚੇਂਜ ਹੋ ਗਿਆ ਸਾਰਾ। ਜੀ, ਥੈਂਕ ਯੂ ਰੋਬੀ ਜੀ, ਥੈਂਕ ਯੂ, ਮਿਹਰਬਾਨੀ। ਰੋਬੀ ਮੰਝ ਜੁੜੇ ਸਨ ਆਪਣੇ ਕੋਲ। ਉਹ ਤਾਂ ਗੱਲ ਦਰੁਸਤ ਹੈ। ਦੇਖੋ, ਟਾਈਮ ਨਹੀਂ, ਹੁਣ ਅਸੀਂ ਸੰਤਰੇ ਦਾ ਜੂਸ ਪੀਨੇ ਆ। ਮੈਂ ਸਮਝਦਾ ਉਹਦੇ ਨਾਲੋਂ ਜੇ ਤੁਸੀਂ 5 ਸੰਤਰਿਆਂ ਦੇ ਜੂਸ ਨਾਲੋਂ ਨਾ 1 ਸੰਤਰਾ ਖਾ ਲਓ, ਉਹਦਾ ਜਿਹੜਾ ਪਲਪ ਹੁੰਦਾ ਨਾ, ਉਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੈ। ਉਹ ਮੈਡੀਸਨ 'ਚ ਪੈਂਦਾ। ਅਸੀਂ ਪਲਪ ਦਾ ਚੱਕ ਕੇ ਬਾਹਰ ਨਾਲੀ 'ਚ ਸੁੱਟ ਦਿੰਦੇ ਆ, ਜੂਸ ਪੀ ਲੈਂਦੇ ਆ। ਜਦੋਂ ਤੁਸੀਂ ਉਹਨੂੰ ਚੱਬਦੇ ਹੋ, ਤੁਹਾਡੇ ਮੂੰਹ 'ਚੋਂ ਜਿਹੜਾ ਸਲਾਈਵਾ ਬਣਦਾ, ਉਹ ਸੰਤਰੇ ਦੇ ਨਾਲ ਮਿਲ ਕੇ ਇੱਕ ਕੈਮੀਕਲ ਜਿਹੜਾ ਕ੍ਰੀਏਟ ਹੁੰਦਾ, ਤੁਹਾਡੇ ਲਈ ਬਹੁਤ ਗੁੱਡ ਹੈ। ਜਿਹਨੂੰ ਆਪਾਂ ਕਹਿੰਦੇ ਆ ਕਿ ਫਲਾਣੀ ਚੀਜ਼ ਵੇਖ ਕੇ ਮੂੰਹ 'ਚ ਪਾਣੀ ਆ ਗਿਆ। ਜਿਹੜਾ ਤੁਸੀਂ ਜੂਸ ਬਿਨਾਂ ਮੂੰਹ 'ਚ ਰੱਖਿਆ ਜੂਸ ਪੀਓ, 5-4 ਮਿੰਟ ਤਾਂ ਨਹੀਂ, ਘੱਟੋ ਘੱਟ 10 ਮਿੰਟ ਤਾਂ ਲਾਓ ਜੂਸ ਪੀਣ ਲੱਗਿਆ। ਜਿਹੜਾ ਤੁਸੀਂ ਡਕ ਕਰਕੇ, ਅੱਛਾ ਫਿਰ ਪੀਂਦੇ ਪਾਈਪ ਨਾਲ ਨੇ, ਸਲਾਈਵਾ ਤਾਂ ਜਾਂਦਾ ਹੀ ਨਹੀਂ, ਸਿੱਧਾ ਗਲ 'ਚ। ਜਦੋਂ ਤੁਸੀਂ ਵੇਖੋ ਕਿ ਜੂਸ ਨੂੰ ਤੁਸੀਂ 2 ਮਿੰਟ ਮੂੰਹ 'ਚ ਰੱਖੋ, ਤੁਸੀਂ ਵੇਖੋ ਕਿ ਤੁਹਾਡੇ ਮੂੰਹ 'ਚ ਕੀ ਰਿਐਕਸ਼ਨ ਹੁੰਦਾ। ਜਿਹਨੂੰ ਕਹਿੰਦੇ ਨੇ ਵੇਖ ਕੇ ਮੂੰਹ 'ਚ ਪਾਣੀ ਆ ਗਿਆ, ਉਹ ਪਾਣੀ ਤਾਂ ਤੁਸੀਂ ਆਉਣ ਹੀ ਨਹੀਂ ਦਿੰਦੇ। ਹਾਲਾਤ ਤਾਂ ਇਹ ਹੋ ਗਈ ਹੈ ਸਾਡਾ ਪੇਸ਼ੈਂਸ ਲੈਵਲ। ਆ ਕੱਲ ਹੋਇਆ ਕਿ ਕਿੱਟੀ ਪਾਰਟੀ 'ਚ ਗੋਲੀ ਚੱਲੀ ਗੁਰੂ ਹਰਸਹਾਏ ਫਿਰੋਜ਼ਪੁਰ ਦੇ ਵਿੱਚ। ਇੱਥੇ ਬਾਦਸ਼ਾਹ ਰਿਜ਼ੋਰਟ ਹੈ, ਉੱਥੇ ਆਇਆ ਹਰ ਬੰਦਾ, ਜਾਂ ਹੋਟਲ ਵਾਲੇ ਵੀ ਆਪਣੇ ਆਪ ਨੂੰ ਬਾਦਸ਼ਾਹ ਮਹਿਸੂਸ ਕਰਦੇ ਨੇ, ਤੇ ਜਿਹੜੇ ਪਾਰਟੀ ਕਰ ਰਹੇ ਨੇ ਉਹ ਵੀ ਆਪਣੇ ਆਪ ਨੂੰ ਬਾਦਸ਼ਾਹ ਮਹਿਸੂਸ ਕਰ ਰਹੇ ਨੇ। ਠੰਡੀ ਰੋਟੀ ਤੋਂ ਤਕਰਾਰ ਹੋਇਆ। ਮਹਾਜਨਾਂ ਦੀ ਪਾਰਟੀ ਸੀ, ਕਿੱਟੀ ਪਾਰਟੀ ਸੀ। ਇਸ ਦੌਰਾਨ ਸੁਨਿਆਰੇ ਦਾ ਕੰਮ ਕਰਦੇ ਰਜੇਸ਼ ਕੁਮਾਰ ਨੂੰ ਹੋਟਲ ਮਾਲਕ ਨੇ ਗੋਲੀ ਮਾਰ ਦਿੱਤੀ। ਹੋਟਲ ਮਾਲਕ ਦਾ ਨਾਂ ਹੈਗਾ ਹੈਪੀ ਬਿੰਦਰਾ। ਹੈਪੀ ਹੋਰੀ ਇਸ ਗੱਲ ਤੋਂ ਸੈਡ ਹੋ ਗਏ ਕਿ ਰਜੇਸ਼ ਕਹਿੰਦਾ ਰੋਟੀ ਠੰਡੀ ਆ ਤੁਹਾਡੀ। ਜਿਹਦਾ ਨਾਂ ਹੈਪੀ ਹੋਵੇ ਤੇ ਉਹ ਸੈਡ ਤੱਕ ਹੀ ਉਹ ਹਾਈਪਰ ਹੋ ਗਿਆ। ਹੈਪੀ ਬਿੰਦਰਾ ਨੇ ਠਾਹ ਮਾਰੀ ਗੋਲੀ ਤੇ ਰਜੇਸ਼ ਦਾ ਕਤਲ ਕਰ ਦਿੱਤਾ। ਤੇ ਜਿਹੜੀ ਉਹਦੀ ਪਤਨੀ ਸੀ ਰਜੇਸ਼ ਦੀ, ਉਹਦੇ ਵੀ ਗੋਲੀ ਲੱਗੀ। ਇਹਦੇ ਸਿਰ ਚੋਂ ਲੰਘ ਕੇ ਗੋਲੀ ਉਹ ਦੂਜੇ ਦੀ ਪਤਨੀ ਦੇ ਜਿਹੜੀ ਆ ਲੰਘ ਗਈ। ਸੋ 2 ਦਿਨ ਬਾਅਦ ਰਜੇਸ਼ ਨੇ ਨਵੇਂ ਸ਼ੋਰੂਮ ਦਾ ਉਦਘਾਟਨ ਕਰਨਾ ਸੀ। ਰਜੇਸ਼ ਕੁਮਾਰ ਟੈਂਕਾ ਸੁਨਿਆਰ ਦਾ ਕੰਮ ਕਰਦਾ ਸੀ ਤੇ ਜਵੈਲਰੀ ਦੀ ਦੁਕਾਨ ਸੀ, ਤੇ ਨਵੇਂ ਸ਼ੋਰੂਮ ਦਾ ਉਦਘਾਟਨ ਕਰਦਾ ਸੀ। ਤੇ ਇਸ ਦੌਰਾਨ ਕਿੱਟੀ ਪਾਰਟੀ ਦੀ ਤਿਆਰੀ ਦੇ ਵਿੱਚ ਸੀ। ਸੋ ਇਸ ਕਰਕੇ 2 ਬੇਟਿਆਂ ਦਾ ਪਿਤਾ ਸੀ। ਇਸ ਦੌਰਾਨ ਇੱਕ ਹੋਰ ਮਹਿਲਾ ਸੀ ਜਿਹੜੀ ਉਹਦੇ ਸਿਰ ਨੂੰ ਪਾਰ ਕਰ ਗਈ ਗੋਲੀ। ਹੈਪੀ ਅਤੇ ਉਸ ਦੀ ਜਿਹੜੀ ਪਾਰਟਨਰ ਸੀਗੀ ਸ਼ਵੇਤਾ, ਮੇਰੇ ਖਿਆਲ ਹੋਟਲ ਮਾਲਕ, ਉਸ ਇੱਕ ਰਿਸ਼ਾ ਸੀ ਹੋਟਲ ਮਾਲਕ, ਇੱਕ ਪਾਰਟਨਰ ਸੀ ਹੈਪੀ ਬਿੰਦਰਾ। ਇਹਨਾਂ ਦੇ ਉੱਤੇ ਮੁਕੱਦਮਾ ਦਰਜ ਹੋ ਗਿਆ। ਮਤਲਬ ਠੰਡੀ ਰੋਟੀ ਨੂੰ ਲੈ ਕੇ ਹੋਏ ਤਕਰਾਰ ਦੇ ਵਿੱਚ ਆ ਬੰਦਾ ਠੰਡਾ ਕਰ ਦਿੱਤਾ। ਇਹ ਤੇ ਸਾਡੀ ਔਕਾਤ ਹੋ ਗਈ ਹੈ। ਉਹ ਯਾਰ ਜੇ ਰੋਟੀ ਠੰਡੀ ਹੋ ਗਈ ਤੇ ਕੀ ਵਿਫਤਾ ਪੈ ਗਈ ਆ। ਮਤਲਬ ਅਸੀਂ ਨਖਰੇਬਾਜ਼ ਐਡੇ ਹੋ ਗਏ ਆ ਜੀ। ਅਗਲੇ ਕਾਲਰ ਦਾ ਸਵਾਗਤ ਹੈ ਸਰ, ਵੈਲਕਮ।
ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਮੇਰਾ ਨੰਬਰ ਹੈ? ਹਾਂਜੀ ਹਾਂਜੀ, 48 ਨੰਬਰ। ਗੁਰਪ੍ਰੀਤ? ਹਾਂਜੀ ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ? ਮੈਂ ਇੱਕ ਉਹ ਗੱਲ ਕਰਨੀ ਸੀ, ਜਿਵੇਂ ਬਚਪਨ ਦੀਆਂ ਗੱਲਾਂ ਕਰਦੇ ਅਸੀਂ। ਸਕੂਲੋਂ ਆਉਂਦਾ ਜਦੋਂ ਮੈਂ ਨਾ ਸ਼ਨੀਚਰਵਾਰ ਨੂੰ ਬਰਗਾੜੀ ਸਕੂਲ ਪੜ੍ਹਦੇ ਸੀ ਅਸੀਂ, ਪਿੰਡ ਨੂੰ ਆਉਂਦੇ ਤੇ ਉਦੋਂ ਆਦਤ ਹੁੰਦੀ ਸੀ ਸਾਈਕਲ ਮੂਹਰੇ ਲੈ ਕੇ ਆਉਣਾ ਸਭ ਤੋਂ ਪਹਿਲੇ ਨੰਬਰ ਤੇ ਮੇਰਾ ਸਾਈਕਲ ਪੂਰਾ ਖਿੱਚਿਆ ਵਾ ਤੇ ਦਿਮਾਗ ਚੋਂ ਨਿਕਲ ਗਿਆ ਵੀ ਇਹਦੇ ਕੁੱਤੇ ਫੇਲ ਹੋਏ ਆ। ਫਿਰ ਜਦੋਂ ਸਾਰੇ ਤੋਂ ਮੂਹਰੇ ਨਿਕਲ ਜਾਂਦੇ ਨੇ ਉਦੋਂ ਫੀਲ ਵੀ ਨਹੀਂ ਹੁੰਦੀ ਸੀਗੀ, ਉਦੋਂ ਤਾਂ ਪੈਡਲਾਂ ਦੇ ਉੱਤੇ ਖੜੇ ਹੋ ਜਾਂਦੇ। ਹਾਂ, ਉਹਦੇ ਨਾਲ ਬ੍ਰੇਕ ਲਾਉਂਦੇ, ਫਿਰ ਕਈ ਵਾਰੀ ਚੱਕ ਕੇ ਮਾਰਦਾ ਉਹ। ਹਾਂ, 100 ਮੀਟਰ 50 ਮੀਟਰ ਜਿੰਨਾ ਵੀ ਚੱਲੂ, ਹੁਣ ਪੈਡਲਾਂ ਤੇ ਖੜੇ ਹੋ ਜਾਈਏ। ਉਹ ਮੇਰੇ ਦਿਮਾਗ ਚ ਨਿਕਲ ਗਿਆ ਇਹਦੇ ਕੁੱਤੇ ਫੇਲ ਨੇ। ਜਦੋਂ ਮੈਂ ਪੈਡਲਾਂ ਤੇ ਖੜਾ ਹੋਣ ਲੱਗਿਆ ਉਹਨੇ ਚੱਕ ਕੇ ਮੈਨੂੰ ਸਾਈਕਲ ਦੇ ਉੱਪਰੋਂ ਦੀ ਠੋਕਿਆ ਜੀ, ਕਿਉਂਕਿ ਸਾਈਕਲ ਤੇਜ਼ ਬਹੁਤ ਜ਼ਿਆਦਾ ਸੀਗਾ। 30-40 ਸੈਕਿੰਡ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਹੋ ਕੀ ਗਿਆ। ਬਾਅਦ ਚ ਮੈਂ ਪੱਗ ਪੁੱਗ ਜੀ ਠੀਕ ਕੀਤੀ, ਮੇਰਾ ਸਿਰ ਤਾਂ ਮੂਹਰਲੇ ਚੱਕੇ ਤੇ ਜੀ ਤੇ ਸਾਈਕਲ ਮੇਰੇ ਮਗਰ, ਮੇਰੇ ਲੱਤਾਂ ਪਰੇ ਨੂੰ ਹੋ ਗਈਆਂ ਜਮਾਂ। ਫਿਰ ਮੈਂ ਅੱਧੇ ਕੁ ਮਿੰਟ ਬੈਠਾ ਰਿਹਾ ਸਿਰ ਜਾ ਫੜ ਕੇ। ਜਦੋਂ ਵੇਖਿਆ ਵੀ ਕੋਈ ਨਾ, ਫਿਰ ਦੂਰੋਂ ਮੈਨੂੰ ਦਿਖਿਆ ਵੀ ਬਜ਼ੁਰਗ ਸਾਡੇ ਪਿੰਡ ਦਾ ਨਿਹੰਗ ਸੀਗਾ ਵੀ ਉਹ ਆਉਂਦਾ। ਮੈਂ ਕਿਹਾ ਘਰੇ ਦੱਸੂ ਕੁੱਟ ਪਊ। ਫਿਰ ਖੜਾ ਹੋ ਗਿਆ, ਫਿਰ ਸਾਈਕਲ ਖਿੱਚਦਾ ਹੀ ਹੋਵੇ। ਉਹਦੇ ਇਦਾਂ ਦਾ ਬਹੁਤ ਚੱਲਦਾ ਸੀ, ਕੁੱਤੇ ਬਹੁਤ ਫੇਲ ਹੋ ਜਾਂਦੇ, ਦੋ ਤਾਂ ਠੀਕ ਹੀ ਨਹੀਂ ਕਰਵਾਈ ਦੇ ਸੀਗੇ ਜੀ। ਏਦਾਂ ਹੀ ਚੱਲੀ ਜਾਂਦਾ ਸੀ। ਖਤਰਨਾਕ ਬਹੁਤ ਚੀਜ਼ ਸੀਗੀ ਜੀ, ਬਹੁਤ ਖਤਰਨਾਕ ਸੀ। ਦੂਜੀ ਗੱਲ, ਜਿਵੇਂ ਭਾਜੀ ਪਹਿਲਾਂ ਗੱਲ ਕਰਕੇ ਗਏ ਸੀ ਆਸਟ੍ਰੇਲੀਆ, ਇਹ ਵਾਕਈ ਗੱਲ ਸਹੀ ਹੈ ਜੀ। ਐਮਰਜੈਂਸੀ ਕਈ ਵਾਰ ਜਾਈਦਾ 5-5 ਘੰਟੇ ਬਿਠਾਈ ਰੱਖਦੇ ਨੇ, ਬਾਅਦ ਚ ਸੋਚੀਦਾ ਯਾਰ ਘਰੇ ਪੈਨਾਡੋਲ ਲੈ ਲੈਂਦੇ, ਕੱਲ ਨੂੰ ਜੀਪੀ ਦੇ ਜਾ ਕੇ ਜਾਂ ਹੋਰ ਡਾਕਟਰ ਦੇ ਜਾ ਕੇ ਦਵਾਈ ਲੈ ਲੈਂਦੇ। ਏਦਾਂ ਹੀ ਮੇਰੇ ਬੇਟੇ ਨੂੰ ਜ਼ੁਕਾਮ ਹੋ ਜਾਂਦਾ ਸੀਗਾ ਨਿੱਕੇ ਨੂੰ, ਜਦੋਂ ਸਕੂਲ ਲਾਇਆ ਡਾਕਟਰਾਂ ਨੇ ਦਵਾਈ ਨਹੀਂ ਦਿੱਤੀ, ਕਹਿੰਦੇ ਦਵਾਈ ਨਾਲ ਕੋਈ ਫਰਕ ਨਹੀਂ ਪੈਣਾ ਗਾ, ਇਹਨੂੰ ਸਕੂਲ ਦੇ ਦੂਜੇ ਜਵਾਕਾਂ ਤੋਂ ਹੋ ਜਾਂਦਾ, ਵੀਕ ਆ ਥੋੜਾ ਜਿਹਾ, 1 ਸਾਲ ਦੇ ਵਿੱਚ ਆ ਠੀਕ ਹੋ ਜਾਊਗਾ। ਜਦੋਂ ਇਹਦਾ ਸਿਸਟਮ ਅੰਦਰੋਂ ਹੋ ਗਿਆ ਨਾ ਸਟਰੋਂਗ, ਕਹਿੰਦੇ ਆਟੋਮੈਟਿਕ ਇਹਨੂੰ ਜ਼ੁਕਾਮ ਹੋਣੋਂ ਹਟ ਜਾਣਾ ਤੇ ਆ ਕੋਈ ਵੱਡੀ ਗੱਲ ਨਹੀਂ। ਜ਼ੁਕਾਮ ਤੇ ਬੁਖਾਰ ਆ, ਉਹਨੂੰ ਡਾਕਟਰ ਇੱਥੇ ਬਿਮਾਰੀ ਵੀ ਨਹੀਂ ਜਾਂਦੇ ਵੀ ਇਹਦੇ ਵਾਸਤੇ ਦਵਾਈ ਦੀ ਲੋੜ ਨਹੀਂ, ਵਾਇਰਲ ਇੰਜ ਠੀਕ ਹੋ ਜਾਣਾ ਗਾ, 2-4 ਦਿਨ ਚੜ੍ਹਨਾ ਤੇ ਲੈ ਜਾਣਾ ਗਾ। ਇੱਥੇ ਦਵਾਈ ਏਦਾਂ ਦੀ ਬਹੁਤ ਘੱਟ ਦਿੰਦੇ ਨੇ। ਇਹਦੇ ਮੈਨੂੰ ਲੱਗਦਾ ਵਾਕਈ ਸਾਡੇ ਹੁਣ ਜਿਵੇਂ ਮੇਰੇ ਬੇਟੇ ਨੂੰ ਜੀ ਹੁਣ ਜ਼ੁਕਾਮ ਹੁਣ ਹਟ ਗਿਆ ਜੀ, ਹੁਣ ਬਹੁਤ ਘੱਟ ਹੁੰਦਾ ਗਾ। ਤੇ ਜੇ ਆਪਣੇ ਵਾਲੇ ਤਾਂ ਡਾਕਟਰ ਤਾਂ ਦਵਾਈਆਂ ਨਾਲ ਭਰ ਦਿੰਦੇ ਜਵਾਕਾਂ ਨੂੰ, ਆਹ ਚੱਕਾ 2 ਸਵੇਰੇ 2 ਆਪਣੇ 2 ਦੁਪਹਿਰੇ ਲੈਣੀਆਂ ਨੇ। ਇਹਨਾਂ ਨੇ ਦਵਾਈ ਦਿੱਤੀ ਨਹੀਂ, ਡਾਕਟਰ ਕਹਿੰਦਾ ਵੀ ਜੇ ਲੈਣੀ ਤਾਂ ਮੈਂ ਦੇ ਦਿੰਦਾ, ਅਦਰਵਾਈਜ਼ ਇਹਨੂੰ ਕੋਈ ਲੋੜ ਨਹੀਂ, ਇਹਨੂੰ ਫੇਰ ਹੋ ਜਾਣਾ ਹਫ਼ਤੇ ਨੂੰ ਜਦੋਂ ਕਿਸੇ ਜਵਾਕ ਨੂੰ ਹੋਇਆ। ਇਹਨੂੰ ਤੁਸੀਂ ਏਦਾਂ ਹੀ ਰੱਖੋ, ਹੌਲੀ ਹੌਲੀ ਇਹਨੂੰ ਖਾਣ ਪੀਣ ਚ ਸੁਧਾਰ ਕਰੋ ਤੇ ਇਹਨੇ ਸਟਰੋਂਗ ਬਣ ਜਾਣਾ। ਥੈਂਕ ਯੂ। ਗੱਲ ਹੈ ਵੀ ਸਹੀ ਜੀ ਉਹਨਾਂ ਦੀ। ਥੈਂਕ ਯੂ ਜੀ, ਮਿਹਰਬਾਨੀ। ਸਾਡੇ ਨਾ ਇੱਕ ਟ੍ਰੈਂਡ ਹੋ ਗਿਆ, ਪੱਟੀਆਂ ਬੰਨਣ ਨੂੰ ਵੀ ਲੋਕੀ ਸ਼ਾਨ ਸਮਝਦੇ ਆ ਕਿ ਯਾਰ ਸੱਟ ਲੱਗੀ ਆ, ਹੈਨਾ, ਜਾਂ ਭਾਈ ਮੈਂ ਤਾਂ ਆਹ ਵੀ ਮੈਡੀਸਨ ਖਾਣੀ ਆ। ਉੱਚੀ ਬੱਸ 'ਚ ਦੱਸਣਗੇ ਫਲਾਣਾ ਡਾਕਟਰ ਤਾਂ ਬਹੁਤ ਸਿਆਣਾ, ਇਹ ਡਾਕਟਰ ਤਾਂ ਬਾਹਲਾ ਸਿਆਣਾ ਡਾਕਟਰ ਹੈ ਨਾ, ਜਾਂ ਸੰਤਾਂ ਬਾਰੇ ਕਹਿਣਗੇ ਬਹੁਤ ਪਹੁੰਚੇ ਹੋਏ ਡਾਕਟਰ ਸੰਤ ਨੇ, ਪਹੁੰਚੇ ਭਾਵੇਂ ਉਹ ਭੁੱਚੋ ਮੰਡੀ ਵੀ ਨਾ ਹੋਣ। ਸੋ ਇਸ ਕਰਕੇ ਇੱਕ ਟ੍ਰੈਂਡ ਹੋ ਗਿਆ ਕਿ ਮੈਂ ਤਾਂ ਫਲਾਣੀ ਦਵਾਈ ਖਾਨਾ, ਇਹ ਵੀ ਇੱਕ ਸ਼ੋਸ਼ੇਬਾਜ਼ੀ ਹੈ। ਔਟਵਾ ਤੋਂ ਪ੍ਰਹਾਰ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਭਾਜੀ ਟਵਾਨ ਸਾਹਿਬ, ਕੀ ਹਾਲ ਹੈ ਜੀ? ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਮੈਂ ਵੀ ਥੋੜੀ ਇਨਪੁਟ ਪਾਉਣਾ। ਹਾਂਜੀ ਭਾਜੀ, ਸਾਡੇ ਜਿਹੜਾ ਡਰੱਗ ਆ ਉਹਦੇ ਕਰਕੇ ਲੋਕ ਇੰਨਾ ਕੰਮ ਖਰਾਬ ਹੋ ਗਿਆ। ਸਾਡੇ ਨਾਲ ਦੇ ਪਿੰਡੇ ਹਲੇ HDFC ਬੈਂਕ ਸੀ ਇੱਕ, ਆ ਥੋੜੇ ਦਿਨ ਦੀ ਗੱਲ ਆ, ਉਹ ਚੋਂ ਕਿਸੇ ਨੇ ਰਾਤ ਨੂੰ ਘਰਾਂ ਦੇ ਵਿੱਚ ਸਿਕਿਉਰਿਟੀ ਹੈ ਨਹੀਂ ਸੀ, 6.5 ਲੱਖ ਰੁਪਏ ਕੋਈ ਲੈ ਗਿਆ। ਤੇ ਫਿਰ ਨਸ਼ਿਆਂ ਦੇ ਕਰਕੇ ਇੰਨੇ ਕੰਮ ਖਰਾਬ ਹੋਏ, ਤਾਂ ਹੀ CCTV ਕੈਮਰੇ ਲੱਗੇ, ਸਭ ਕੁਝ ਲੱਗੇ, ਤਾਂ ਵੀ ਬੰਦੇ ਘਰਾਂ ਦੇ ਵਿੱਚ ਲਗਾਇਆ, ਨਾਲੇ ਕਿਸੇ ਦੇ ਘਰ ਦੇ ਵਿੱਚ, ਤਾਂ ਉੱਥੋਂ ਚੱਕ ਕੇ ਲੈ ਗਿਆ। ਇੰਨਾ ਮਾੜੇ ਹਾਲਾਤ ਹੋਏ, ਬਹੁਤ ਮਾੜੇ ਹਾਲਾਤ ਹੈ ਜੀ, ਬਹੁਤ। ਥੈਂਕ ਯੂ। ਹਾਂਜੀ, ਥੈਂਕ ਯੂ ਪ੍ਰਹਾਰ ਸਾਹਿਬ। ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਅੱਜ ਜਿਸ ਤਰ੍ਹਾਂ ਕੁਝ ਰਿਪੋਰਟ ਪੇਸ਼ ਕੀਤੀਆਂ ਨੇ, ਇਦਾਂ ਦੇ ਪ੍ਰੋਗਰਾਮਾਂ ਨੂੰ ਵੈਸੇ ਫੀਡਬੈਕ ਤਾਂ ਬਹੁਤ ਆ, 100 ਬੰਦਾ ਜੁੜਿਆ ਇਸ ਵਕਤ ਵੀ ਉਸ ਤੇ। ਸੋ ਇਦਾਂ ਦੀਆਂ ਜਿਹੜੀਆਂ ਰਿਪੋਰਟਸ ਨੇ ਨਾ ਕਿਤੇ ਜਿਵੇਂ ਮੈਂ ਯਕੀਨ ਨਾਲ ਕਹਿਣਾ ਕਿ ਅੱਜ ਜਿਵੇਂ ਮੈਡੀਕਲ ਤੇ ਰਿਪੋਰਟ ਪੇਸ਼ ਕੀਤੀ ਹੈ ਤੇ ਘੱਟੋ ਘੱਟ ਬਹੁਤ ਇਸ ਦਾ ਅਸਰ ਪਏਗਾ। ਮਾੜੀ ਜੀ ਗੱਲ ਤੇ ਦਵਾਈ ਲੈਣ ਦੀ ਆਦਤ ਅਸੀਂ ਛੱਡੀਏ। ਇੱਕ ਤਾਂ ਜੇਬ ਦੀ ਬਰਬਾਦੀ ਹੈ, ਜੇਬ ਢਿੱਲੀ ਹੁੰਦੀ ਹੈ, ਕਿਉਂਕਿ ਦੇਖੋ ਕੋਈ ਬਿਮਾਰੀ ਹੈ ਨਾ, ਬਿਮਾਰੀ ਦੀ ਦਵਾਈ ਲਓ, ਪੇਨ ਥੋੜੀ ਜਿਹੀ ਝੱਲਣ ਦੀ ਆਦਤ ਪਾਓ ਜੇ ਤੁਹਾਡਾ ਸਰਦਾ ਹੈ ਨਾ। ਮੇਰੀ ਆਪਣੀ ਮਿਸਾਲ ਆ, ਹਾਲਾਂਕਿ ਮਾਈਗ੍ਰੇਨ ਦਾ ਦਰਦ ਇੰਨਾ ਹੁੰਦਾ ਨਾ ਕਿ ਜੇ ਬੰਦਾ 2 ਮਿੰਟ ਲਈ ਕਵੇ ਯਾਰ ਤੈਨੂੰ CM ਦੀ ਕੁਰਸੀ ਦਿੰਨੇ ਆ ਜਾ, ਤੇ ਮੇਰੇ ਵਰਗਾ ਉਦੋਂ ਵੀ ਠਕਰਾ ਦੇਵੇ। ਸੋ ਇਸ ਕਰਕੇ ਨਾ ਮਤਲਬ ਇਹ ਬਹੁਤ ਭਿਅੰਕਰ ਤੇ ਗੰਦੀ ਕਿਸਮ ਦੀ ਪੇਨ ਹੁੰਦੀ ਹੈ। ਜੇ ਤੁਹਾਨੂੰ ਕੋਈ ਪੁੱਛਦਾ ਨਾ ਕਿ ਚਾਹ ਲੈਣੀ, ਪਾਣੀ ਲੈਣੀ, ਬੰਦਾ ਲੱਗਦਾ ਯਾਰ ਕਿਉਂ ਬੁਲਾਉਂਦਾ। ਇਹਨਾਂ ਦੀ ਇਰੀਟੇਸ਼ਨ ਪੈਦਾ ਕਰਦਾ ਪੇਨ, ਇਹ ਜਿਹੜਾ ਮਾਈਗ੍ਰੇਨ ਹੈ। ਖੈਰ, ਸੋ ਇਸ ਕਰਕੇ ਇਹ ਅਸੀਂ ਜਿਹੜਾ ਹੈਗਾ ਥੋੜਾ ਜਿਹਾ ਇਹਦੇ ਬਾਰੇ ਸੋਚੀਏ
ਜਿਹੜਾ ਇਹ ਬੱਚੇ ਨਸ਼ੇੜੀ ਹੋ ਰਹੇ ਨੇ ਨਾ, ਇਹਨਾਂ ਦਾ ਕਾਰਨ ਉਹਨਾਂ ਦੇ ਮਾਪੇ ਵੀ ਜ਼ਿੰਮੇਵਾਰ ਨੇ। ਸੋ ਇਸ ਤੇ ਅਮਲ ਕਰੀਏ। ਸੋ ਵੱਧ ਤੋਂ ਵੱਧ ਸਾਡੀਆਂ ਭੈਣਾਂ, ਧਿਆਣੀਆਂ, ਬੀਬੀਆਂ, ਰਾਣੀਆਂ ਨੂੰ ਬੇਨਤੀ ਹੈ ਕਿ ਪ੍ਰੈਗਨੈਂਸੀ ਦੇ ਦੌਰਾਨ ਪੇਨ ਕਿਲਰ ਤੋਂ ਅਵੋਇਡ ਕਰੋ। ਵੈਸੇ ਤਾਂ ਡਾਕਟਰ ਕਹਿੰਦੇ ਨੇ, ਪਰ ਅਸੀਂ ਸਮਝਦੇ ਨਹੀਂ। ਪੇਨ ਕਿਲਰ ਦੇ ਦੌਰਾਨ ਜੇ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ ਤੇ ਉਹ ਤੇ ਉਦੋਂ ਵੀ ਮਾੜਾ ਹੈ, ਕਿਉਂਕਿ ਜੇ ਪਿਤਾ ਕਰਦਾ ਉਹਦਾ ਤਾਂ ਚਲੋ ਜੋ ਸੀਰਮ ਹੈ ਜਾਂ ਜੋ ਕਨਸੀਵਿੰਗ ਦੇ ਦੌਰਾਨ ਇੱਕ ਵਾਰੀ ਅਸਰ ਪਏਗਾ, ਪਰ ਜਿਹੜਾ ਤੁਸੀਂ ਰੋਜ਼ ਕਰਦੇ ਹੋ ਉਹ ਤਾਂ ਤੁਹਾਡੇ ਬੱਚਾ ਜਦੋਂ ਪਨਪਣਾ ਸ਼ੁਰੂ ਹੋ ਜਾਂਦਾ, ਮੌਲਣਾ ਸ਼ੁਰੂ ਹੁੰਦਾ, ਉਹਦੇ ਤੇ ਅਸਰ ਪੈਂਦਾ ਹੈ। ਸੋ ਇਸ ਕਰਕੇ ਇਹਦੇ ਤੇ ਬਹੁਤ ਸਮਝਣ ਦੀ ਜ਼ਰੂਰਤ ਹੈ। ਤੇ ਆਖਰੀ ਕਾਲਾਂ ਵੱਲ ਨੂੰ ਵਧਾਂਗੇ। ਆਸਟ੍ਰੇਲੀਆ ਤੋਂ ਪਹਿਲਾਂ ਰੋਬੀ ਪੰਨੂ ਸਾਹਿਬ ਆਏ, ਮੰਝ ਸਾਹਿਬ ਆਏ ਸੀ, ਹੁਣ ਰੋਬੀ ਪੰਨੂ ਸਾਹਿਬ ਆਏ ਨੇ ਤੇ ਇੱਕ ਕਾਲਰ ਹੋਰ ਲਾਈਨ ਤੇ ਨੇ। ਪੰਨੂ ਸਾਹਿਬ ਸਵਾਗਤ ਹੈ ਤੁਹਾਡਾ ਆਸਟ੍ਰੇਲੀਆ ਤੋਂ। ਰੋਬੀ ਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਵਾਗਤ ਪੰਨੂ ਸਾਹਿਬ। ਭਾਜੀ ਤੁਸੀਂ ਗੱਲ ਕਰ ਰਹੇ ਸੀ ਪ੍ਰੈਗਨੈਂਸੀ ਟਾਈਮ ਦੇ, ਜਦੋਂ ਰੀਸੈਂਟਲੀ ਲਾਸਟ ਮਾਰਚ ਚ ਸਾਡੇ ਬੇਬੀ ਹੋਇਆ, ਮੈਂ ਆਪਣੀ ਵਾਈਫ ਦੇ ਨਾਲ ਸੀ ਅੰਦਰ ਥੀਏਟਰ ਦੇ ਵਿੱਚ, ਤੇ ਉਹ ਭਾਜੀ ਜਿਹੜੀ ਥੈਰੇਪੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਬੈਸਟ ਥੈਰੇਪੀ ਆ। ਤੇ ਉਸ ਟਾਈਮ ਕੀ ਹੋਇਆ ਕਿ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਸਾਂਝਾ ਕਰ ਰਿਹਾ ਤੁਹਾਡੇ ਨਾਲ, ਕਿ ਵਾਈਫ ਨੂੰ ਲਾਸਟ ਮਿੰਟ ਤੱਕ ਉਹ ਕਹਿੰਦੀ ਰਹੀ ਕਿ ਮੈਨੂੰ ਐਪੀਡਰਲ ਇੰਜੈਕਸ਼ਨ ਦੇ ਦਿਓ। ਤੇ ਉਹ ਡਾਕਟਰ ਨੇ ਮੈਨੂੰ ਪਹਿਲਾਂ ਹੀ ਕੰਸਲਟ ਕਰਤਾ ਸੀ ਕਿ ਆਪਾਂ 99.9% ਆਪਾਂ ਕੁਛ ਨਹੀਂ ਦੇਣਾ, ਆਪਾਂ ਨੈਚੁਰਲ ਬਰਥ ਚਾਹੁੰਦੇ ਆ। ਤੇ ਜੇ ਤੇਰੀ ਵਾਈਫ ਕਹੂਗੀ ਕਿ ਸਿਜ਼ੇਰੀਅਨ ਕਰਨਾ, ਆਪਾਂ ਉਹ ਵੀ ਨਹੀਂ ਕਰਨਾ। ਤੇ ਬਟ ਤੈਨੂੰ ਉਹਦੇ ਸਾਹਮਣੇ ਐਕਟ ਕਰਨਾ ਪੈਣਾ ਆ ਕਿ ਤੈਨੂੰ ਉਹਨੂੰ ਹਲਾਸ਼ੇਰੀ ਦੇਣੀ ਪੈਣੀ ਆ। ਕਹਿੰਦੀ ਕਿ ਤੂੰ ਆਪਣੀ ਲੈਂਗੁਏਜ ਦੇ ਵਿੱਚ ਇਹਦੇ ਨਾਲ ਗੱਲ ਕਰ, ਇਹਨੂੰ ਮਤਲਬ ਕਿ ਇਹਦਾ ਧਿਆਨ ਡਾਇਵਰਟ ਕਰ। ਫਿਰ ਭਾਜੀ ਮੈਨੂੰ ਇਹ ਵੀ ਯਾਦ ਆ ਕਿ ਉਹਨਾਂ ਮੈਂ ਗੱਲ ਕਰੀ ਗਿਆ ਸੀ, ਤੇ ਬਟ ਉਹ ਪੇਨ ਦੇ ਵਿੱਚ ਇੰਨੀ ਜ਼ਿਆਦਾ ਸੀ ਕਿ ਉਹਨਾਂ ਇੱਕ ਤਾਂ ਐਪੀਡਰਲ ਨਹੀਂ ਦਿੱਤੀ, ਇੱਕ ਨੈਚੁਰਲ ਬਰਥ ਨੂੰ ਇੱਥੇ ਭਾਜੀ ਬਹੁਤ ਪ੍ਰੈਫਰੈਂਸ ਦਿੰਦੇ ਆ। ਜਿੱਦਾਂ ਇੰਡੀਆ ਵਾਂਗੂ ਬਸ ਇੱਥੇ ਤੇ ਕਰਦੇ ਆ, ਪੈਸੇ ਬਣਾਓ, ਕੱਟ ਵੱਢ ਕੀਤਾ ਮਿੰਟ ਚਲੋ ਜੀ ਓਕੇ ਆ ਜੀ। ਇੱਥੇ ਭਾਜੀ ਨੈਚੁਰਲ ਬਰਥ ਨੂੰ ਇੰਨੀ ਪ੍ਰੈਫਰੈਂਸ ਦਿੰਦੇ ਆ ਕਿ ਬਾਅਦ ਵਿੱਚ ਉਹਨਾਂ ਨੇ ਪੇਨ ਕਿਲਰ ਦਿੱਤੀ, ਤੇ ਪੇਨ ਕਿਲਰ ਨਾਲ ਦੇ ਕੇ ਉਹਨਾਂ ਨੇ ਕਿਹਾ ਕਿ ਇਨ ਕੇਸ ਜੇ ਤੁਹਾਨੂੰ ਲੋੜ ਪਈ, ਤੇ ਜਿਹੜੀ ਪੇਨ ਕਿਲਰ ਵੀ ਬਾਅਦ ਵਿੱਚ ਖਾਧੀ ਆ ਉਹ ਵੀ ਇੱਕ ਦਿਨ ਖਾਧੀ, ਇੱਕ ਦਿਨ ਤੋਂ ਬਾਅਦ ਅਜੇ ਤੱਕ ਪੇਨ ਕਿਲਰ ਨਹੀਂ ਕਦੀ ਖਾਧੀ। ਜੀ ਥੈਂਕ ਯੂ। ਉੱਥੇ ਭਾਜੀ ਨਾਲ ਇਹ ਕਿ ਕਪਿਲ ਸ਼ਰਮਾ ਸ਼ੋਅ ਚੱਲਣ ਦਿਆ। ਨਹੀਂ ਵਧੀਆ ਚੀਜ਼ ਹੈ, ਹੋਣਾ ਹੀ ਚਾਹੀਦੀ ਹੈ। ਦੇਖੋ ਜਿਵੇਂ ਉਹ ਹਸਾ ਕੇ ਗਏ ਨੇ ਕਿ ਕੁੱਤੇ ਫੇਲ ਹੋ ਗਏ ਨੇ, ਥੈਂਕ ਯੂ, ਮਿਹਰਬਾਨੀ। ਹੁਣ ਜਿਹੜੇ ਨਿਆਣਿਆਂ ਨੇ ਬਾਈ ਜੀ ਕੁੱਤੇ ਫੇਲ ਹੁੰਦੇ ਨਹੀਂ ਦੇਖੇ, ਹੁਣ ਜਿਹੜਾ ਨਿਆਣਾ, ਹੁਣ ਵੈਸੇ ਸਾਡੇ ਧਰਮਾਂ ਦੀ ਮਿੱਥ ਤਾਂ ਕਹਿੰਦੀ ਹੈ ਕਿ 9 ਮਹੀਨੇ ਗੰਦਗੀ 'ਚ ਪਿਆ ਰਿਹਾ, ਉੱਥੇ ਰੱਬ ਦੀਆਂ ਮਿੰਨਤਾਂ ਕਰਦਾ ਰਿਹਾ ਕਿ ਮੈਨੂੰ ਗੰਦਗੀ 'ਚੋਂ ਕੱਢ ਲੈ। ਨਹੀਂ, ਸਾਇੰਸ ਕਹਿੰਦੀ ਹੈ ਕਿ ਮਾਂ ਦੇ ਪੇਟ 'ਚ ਗਰਭ ਦੀ ਝਿੱਲੀ 'ਚ ਬੱਚਾ ਬਹੁਤ ਕੰਫਰਟੇਬਲ ਮਹਿਸੂਸ ਕਰਦਾ ਹੈ। ਉਹ ਜਦੋਂ ਬਾਹਰ ਆਉਂਦਾ ਇਰੀਟੇਟ ਹੁੰਦਾ ਤਾਂ ਰੋਂਦਾ ਹੈ। ਜਿਹੜਾ ਬੱਚਾ, ਤੁਸੀਂ ਇੱਕ ਪ੍ਰੈਕਟੀਕਲ ਵੇਖ ਲਿਓ ਕਿ ਜਿਹੜਾ ਬੱਚਾ ਸਜੇਰੀਅਨ ਹੋਇਆ ਉਹ ਬੱਚਾ ਸੌਫਟ ਹੋਏਗਾ, ਕਿਉਂਕਿ ਉਹਨੇ ਦਰਦ ਹੀ ਨਹੀਂ ਝੱਲਿਆ। ਤੇ ਜਿਹੜਾ ਕੁਦਰਤੀ ਤਰੀਕੇ ਨਾਲ ਮਾਂ ਦੇ ਜਨਨ ਅੰਗਾਂ ਚੋਂ ਬਾਹਰ ਆਉਂਦਾ ਉਹਨੂੰ ਤਕਲੀਫ ਹੁੰਦੀ ਹੈ, ਬਚਪਨ ਦੀ ਪਹਿਲੀ ਤਕਲੀਫ ਹੁੰਦੀ ਹੈ। ਉਹਨੂੰ ਥੱਪੜ ਮਾਰ ਕੇ ਰਵਾਉਣ ਦੀ ਲੋੜ ਨਹੀਂ, ਉਹ ਆਪ ਤਕਲੀਫ 'ਚ ਜਦੋਂ ਬਾਹਰ ਨਿਕਲਦਾ ਤੇ ਉਹ ਆਪ ਬਾਹਰ ਆਉਣ ਸਾਰ ਰੋਂਦਾ। ਤੇ ਦੂਸਰੇ ਬੱਚੇ ਜਿਹੜੇ ਪੇਟ ਪਾੜ ਕੇ ਗਰਭਦਾਨੀ 'ਚੋਂ ਕੱਢੇ ਹੋਏ ਬੱਚੇ ਨੇ ਨਾ, ਉਹਨਾਂ ਨੂੰ ਪੁੱਠੇ ਟੰਗ ਕੇ ਡਾਕਟਰ ਦੀਪੜਦੇ ਨੇ, ਥੱਪੜ ਮਾਰਦੇ ਨੇ ਕਿ ਉਹ ਰੋ ਪਾ, ਕਿਉਂਕਿ ਰੋਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜੇ ਬੱਚੇ ਤਾਂ ਉਹ ਐਂ ਚੱਕ ਲੈਂਦੇ ਨੇ ਟੋਕਰੀ 'ਚੋਂ ਜਿਵੇਂ ਫੁੱਲ ਚੱਕਦੇ ਆ, ਉਹਨਾਂ ਨੂੰ ਕੋਈ ਤਕਲੀਫ ਹੀ ਨਹੀਂ ਹੁੰਦੀ। ਜਿਹੜਾ ਬੱਚਾ ਮਾਂ ਦੇ ਗਰਭ ਦੇ ਵਿੱਚੋਂ ਬੜੇ ਮੁਸ਼ੱਕਤ ਤੋਂ ਬਾਅਦ ਤੁਸੀਂ ਵੇਖੋ ਕਿ ਨਿਕਲਦਾ, ਉਹ ਜ਼ਿੰਦਗੀ ਦੀ ਪਹਿਲੀ ਕਠਿਨ ਪ੍ਰੀਖਿਆ ਹੁੰਦੀ ਹੈ ਉਹਦੀ, ਉਹਦੇ ਤੇ ਫਰਕ ਪੈਂਦਾ ਹੈ। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ, ਭਾਰਤ ਸਾਹਿਬ ਹੋਲਡ ਰੱਖਣਾ, 36 ਨੰਬਰ, ਵੈਲਕਮ ਤੁਹਾਡਾ। ਹਾਂਜੀ, ਹਾਂ ਤੁਹਾਡਾ ਹੀ ਹੈ ਜੀ, ਗੱਲ ਕਰੋ ਪਲੀਜ਼। ਹਾਂਜੀ ਜੀ, ਹਾਂਜੀ, ਕੌਣ ਬੋਲ ਰਹੇ ਹੋ? 20 ਸਾਲ ਦਾ ਯੁਵਕ ਹਾਂ, ਚੰਡੀਗੜ੍ਹ ਤੋਂ ਜੀ। ਕੌਣ ਬੋਲ ਰਹੇ ਜੀ? ਗੁਰਨੂਰ ਸਿੰਘ ਜੀ। ਹਾਂਜੀ, अच्छा वो हिंदी वाले श्रोते है ना, बिल्लू सिंह। हाँ जी। क्या कहना चाहेंगे, बोलिए प्लीज। आप केरला से हो, कहाँ से हो? चंडीगढ़ जी। नहीं, पीछे कहाँ के रहने वाले हो इंडिया में? पंजाब से जी, मोहाली। अच्छा, मोहाली। क्या कहना चाहेंगे, बोलिए प्लीज।
ਜਿਵੇਂ ਅੱਜ ਵਿਸ਼ੇ ਦਾ ਟੌਪਿਕ ਹੈ ਕੈਮਰਾਜ਼, ਤੇ ਅਸੀਂ ਵੀ ਲੋਕੀ ਜਿਵੇਂ ਸਾਰੇ ਲਗਾਉਂਦੇ ਆ ਕੈਮਰਾਜ਼ ਘਰਾਂ ਵਿੱਚ, ਉਹਨੂੰ ਅਸੀਂ ਰੈਫਰ ਕਰਦੇ ਹਾਂ ਐਜ਼ ਤੀਜੀ ਅੱਖ ਸਾਡੀ, ਕਿ ਤਾਂ ਕਰਕੇ ਕੋਈ ਵੀ ਮਿਸਹੈਪਨਿੰਗ ਹੋਏ ਤਾਂ ਅਸੀਂ ਬਚਾ ਲਿਆ ਆਪਣੇ ਆਪ ਨੂੰ। ਓਕੇ। ਬਟ ਇੰਡੀਆ ਵਿੱਚ ਜਿਵੇਂ ਦੇਖਿਆ ਗਿਆ ਹੈ ਕਿ ਸੰਸਦ ਵਿੱਚ ਹੀ ਸਾਡੇ ਇੰਨੇ ਸਾਰੇ ਕੇਸਿਸ ਨੇ ਕ੍ਰਿਮੀਨਲ ਲੋਕਾਂ ਦੇ ਉੱਪਰ, ਜਿਹੜੇ MPs ਨੇ ਸਾਡੇ, ਉਹਨਾਂ ਦੇ ਉੱਪਰ ਹੀ ਇੰਨੇ ਕੇਸਿਸ ਨੇ, ਉਹਨਾਂ ਤੇ ਤੀਜੀ ਅੱਖ ਕੌਣ ਰੱਖੇਗਾ? ਬਿਲਕੁਲ, ਥੈਂਕ ਯੂ। ਉਹਨਾਂ ਤੇ ਤੀਜੀ ਅੱਖ ਭਾਈ ਮੀਡੀਆ ਰੱਖੇਗਾ। ਹੁਣ ਗੱਲ ਇਹ ਆ ਕਿ ਤੀਜੀ ਅੱਖ ਤਾਂ ਆਪ ਝੋਕ ਦਿੱਤੀ, ਤੀਜੀ ਅੱਖ ਨੂੰ ਤਾਂ ਬਿੱਲੂ ਜੀ ਉਹਨਾਂ ਨੇ ਆਪ ਹੀ ਲਾਲਚ ਦੇ ਦਿੱਤਾ। ਤੀਜੀ ਅੱਖ ਉਹਨਾਂ ਦੀ ਆਪਣੀ ਆ, ਜਿੱਧਰ ਨੂੰ ਵੇਖਣਾ ਚਾਹੁੰਦੇ ਆ ਵੇਖ ਲੈਂਦੇ ਆ, ਨਹੀਂ ਤੇ ਅੱਖ ਮਾਰ ਦਿੰਦੇ ਆ ਜਾਂ ਅੱਖਾਂ ਮੀਟ ਲੈਂਦੇ ਆ। ਸੋ ਉਹਦੇ 'ਚ ਇਹ ਹੈ ਨਾ ਕਿ ਕੈਮਰੇ, ਜਿਵੇਂ ਪਹਿਲਾਂ ਰੋਬੀ ਮੰਝ ਵੀ ਕਹਿ ਕੇ ਗਏ ਨੇ ਕਿ CCTV ਕੈਮਰੇ ਵਰਕਰ ਇੰਪਲਾਈਜ਼ ਤੇ ਲਾਉਣੇ ਪੈਂਦੇ ਨੇ, ਉਹ ਠੀਕ ਹੈ, ਪਰ ਇਹ ਕੈਮਰੇ ਪਬਲਿਕ ਪਲੇਸ ਤੇ ਨੇ, ਜਿਹੜੇ ਗਲੀਆਂ 'ਚ ਨੇ, ਜਿਹੜੇ ਘਰਾਂ 'ਚ ਨੇ, ਇਹ ਉਹਨਾਂ ਦਾ ਡਾਟਾ ਹੈ ਪਬਲਿਕ ਪਲੇਸ ਤੇ, ਨਾ ਕਿ ਇਨਡੋਰ। ਸੋ ਇਸ ਕਰਕੇ ਕਿ ਬਾਹਰ ਵੀ ਸੇਫਟੀ ਨਹੀਂ ਹੈ, ਇਸ ਕਰਕੇ ਇੰਨੇ ਕੈਮਰੇ ਲਾਉਣ ਦੀ ਜ਼ਰੂਰਤ ਪੈ ਗਈ ਹੈ। ਭੁਪਿੰਦਰ ਸਿੰਘ ਭਾਰਤ, ਸਵਾਗਤ ਹੈ ਤੁਹਾਡਾ, ਵੈਲਕਮ। ਆਖਰੀ ਕਾਲ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਜੀ, ਕੀ ਹਾਲ ਚਾਲ ਹੈ? ਬਸ ਵਧੀਆ ਸਰ, ਵਧੀਆ, ਗੱਲਾਂ ਬਾਤਾਂ ਹੋ ਰਹੀਆਂ, ਕੀ ਕਹਿਣਾ ਚਾਹੋਗੇ? ਮੈਂ ਕਿਹਾ ਥੋੜਾ ਲਾਈਟ ਮੂਡ ਵੱਲ ਨੂੰ ਲੈ ਕੇ ਜਾਈਏ, ਸਿਆਸਤ ਚੋਂ ਤਾਂ ਕੁਝ ਨਿਕਲਦਾ ਨਹੀਂ, ਅਸੀਂ ਕਿਵੇਂ ਬਚਣਾ? ਅਸੀਂ ਤਾਂ ਭਾਈ ਮੈਡੀਸਨ ਜਾਂ ਵਧੀਆ ਖਾਣੇ ਬਾਰੇ ਸੁਚੇਤ ਕਰੀਏ ਜੀ। ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਟਵਾਣਾ ਸਾਹਿਬ, ਜਿਹੜੇ ਤੁਸੀਂ ਦਵਾਈ ਦੀ ਗੱਲ ਕਰਦੇ ਪਏ ਹੋ ਨਾ, ਤੇ ਇਹ ਘਰ ਘਰ ਹਾਲ ਹੋਇਆ ਪਿਆ ਟਵਾਣਾ ਸਾਹਿਬ, ਇੱਥੇ ਤੱਕ ਕਿ ਬੱਚੇ ਲੰਬੇ ਨਹੀਂ ਹੋ ਰਹੇ, ਉਹਦੀਆਂ ਵੀ ਦਵਾਈਆਂ ਖਿਲਾ ਰਹੇ ਨੇ ਪੇਰੈਂਟਸ, ਕਿ ਜਿਹੜੀ ਬੋਨ ਦੇ ਵਿੱਚ ਗੈਪ ਹੈ ਕਿ ਨਹੀਂ ਹੈ, ਪਤਾ ਨਹੀਂ ਕਿਹੜੀ ਟੈਕਨੀਕ ਇੱਥੇ ਵਰਤ ਰਹੇ ਨੇ ਪੰਜਾਬ ਦੇ ਵਿੱਚ, ਤੇ ਉਹ ਸਿਰਫ ਤੇ ਸਿਰਫ ਹਾਰਮੋਨਸ ਚੇਂਜ ਕਰ ਰਹੇ ਨੇ ਬੱਚਿਆਂ ਦੇ, ਤੇ ਜੇਕਰ ਉਹ ਕੁੜੀਆਂ ਉਹ ਮੈਡੀਸਿਨ ਖਾਣਗੀਆਂ ਤਾਂ ਹਾਰਮੋਨਸ ਚੇਂਜ ਹੋਣਗੇ, ਅੱਗੇ ਬੱਚੇ ਪੈਦਾ ਕਰਨ ਦੇ ਵਿੱਚ ਪ੍ਰੋਬਲਮਸ ਆਉਣਗੀਆਂ। ਪਰ ਉਹ ਪੇਰੈਂਟਸ ਵੀ ਇੰਨੇ ਅਵੇਅਰ ਨਹੀਂ ਗੇ, ਜਾਂ ਜਾਣਬੁੱਝ ਕੇ ਇੱਕ ਦੂਸਰੇ ਦੀ ਗੱਲ ਸੁਣ ਕੇ ਬੱਚਿਆਂ ਨੂੰ ਦਵਾਈਆਂ ਮੈਡੀਸਿਨ ਖਿਲਾਈ ਜਾ ਰਹੇ ਆ, ਤੇ ਉਹਦੇ ਵਿੱਚ ਜਿਵੇਂ ਬਹੁਤ ਨੁਕਸਾਨ ਹੋ ਰਿਹਾ ਜੀ। ਨਾ ਹੀ ਕੋਈ ਸਵਾਲ ਪੁੱਛਦਾ ਵੀ ਦਵਾਈ ਦੇ ਵਿੱਚ ਪਾਇਆ ਕੀ ਆ, ਕਾਹਦੇ ਲਈ, ਕਿੱਥੋਂ ਬਣਾਈ ਆ ਦਵਾਈ ਇਹ, ਤੇ ਸਿਰਫ ਉਹਨਾਂ ਨੂੰ ਮਤਲਬ ਆ ਕਿ ਬੱਚੇ ਲੰਬੇ ਹੋ ਜਾਣ, ਇਹ ਹੋ ਜਾਣ। ਥੈਂਕ ਯੂ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਭਾਰਤ ਸਾਹਿਬ। ਬਿਲਕੁਲ, ਜਿਹੜਾ ਪਤਲਾ ਉਹ ਮੋਟੇ ਹੋਣ ਦੀ ਦਵਾਈ ਲੈ ਜਾਂਦਾ, ਜਿਹੜਾ ਮੋਟਾ ਉਹ ਪਤਲੇ ਹੋਣ ਦੀ ਦਵਾਈ ਲੈ ਜਾਂਦਾ। ਸੋ ਇਹ ਵਰਤਾਰਾ ਬਹੁਤ ਬੁਰਾ ਹੈ। ਸੋ ਲਓ ਦੋਸਤੋ, ਸਮਾਪਤੀ ਵੱਲ ਨੂੰ ਵਧਾਂਗੇ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਪਰਮਿੰਦਰ ਤੇ ਮੇਰੇ ਜੋੜੀਦਾਰ ਐਡਵੋਕੇਟ ਸੁਰਿੰਦਰ ਸਿੰਘ ਤੁਹਾਡੇ ਨਾਲ ਜੁੜਦੇ ਹਾਂ। ਸਾਡੇ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਆਪ ਸੁਣ ਸਕਦੇ ਹੋ। ਉੱਥੇ ਤੁਹਾਨੂੰ ਸਾਡੀਆਂ ਜਿਹੜੀਆਂ ਆਈਫੋਨ ਤੇ ਐਂਡਰਾਇਡ ਐਪਸ ਨੇ ਮਿਲਣਗੀਆਂ, ਇੰਸਟਾਲ ਕਰੋ। ਇਸ ਤੋਂ ਇਲਾਵਾ ਉੱਥੇ ਤੁਸੀਂ ਜਿਹੜਾ ਕਾਲ ਟੂ ਲਿਸਨ ਨੰਬਰ ਹੈ 667 930 9260, ਉਹ ਨੰਬਰ ਵੀ ਸੁਣ ਸਕਦੇ ਹੋ, ਉਸ ਤੇ ਵੀ ਕਾਲ ਕਰਕੇ ਸੁਣ ਸਕਦੇ ਹੋ। ਕੁਆਲਿਟੀ ਬਿਹਤਰ ਆਉਂਦੀ ਹੈ। ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਪੇਜ, ਇਸ ਤੇ ਵੀ ਪ੍ਰੋਗਰਾਮ ਸੁਣੇ ਜਾ ਸਕਦੇ ਨੇ। ਤੇ ਇਹ ਪੇਜ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਪਰ ਇਹ ਪੇਜ ਦਾ ਭਰੋਸਾ ਕੋਈ ਨਹੀਂ ਹੈ, ਇਲੈਕਸ਼ਨ ਈਅਰ ਹੈ, ਪਤਾ ਨਹੀਂ ਕਦੋਂ ਬੰਦ ਕਰ ਦੇਣਾ, ਜਿਵੇਂ ਮੇਰਾ ਆਪਣਾ ਫੇਸਬੁੱਕ ਪੇਜ ਬੰਦ ਕਰ ਦਿੱਤਾ। ਤੇ ਇਸ ਕਰਕੇ ਜਿਹੜਾ WhatsApp ਨੰਬਰ ਹੈ ਨਾ 9876309655, ਇਹ ਜ਼ਰੂਰ ਸੰਪਰਕ 'ਚ ਰੱਖੋ। ਇਹ ਵੀ ਨਹੀਂ ਪਤਾ ਕਿ ਕਦੋਂ ਰੇਡੀਓ ਦੀ ਵੈਬਸਾਈਟ ਬਦਲਣੀ ਪੈ ਜਾਏ, ਕੋਈ ਹੋਰ ਸ਼ੁਰੂ ਕਰਨੀ ਪੈ ਜਾਏ। ਸੋ ਇਸ ਕਰਕੇ YouTube ਪੇਜ, ਫੇਸਬੁੱਕ ਪੇਜ ਦਾ ਭਰੋਸਾ ਕੋਈ ਨਹੀਂ, ਪਰ ਚਲੋ ਜਿੰਨੀ ਦੇਰ ਹੈ ਸ਼ੇਅਰ ਕਰਦੇ ਰਹੋ। ਤੇ ਪਰ ਇਹ ਹੈ ਕਿ ਨੰਬਰ ਦੇ ਜ਼ਰੀਏ ਸੰਪਰਕ ਤੁਹਾਡੇ ਨਾਲ ਬਣਿਆ ਰਹਿਣਾ। ਸੋ ਇਹ ਨੰਬਰ 9876309655 ਨੰਬਰ ਤੇ ਵੀ ਤੁਸੀਂ ਪ੍ਰੋਗਰਾਮਾਂ ਦੇ ਲਿੰਕ ਮੰਗਵਾ ਸਕਦੇ ਹੋ। ਤੇ ਇੱਥੇ ਕੋਈ ਫਾਲਤੂ ਮੈਸੇਜ ਨਹੀਂ, ਸਿਰਫ ਸਵੇਰੇ ਤੇ ਸ਼ਾਮ ਇੱਕ ਵਾਰੀ ਟਿੰਗ ਟਿੰਗ ਹੋਏਗੀ ਜਦੋਂ ਤੁਹਾਨੂੰ ਮੈਸੇਜ ਆਣਗੇ। ਤੇ ਪ੍ਰੋਗਰਾਮ ਐਡਿਟ ਕਰਕੇ ਪਾਉਨੇ ਆ, ਉਹਦੇ ਚ ਪ੍ਰੋਗਰਾਮ ਦਾ ਅੰਕ ਪਾਇਆ ਹੁੰਦਾ, ਜਿਵੇਂ 426 ਹੋਏਗਾ ਅੱਜ। ਤੇ ਅਦਰਵਾਈਜ਼ ਜਿਹੜਾ ਲਾਈਵ ਪ੍ਰੋਗਰਾਮ ਆ ਉਹਦੇ ਚ ਲਾਈਵ ਲਿਖਿਆ ਹੁੰਦਾ, ਉਹਦੇ ਚ ਕੁਆਲਿਟੀ ਦੀ ਕਈ ਵਾਰੀ ਦਿੱਕਤ ਹੁੰਦੀ ਹੈ। ਸੋ ਇਸ ਕਰਕੇ ਉਹ ਤੁਸੀਂ ਸੁਣਿਆ ਕਰੋ। ਇਸ ਵਕਤ ਕੁਲਜਿੰਦਰ ਸਿੰਘ ਬਲਗਣ ਸਾਹਿਬ, ਆਸਟ੍ਰੇਲੀਆ, ਸਿਡਨੀ, ਸਮਰਾਲਾ, ਵੈਲਕਮ। ਸਤਿ ਸ਼੍ਰੀ ਅਕਾਲ ਟੋਨਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੀਗਾ ਤੁਹਾਡਾ, ਮਿਹਰਬਾਨੀ। ਟੋਨਾ ਸਾਹਿਬ, ਮੈਡੀਕਲ ਸਟੋਰ ਤੇ ਦੋ ਗੱਲਾਂ ਆਪਣੇ ਜਿਹੜੀਆਂ ਮੈਡੀਕਲ ਜਿਹੜਾ ਤੁਸੀਂ ਕਰ ਰਹੇ ਹੋ ਗੱਲ, ਇਹਦੇ ਤੇ ਥੋੜੇ ਐਡ ਅਪ ਕਰਨਾ ਚਾਹੁੰਦਾ ਸੀਗਾ। ਤੇ ਇੱਕ ਤਾਂ ਟੋਨਾ ਸਾਹਿਬ ਦੇਖੋ, ਜਿਹੜੀਆਂ ਦਵਾਈਆਂ ਨੇ ਨਾ ਇੰਡੀਆ ਦੇ ਵਿੱਚ, ਹੁਣ ਤੁਹਾਡੀ ਆਵਾਜ਼ ਥੋੜੀ ਜਿਹੀ ਮੱਧਮ ਆ ਰਹੀ ਹੈ। ਆਪਣਾ ਬਲਗਣ ਸਾਹਿਬ, ਥੋੜੀ ਕੋਸ਼ਿਸ਼ ਕਰੋ ਡਾਇਰੈਕਸ਼ਨ ਚੇਂਜ ਕਰਨ ਦੀ। ਜੀ, ਸੋਢੀ ਸਾਹਿਬ ਹੋਲਡ ਰੱਖਿਓ ਤੁਸੀਂ।
ਮੈਂ ਤੁਹਾਨੂੰ ਕਾਲ ਕੱਟ ਕੇ ਲਾਉਣਾ। ਓਕੇ ਚਲੋ ਖੈਰ, ਤੁਸੀਂ ਕਾਲ ਆਪਣਾ ਲਾਈਨ ਤੇ ਹਰਬੰਸ ਹਰਦੀਪ ਸਿੰਘ ਸੋਢੀ ਸਾਹਿਬ ਸਵਾਗਤ। ਸਤਿ ਸ਼੍ਰੀ ਅਕਾਲ। ਮੈਡੀਕਲ ਵਾਲਿਓ ਆ ਜਾਓ ਤੁਸੀਂ ਵੀ। ਹੈਲੋ, ਸੌਰੀ ਇਹਨਾਂ ਦੀ ਵੀ ਲਾਈਨ ਕੱਟ ਗਈ। ਹਰਦੀਪ ਸਿੰਘ ਸੋਢੀ ਸਾਹਿਬ ਹੋਰਾਂ ਦਾ ਮੈਡੀਕਲ ਬਿਜ਼ਨਸ ਰਿਹਾ ਇੰਡੀਆ 'ਚ ਵੀ, ਬਾਹਰ ਵੀ ਮੇਰੇ ਖਿਆਲ ਇਹੀ ਬਿਜ਼ਨਸ ਹੈ ਇਹਨਾਂ ਦਾ। ਸੋ ਇਹਨਾਂ ਤੋਂ ਪੁੱਛਦੇ ਆ ਕਿ ਇਹ ਜਿਹੜਾ ਵਧਣ ਦਾ ਕਾਰਨ ਕੀ ਮਹਿਸੂਸ ਕਰਦੇ ਨੇ। ਸੋ ਇਸ ਕਰਕੇ ਇਹ ਜਿਹੜੇ ਸਾਰੇ ਵਰਤਾਰੇ ਨੇ ਨਾ, ਇਹ ਬਹੁਤ ਜਾਨਲੇਵਾ ਨੇ। ਥੋੜਾ ਜਿਹਾ ਸਟਰੋਂਗ, ਸਾਨੂੰ ਰਫ ਟਫ ਹੋਣਾ ਚਾਹੀਦਾ। ਸੋਢੀ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹਾਂਜੀ, ਅਜੇ ਚੱਲ ਰਿਹਾ ਜੀ ਪ੍ਰੋਗਰਾਮ। ਮੈਂ ਤਾਂ ਵੇਖਿਆ, ਚਲੋ ਤੁਹਾਡਾ ਫਾਇਦਾ ਲੈ ਲਈਏ। ਸੋਢੀ ਸਾਹਿਬ, ਇੱਕ ਰਿਪੋਰਟ ਹੈ ਅਮਰੀਕਾ ਦੇ ਕੋਈ ਡਾਕਟਰ ਨੇ ਇੰਡੀਆ ਆਏ ਨੇ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਹੈ ਕਿ ਗਰਭ ਦੇ ਦੌਰਾਨ ਜਿਹੜੀਆਂ ਮਾਵਾਂ ਪੇਨ ਕਿਲਰ ਲੈਂਦੀਆਂ ਨੇ ਪ੍ਰੈਗਨੈਂਸੀ ਦੇ ਦੌਰਾਨ, ਉਹਨਾਂ ਦਾ ਅਸਰ ਉਹਨਾਂ ਦੇ ਪੋਤਰਿਆਂ ਦੋਤਰਿਆਂ ਨੂੰ ਵੀ ਝੱਲਣਾ ਪੈਂਦਾ ਹੈ। ਜੇ ਜ਼ਿਆਦਾ ਪੇਨ ਕਿਲਰ ਲੈਂਦੀਆਂ ਨੇ, ਉਹਨਾਂ ਦੇ ਬੱਚੇ ਆਉਣ ਵਾਲੇ ਸਮੇਂ 'ਚ ਅਮੂਮਨ ਜ਼ਿਆਦਾ ਨਸ਼ੇੜੀ, ਸੁਸਤ ਤੇ ਚਿੜਚਿੜੇ ਹੁੰਦੇ ਨੇ। ਤੇ ਤੁਹਾਡਾ ਇਹ ਬਿਜ਼ਨਸ ਵੀ ਰਿਹਾ, ਕੀ ਮਹਿਸੂਸ ਕਰਦੇ ਹੋ ਕਿ ਜਿਹੜੀਆਂ ਹਰੀਆਂ ਪੀਲੀਆਂ ਲਾਲ ਗੋਲੀਆਂ ਬੱਸਾਂ 'ਚ ਵੇਚਦੇ ਨੇ, ਇਹ ਜਿਹੜੇ ਪੇਨ ਕਿਲਰ ਨੇ, ਇਹਨਾਂ 'ਚ ਕਿੰਨਾ ਕੁ ਵਾਧਾ ਤੁਸੀਂ ਵੇਖਦੇ ਹੋ? ਕੀ ਵਾਕਈ ਇਹ ਗੱਲ ਹੋ ਸਕਦੀ ਹੈ ਕਿ ਇਹ ਜਿਹੜੀਆਂ ਪ੍ਰੈਗਨੈਂਸੀ ਦੇ ਦੌਰਾਨ ਮਾਵਾਂ ਦਰਦ ਨੂੰ ਘਟਾਉਣ ਦੇ ਵਾਸਤੇ ਟੀਕੇ ਲਵਾਉਂਦੀਆਂ ਨੇ ਜਾਂ ਗੋਲੀਆਂ ਲੈਂਦੀਆਂ ਨੇ, ਤੇ ਉਹਨਾਂ ਦੀਆਂ ਆਉਣ ਵਾਲੀਆਂ ਜਨਰੇਸ਼ਨ ਬੱਚੇ ਚਿੜਚਿੜੇ ਤੇ ਨਸ਼ੇੜੀ ਹੁੰਦੇ ਨੇ? ਕੀ ਕਹਿਣਾ ਤੁਹਾਡਾ ਜੀ? ਬਿਲਕੁਲ ਜੀ, ਮੈਂ 100% ਇਹਦੇ ਨਾਲ ਸਹਿਮਤ ਹਾਂ। ਔਰ ਮੈਂ ਥੋੜੀ ਜਿਹੀ ਇਹਦੇ ਨਾਲ ਗੱਲ ਹੋਰ ਐਡ ਕਰ ਦਿਆਂ। ਜਿੰਨੀ ਦਵਾਈ ਛੇਤੀ ਦਰਦ ਹਟਾਉਣ ਵਾਲੀ ਹੈ, ਜਿੰਨੀ ਦਵਾਈ ਹੈ, ਕਹਿੰਦੇ ਨਾ ਵੀ ਗੋਲੀ ਖਾਧੀ ਤੇ 5 ਮਿੰਟਾਂ 'ਚ ਦਰਦ ਛੂ ਮੰਤਰ ਹੋ ਗਿਆ, ਓਨੀ ਖਤਰਨਾਕ ਹੈ। ਇਸ ਕਰਕੇ ਸੈਲਫ ਮੈਡੀਕੇਸ਼ਨ ਜਿਹੜੀ ਹੈ ਨਾ, ਵੇਖੋ ਅਮਰੀਕਾ ਦੇ ਵਿੱਚ ਤਕਰੀਬਨ 80-90% ਇਹ ਨਹੀਂ ਹੈਗੀ, ਸਿਰਫ 5-10% ਹੈ ਇਹ। ਔਰ ਬੜੀ ਸੇਫ ਡਰੱਗ ਦਿੰਦੇ ਆ ਤੇ ਲੋਕ ਵੀ ਉਹੀ ਖਾਂਦੇ ਆ। ਮਤਲਬ ਇੰਡੀਆ ਵਾਲੀ ਜਿੱਦਾਂ ਮਤਲਬ ਦਵਾਈਆਂ ਨੇ, ਟ੍ਰੈਮਾਡੋਲ ਆ ਜਾਂ ਦੂਜੀ ਤੀਜੀ ਆ, ਇਹ ਡਾਕਟਰ ਕਿਸੇ ਨੂੰ ਫਿਜ਼ੀਕਲੀ ਚੈੱਕ ਕੀਤੇ ਬਗੈਰ ਉਹਨੂੰ ਲਿਖ ਕੇ ਨਹੀਂ ਦਿੱਤਾ, ਤੇ ਪ੍ਰਸਕ੍ਰਿਪਸ਼ਨ ਦੇ ਬਗੈਰ ਤੁਹਾਨੂੰ ਫੀਮ ਜਾਂ ਚਰਸ ਤਾਂ ਮਿਲ ਸਕਦੀ ਆ, ਲੇਕਿਨ ਟ੍ਰੈਮਾਡੋਲ ਨਹੀਂ ਕਿਤੋਂ ਮਿਲ ਸਕਦੀ। ਇਹ ਸਿਹਤ ਦੇ ਸਿਹਤ ਪ੍ਰਤੀ ਇੰਨੇ ਕੁ ਕੌਨਸ਼ੀਅਸ ਨੇ ਵੀ ਇਹਨਾਂ ਦੇ ਕਹਿਣ ਦੀ ਗੱਲ ਨਹੀਂ। ਔਰ ਚੰਗਾ ਕੀਤਾ ਤੁਸੀਂ ਅੱਜ ਪ੍ਰੋਗਰਾਮ ਲਿਆਂਦਾ, ਮੈਂ ਤੁਹਾਡਾ ਧੰਨਵਾਦ ਕਰਦਾ। ਵੀ ਆਮ ਬੀਬੀਆਂ ਦੀ ਆਦਤ ਹੁੰਦੀ ਆ ਵੀ ਇੱਕ ਗੋਲੀ ਖਾ ਲਈ, ਫਿਰ ਦੂਜੀ ਖਾ ਲਈ, ਫਿਰ ਤੀਜੀ, ਤੇ ਖਾਣੀਆਂ ਵੀ ਕਿਤੋਂ ਆ, ਕਿਤੋਂ ਸੈਰੀਡਾਊਨ ਲੈ ਲਈ, ਕਿਤੋਂ ਐਸਪਰੀਨ ਲੈ ਲਈ, ਕਿਤੋਂ ਨਾਵਲ ਜੀ, ਜੋ ਲੱਭਾ ਉਹ ਲਿਖਿਆ। ਇੱਕ ਸੋਢੀ ਸਾਹਿਬ ਇਹ ਦੱਸੋ, ਇੱਕ ਜਿਸ ਤਰ੍ਹਾਂ ਤਾਂ ਜਿਹੜੀਆਂ ਬ੍ਰਾਂਡਡ ਦਵਾਈਆਂ ਬਣਦੀਆਂ ਨੇ ਜਾਂ ਜਿਹੜੀਆਂ ਜੈਨਰਿਕ ਮੈਡੀਸਨ ਬਣਦੀ ਹੈ, ਉਹ ਤਾਂ ਠੀਕ ਹੈ। ਇੱਕ ਜਿਹੜੀਆਂ ਬੱਸਾਂ 'ਚ ਹਰੀਆਂ ਪੀਲੀਆਂ ਨੀਲੀਆਂ ਪੱਤੇ ਵਾਲੀਆਂ ਗੋਲੀਆਂ ਵਿਕਦੀਆਂ ਨੇ, ਕੋਈ ਉਹਨਾਂ ਦੀ ਅਥੈਂਟਿਸਿਟੀ ਨਹੀਂ, ਕੌਣ ਬਕਾਉਂਦਾ, 2 ਨੰਬਰ ਦੀਆਂ ਦਵਾਈਆਂ ਬਣ ਵਿਕੀ ਜਾਂਦੀਆਂ ਨੇ। ਆਹ ਬੱਦੀ ਤਾਂ ਐਡੀਆਂ ਫੈਕਟਰੀਆਂ ਲੱਗ ਗਈਆਂ, ਬੱਦੀ ਤਾਂ ਛੱਡੋ, ਆਹ ਸਾਡੇ ਛੋਟੇ ਛੋਟੇ ਕਸਬਿਆਂ 'ਚ ਦਵਾਈਆਂ ਦੀਆਂ ਫੈਕਟਰੀਆਂ ਜਾਲੀ ਚੱਲਦੀਆਂ ਨੇ। ਇਸ ਸੰਬੰਧੀ ਕੀ ਕੋਈ ਡਰੱਗ ਇੰਸਪੈਕਟਰ ਜਾਂ ਇਹਨਾਂ ਨੂੰ ਕੋਈ ਚੈੱਕ ਨਹੀਂ ਕਰਦਾ ਜਿਹੜੇ ਬੱਸਾਂ 'ਚ ਵੇਚਦੇ ਫਿਰਦੇ ਨੇ? ਉਹ ਪਿੰਡਾਂ ਵਾਲੀਆਂ ਬੇਬੀਆਂ ਵਿਚਾਰੀਆਂ, ਸਭ ਕੁਛ ਕਾਨੂੰਨ ਅਨੁਸਾਰ ਹੈ, ਇਹਨੂੰ ਪੁਲਿਸ ਵੀ ਚੈੱਕ ਕਰ ਸਕਦੀ ਹੈ, ਇਹਨੂੰ ਡਰੱਗ ਇੰਸਪੈਕਟਰ ਦੀ ਤੇ ਚੈੱਕ ਕਰਨ ਦੀ ਡਿਊਟੀ ਬਣਦੀ ਹੈ। ਜਿਹੜਾ ਕੋਈ ਕਿਸੇ ਹਸਪੀਟਲ ਦਾ EMPLOYEE ਆ, ਬਈ ਕਲਾਸ 4 ਨਾ ਹੋਵੇ, ਮਤਲਬ ਫਾਰਮਾਸਿਸਟ ਹੋਵੇ, ਡਾਕਟਰ ਹੋਵੇ, ਨਰਸ ਹੋਵੇ, ਈਵਨ ਮੈਂ ਕਹਿੰਦਾ ਕੋਈ ਨੌਕਰੀ ਨਹੀਂ ਕਰਦਾ, ਪਿੰਡ ਦੇ ਵਿੱਚ NGO ਹੁੰਦੀਆਂ ਅੱਜ ਕੱਲ ਸੁਸਾਇਟੀਆਂ ਬਣੀਆਂ, ਉਹ ਕਿਸੇ ਬੱਸ ਦੇ ਵਿੱਚ ਦਵਾਈਆਂ ਵੇਚਣ ਵਾਲੇ ਨੂੰ ਉਹ ਪੁੱਛ ਸਕਦਾ ਵੀ ਮੈਨੂੰ ਇਹ ਦਵਾਈਆਂ ਵੇਚਣ ਦਾ ਲਾਇਸੈਂਸ ਵਿਖਾ, ਔਰ ਉਹਨੂੰ ਉਸੇ ਵੇਲੇ ਫੜ ਕੇ, ਮਤਲਬ ਉਹਦੇ ਨਾਲ ਝਗੜਾ ਰਗੜਾ ਨਹੀਂ ਕਰਨ ਦੀ ਲੋੜ, ਉਹਨੂੰ ਪੁਲਿਸ ਦੇ ਹਵਾਲੇ ਕਰ ਸਕਦਾ ਵੀ ਇਹ ਦਵਾਈਆਂ ਦਾ ਬਿੱਲ ਵਿਖਾਵੇ, ਸਰਟੀਫਿਕੇਟ ਵਿਖਾਵੇ, ਤੇ ਸਿਹਤ ਮਹਿਕਮੇ ਤੇ ਕੇਸ ਕਰ ਸਕਦਾ। ਪਰ ਉਹ ਦੇਖੋ, ਬਚਪਨ ਤੋਂ ਵੇਖਦੇ ਆ, ਖੰਨੇ ਦੁਰਾਹੇ ਜਿੱਥੇ ਮਰਜ਼ੀ ਵੇਖ ਲਓ, ਸੋਢੀ ਸਾਹਿਬ ਹਰ ਬੱਸ 'ਚ ਚੜੇ ਫਿਰਦੇ ਨੇ, ਕਸਬਿਆਂ 'ਚ ਖਾਸ ਕਰਕੇ ਦਵਾਈਆਂ ਵੇਚਣ ਵਾਲੇ ਜੀ। ਇੱਕ ਮੈਂ ਹੋਰ ਇੱਕ ਬੇਨਤੀ ਕਰਾਂ ਤੁਹਾਨੂੰ, ਮਤਲਬ ਪਹਿਲਾਂ ਤਾਂ ਆਪਾਂ ਪਹਿਲੀ ਗੱਲ ਖਤਮ ਕਰ ਲਈਏ ਵੀ ਔਰਤਾਂ ਨੂੰ ਜਿਹੜੀਆਂ ਗਰਭਵਤੀ ਨੇ, ਘੱਟੋ ਘੱਟ ਉਹਨਾਂ ਨੂੰ ਡਾਕਟਰ ਦੀ ਪ੍ਰਸਕ੍ਰਿਪਸ਼ਨ ਤੋਂ ਬਗੈਰ ਕੋਈ ਦਵਾਈ ਨਹੀਂ ਖਾਣੀ, ਕਿਉਂਕਿ ਡਾਕਟਰ ਉਹਨੂੰ ਓਨੀ ਕੀ ਲਾਈਟ ਜੀ ਦਵਾਈ ਦੇਗਾ ਜਿਹਦੇ ਨਾਲ ਉਹਦੇ ਗਰਭ ਤੇ ਜਾਂ ਆਉਣ ਵਾਲੇ ਬੱਚੇ ਤੇ ਅਸਰ ਨਾ ਪਵੇ। ਨੰਬਰ 1, ਹੁਣ ਮੈਂ
ਤੁਸੀਂ ਤੇ ਖੰਨੇ ਦੇ ਵਿੱਚ ਗੋਲੀਆਂ ਵੇਚਣ ਦੀ ਗੱਲ ਕਰਦੇ ਹੋ। ਮੈਂ ਕਿਸੇ ਟਾਈਮ ਅੱਜ ਤੋਂ 15-20 ਸਾਲ ਪਹਿਲਾਂ ਖੰਨੇ ਦੇ ਵਿੱਚ ਵੇਖਿਆ, ਬੱਸ ਅੱਡੇ ਤੋਂ ਥੋੜਾ ਜਿਹਾ ਅੱਗੇ ਨੂੰ ਜਾ ਕੇ ਰੋਡ ਦੇ ਉੱਤੇ 10-15 ਬੰਦੇ ਬੈਠੇ, ਕੋਈ ਉਹ ਸਾਨਾ ਉਹਨੇ ਲੱਕ ਤੋੜ ਕੇ ਰੱਖਿਆ, ਕੋਈ ਉਹਦਾ ਤੇਲ ਵੇਚ ਰਿਹਾ, ਕੋਈ ਸ਼ਿਲਾਜੀਤ ਵੇਚ ਰਿਹਾ, ਕੋਈ ਕਿਵੇਂ ਦੀਆਂ ਦਵਾਈਆਂ। ਹਾਂਜੀ, ਅੱਛਾ, ਇੱਕ ਭਾਈ ਸਾਹਿਬ ਨੇ ਡੰਗਰਾਂ ਨੂੰ ਟੀਕੇ ਲਾਉਣ ਵਾਲੀ 20 ml ਦੀ ਸਿਰਿੰਜ ਭਰ ਕੇ ਰੱਖੀ ਦਵਾਈ ਦੀ, ਉਹ ਠੰਡੀ ਕਰਨ ਵਾਸਤੇ, ਜੈਸਟਨ ਵਗੈਰਾ ਦਾ ਟੀਕਾ ਸੀ, ਤੇ ਉਹ ਦੰਦ ਪੁੱਟਦਾ ਸੀ ਉੱਥੇ ਰੋਡ ਦੇ ਉੱਤੇ, ਰੇਤਾ ਉੱਡਦੀ ਦੰਦ ਪੁੱਟਦਾ ਸੀ। ਉਹ ਇੱਕ ਬੰਦੇ ਨੂੰ ਉਹਨੇ ਟੀਕਾ ਲਾਇਆ ਜਿੰਨਾ 2-4 ml ਲਾਉਣਾ ਸੀ, ਉਹਦੀ ਦਾੜ ਪੁੱਟੀ, ਉਹ ਚਲਾ ਗਿਆ। ਉਹੀ ਸਿਰਿੰਜ ਉਹਨੇ ਦੂਜੇ ਦੇ ਠੋਕੀ। ਮੈਂ ਕਿਹਾ ਆਹ ਏਡਸ ਕਰੂਗਾ ਕਿਸੇ ਨੂੰ। ਹਾਂਜੀ, ਇਹ ਇੰਡੀਆ 'ਚ ਬੁਰਾ ਹਾਲ ਹੈ। ਇਹ ਸਰਕਾਰਾਂ ਕੰਮ ਕਰਨ ਨਾ ਕਰਨ, ਲੋਕਾਂ ਨੂੰ ਚਾਹੀਦਾ ਆਪਣੀ ਸਿਹਤ ਦੇ ਪ੍ਰਤੀ ਚਿੰਤਾਤੁਰ ਹੋ ਕੇ ਤੇ ਇਹਨਾਂ ਨੂੰ ਬੰਦ ਕਰਾਉਣ ਤੇ ਲੋਕਾਂ ਨੂੰ ਨੁਕਸਾਨ ਨਾ ਹੋਵੇ। ਚਲੋ ਲਾਈਟ ਮੂਡ ਕਰ ਦਿਓ, ਕੋਈ ਹਸਾਉਣੀ ਸੁਣਾ ਦਿਓ, ਹੈ ਨਾ। ਉਹ ਹਸਾਉਣੀਆਂ ਦੀ ਏਦਾਂ ਜੀ, ਉਹ ਮੈਨੂੰ ਹੁਣੇ ਕਿਸੇ ਦੀ ਚਿੱਠੀ, ਮੈਂ ਕਿਸੇ ਪ੍ਰੋਗਰਾਮ 'ਚ ਹੀ ਲਿਖਦਾ ਪਿਆ ਸੀ ਵੀ ਉਹ ਇੱਕ ਵਾਰੀ ਨਾ ਪੰਜਾਬ ਦੇ ਮਾੜੇ ਦੌਰ ਦੇ ਦਿਨਾਂ ਦੀ ਗੱਲ ਆ ਵੀ ਲੋਕ ਸੋਚਦੇ ਨਹੀਂ ਨਾ, ਜਿੱਦਾਂ ਟੀਕੇ ਲਵਾਉਣੇ, ਦਵਾਈਆਂ ਖਾਣੀਆਂ, ਇਹ ਵੀ ਮਤਲਬ ਥੋੜਾ ਜਿਹਾ ਇੱਕ ਕਮਲੇ ਬੰਦੇ ਦਾ ਕੰਮ ਹੁੰਦਾ ਨਾ। ਤੇ ਉਹ ਏਦਾਂ ਦੀ ਗੱਲ ਸੀ ਵੀ ਪਿੰਡ ਦੇ ਵਿੱਚ ਨਾ ਕਿਸੇ ਫੌਜ ਵਾਲਿਆਂ ਨੇ, ਇੱਕ ਤੇ ਮਾੜੇ ਦੌਰ ਦੇ ਪਿੰਡਾਂ ਦੀ ਗੱਲ ਆ ਸਮੇਂ ਦੀ, ਤੇ ਉਹਨਾਂ ਨੇ ਅਨਾਉਂਸ ਕੀਤਾ ਵੀ ਸਾਰਾ ਪਿੰਡ ਜਿਹੜਾ ਨਾ ਉਹ ਬਾਹਰ ਆ ਜਾਏ ਤੇ ਔਰਤਾਂ ਤੇ 12 ਸਾਲ ਤੋਂ ਬੱਚੇ ਘੱਟ ਰਹਿ ਜਾਣ। ਤੇ ਇੱਕ ਮੁੰਡਾ ਦੁਕਾਨ ਖੋਲੀ ਪਿੰਡ ਦੇ ਆਜ ਵਿੱਚ ਕਾਹੇ ਬੈਠਾ, ਤੇ ਉਹ ਫੌਜ ਉੱਥੇ ਗਈ, ਉਹ ਕਹਿੰਦਾ ਤੂੰ ਸਾਲਿਆ ਇੱਥੇ ਦੁਕਾਨ ਖੋਲ ਕੇ ਬੈਠਾ, ਤੂੰ ਸਾਡੀ ਆਵਾਜ਼ ਨਹੀਂ ਸੁਣੀ? ਕਹਿੰਦਾ ਸੁਣੀ ਆ ਜੀ। ਕਹਿੰਦਾ ਮੈਂ ਬਾਹਰ ਨਹੀਂ ਗਿਆ। ਉਹ ਕਹਿੰਦਾ ਜੀ ਬਾਹਰ ਕੀ ਜਾਣਾ ਸੀ, ਤੁਸੀਂ ਕਿਹਾ ਸੀ ਵੀ ਸਾਰੇ ਮਰਦ ਬਾਹਰ ਆ ਜਾ, ਤਾਂ ਮੈਨੂੰ ਤੇ ਸਾਰਾ ਮਹੱਲਾ ਨਮਰਦ ਕਹਿੰਦਾ, ਮੇਰੀ ਘਰ ਵਾਲੀ ਨੂੰ ਪੁੱਛ ਲਓ, ਉਹ ਵੀ ਇਹੋ ਹੀ ਕਹਿੰਦੀ ਆ, ਤੇ ਮੈਂ ਕਿੱਦਾਂ ਬਾਹਰ ਜਾਂਦਾ। ਉਹ ਫੌਜ ਹੱਸ ਕੇ ਚਲੀ ਗਈ। ਸੋ ਏਦਾਂ ਦੇ ਤਾਂ ਭੋਲੇ ਲੋਕ ਨੇ, ਤੇ ਉਹ ਵਿਚਾਰੇ ਹੁਣ ਦਰਦ ਵਾਲੀਆਂ ਗੋਲੀਆਂ ਤੇ ਬੱਸਾਂ, ਦਰਦ ਵਾਲੀਆਂ ਗੋਲੀਆਂ ਬੱਸਾਂ 'ਚ ਲੈ ਕੇ ਕਹਿਣਗੇ ਕੀ ਕਰਨਗੇ। ਥੈਂਕ ਯੂ ਸੋਢੀ ਸਾਹਿਬ, ਥੈਂਕ ਯੂ। ਸੋ ਤਰਨਤਾਰਨ ਤੋਂ ਬਾਈ ਢਿੱਲੋਂ ਸਾਹਿਬ ਜੁੜੇ ਨੇ, ਤੇ ਠੀਕ ਹੈ, ਚਲੋ ਹਾਸਾ ਠੱਠਾ ਹੋਣਾ ਚਾਹੀਦਾ, ਪਰ ਗੱਲ ਇਹ ਹੈ ਕਿ ਹਾਸੇ ਠੱਠੇ ਦੇ ਵਿੱਚ ਮੈਂ ਸਮਝਦਾ ਕਿ ਅੱਜ ਦੇ ਪ੍ਰੋਗਰਾਮ ਦਾ ਬਹੁਤ ਅਸਰ ਪਏਗਾ। ਜਿਵੇਂ ਬਾਈ ਜੀ ਰੋਬੀ ਪੰਨੂ ਸਾਹਿਬ ਕਹਿ ਕੇ ਗਏ ਨੇ ਕਿ ਘੱਟੋ ਘੱਟ ਅਸੀਂ ਅਵੋਇਡ ਕਰਾਂਗੇ, ਕਿਉਂਕਿ ਜੇ ਸਾਰਾ ਕੁਝ ਕਰਾ ਕੇ ਤੁਹਾਡਾ ਬੱਚਾ ਡਰੱਗੀ ਪੈਦਾ ਹੋ ਜਾਂਦਾ ਤੇ ਪੱਲੇ ਕੀ ਬਚਦਾ? ਜ਼ੀਰੋ। ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹਾਂ ਜੀ ਤੁਹਾਨੂੰ ਜੀ, ਮੈਂ ਕਿਹਾ ਜੀ ਮੈਂ ਵੀ ਹਾਸੇ ਠੱਠੇ ਥੋੜਾ ਜਿਹਾ ਹਿੱਸਾ ਪਾ ਦਵਾਂ। ਆਜੋ। ਹਾਂਜੀ, ਤੁਸੀਂ ਉਹ ਗੱਲ ਕਰ ਰਹੇ ਸੀ ਨਾ ਉਹਦੀ, ਆਪਣੀ ਚਾਹ ਵਾਲੇ ਰੈਸਟੋਰੈਂਟ ਦੀ, ਅਲਕਜ਼ਾਰ ਦੀ, ਵੀ ਇਹਦੀ ਮਤਲਬ ਜਿਹੜਾ ਵਾ ਵੀ ਤੁਸੀਂ ਮਤਲਬ ਗਾਏ ਬਗਾਏ ਹਰ ਚੌਥੇ ਪੰਜਵੇਂ ਦਾ ਜ਼ਿਕਰ ਕਰ ਹੀ ਦਿੰਦੇ ਜੀ, ਤੇ ਤੁਸੀਂ ਨਾਲ ਕਿਹਾ ਸੀ ਵੀ ਪਤਾ ਨਹੀਂ ਵੀ ਮਤਲਬ ਹੈ ਵੀ ਸਾਨੂੰ ਕਿਸ ਪਾ ਪੈਣਾ ਵਾ। ਤੇ ਮੈਂ ਤੁਹਾਨੂੰ ਨਾ ਆਪਣਾ ਚਲਦੀ ਮਿਲਦੀ ਕਹਾਣੀ ਸੁਣਾਉਣ ਲੱਗਾ। ਸਾਡੇ ਨਾ ਇੱਥੇ ਬੁਲਟੋਏ ਤੋਂ ਨਾ ਇੱਕ ਕਾਂਗਰਸ MLA ਹੁੰਦੇ ਸੀ, ਅਰਜਨ ਸਿੰਘ ਮਸਤਾਨਾ, ਤੇ ਉਹਨਾਂ ਨੇ ਨਾ ਇੱਕ ਦੀ ਅਸੈਂਬਲੀ ਦੇ ਵਿੱਚ ਲੁਧਿਆਣੇ ਦਾ ਕੋਈ ਲੀਡਰ ਸੀ, ਤੇ ਉਹ ਇੰਡਸਟਰੀਅਲ ਨਾਲ ਸੰਬੰਧ ਰੱਖਦਾ ਸੀ, ਤੇ ਉਹਦੇ ਪ੍ਰਤੀ ਉਹਨਾਂ ਨੇ ਨਾ ਉਹ ਵਾਹਵਾ ਉਹਨਾਂ ਰੌਲਾ ਪਾਇਆ, ਤੇ ਮਤਲਬ ਉਹਦੇ ਵਾਹਵਾ ਉਹਨਾਂ ਨੇ ਕੁਝ ਉਹਦੇ ਮਤਲਬ ਚੰਗੇ ਮਾੜੇ ਕੰਮ ਜ਼ਾਹਰ ਕੀਤੇ। ਤੇ ਉਹਦੇ ਰਿਜ਼ਲਟ 'ਚ ਕੀ ਹੋਇਆ ਕਿ ਉਹ ਤੋਂ 2 ਦਿਨ ਬਾਅਦ ਨਾ ਉਹਦੇ ਘਰ ਇਨਕਮ ਟੈਕਸ ਦਾ ਰੇਡ ਹੋ ਗਿਆ। ਉਹ ਜਦੋਂ ਇਨਕਮ ਟੈਕਸ ਦਾ ਰੇਡ ਹੋ ਗਿਆ ਤੇ ਉਸ ਤੋਂ ਨਾ 36 ਦਿਨ ਉਹੀ ਜਿਹੜਾ ਲੁਧਿਆਣੇ ਵਾਲਾ ਬੰਦਾ ਸੀ ਨਾ, ਉਹ ਲੱਡੂਆਂ ਦਾ ਡੱਬਾ ਲਿਆ ਕੇ ਤੇ ਆਸਾ ਸਿੰਘ ਨੂੰ ਜਿਹੜਾ ਨਾ ਉਹ ਆਪਣੇ ਜਿਹੜਾ ਸੀ ਨਾ ਅਰਜਨ ਸਿੰਘ ਮਸਤਾਨਾ, ਉਹਨੂੰ ਕਹਿੰਦਾ ਲਓ ਜੀ ਮਸਤਾਨਾ ਜੀ ਮੂੰਹ ਮਿੱਠਾ ਕਰੋ। ਉਹ ਕਹਿੰਦਾ ਭਾਈ ਇਹ ਕਾਹਦਾ ਮੂੰਹ ਮਿੱਠਾ ਵੀ ਮੈਂ ਤੇ ਤੇਰਾ ਇੰਨਾ ਕੁਝ ਕਹਿਤਾ। ਉਹ ਕਹਿੰਦਾ ਜੀ ਤੁਹਾਡੇ ਕਰਨ ਦਾ ਇਹ ਫਾਇਦਾ ਹੋਇਆ ਵਾ ਵੀ ਉਹ ਜਦੋਂ ਸਾਡੇ ਘਰ ਇਨਕਮ ਟੈਕਸ ਦੀ ਰੇਡ ਪਈ ਤੇ ਉਹ ਇੱਕ ਬੜੀ ਵੱਡੀ ਪਾਰਟੀ ਆ ਕੇ ਤੇ ਕੁੜੀ ਦਾ ਰਿਸ਼ਤਾ ਕਰ ਗਈ ਕਿ ਇਹ ਬਹੁਤ ਵੱਡੇ ਬੰਦੇ ਲੱਗਦੇ ਆ। ਤੇ ਮੈਨੂੰ ਲੱਗਦਾ ਕਿ ਕਿਤੇ ਤੁਹਾਡੀ ਵੀ ਤਰੱਕੀ ਨਾ ਹੋ ਜੇ ਵੀ ਰੋਜ਼ ਸਾਡੀ ਮਸ਼ਹੂਰੀ ਕਰੀ ਜਾਂਦੇ, ਹੁਣ ਥੋੜਾ ਹੋਰ ਉੱਚੀ ਤਰ੍ਹਾਂ ਚੁੱਕ ਕੇ ਰੱਖ ਦਈਏ। थैंक यू ढिल्लों साहब, थैंक यू। बिल्कुल, हाँ, बदनाम होने से क्या नाम ना होगा। थैंक यू। ਕੁਲਜਿੰਦਰ ਸਿੰਘ ਬਲਗਣ ਜੁੜੇ ਨੇ। ਬਲਗਣ ਸਾਹਿਬ ਸਵਾਗਤ ਹੈ, ਆਨਰ ਹੋ ਤੁਸੀਂ, ਵੈਲਕਮ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਆਵਾਜ਼ ਸੁਣਦੇ ਹੋ? ਹੁਣ ਟਾਨਾ ਜੀ, ਹੁਣ ਤਾਂ HME ਦੇ ਤਵਿਆਂ ਵਾਂਗੂ ਬੋਲਦੀ ਹੈ ਜੀ। ਅਸੀਂ ਤਾਂ ਸੁਣੇ ਨਹੀਂ ਤਵੇ, ਤੁਸੀਂ ਸੁਣੇ ਨੇ। ਨਹੀਂ, ਅਸੀਂ ਤਾਂ ਚਲਾਏ ਬਹੁਤ ਹੈ ਰੇਡੀਓ ਤੋਂ। ਅਸੀਂ ਰੀਲਾਂ ਬਹੁਤ ਲਪੇਟੀਆਂ ਨੇ। ਅੱਛਾ, ਉਹ ਰੀਲਾਂ ਅਸੀਂ ਵੀ ਲਪੇਟੀਆਂ, ਉਹ ਘਰੇ ਲਪੇਟਦੇ ਸੀ, ਪਰ ਆਲ ਇੰਡੀਆ ਰੇਡੀਓ ਤੇ ਤਾਂ ਜਿਵੇਂ ਉਹ ਪਿੰਡਾਂ 'ਚ ਸਪੀਕਰ ਵਾਲਾ ਨਹੀਂ ਸੀ ਆਉਂਦਾ, ਤਵਾ ਸਾਫ਼ ਕਰਕੇ ਢਿੱਡ ਨਾਲ, ਉੱਥੇ ਤਾਂ ਚਲੋ ਰੁਮਾਲ ਨਾਲ ਕਰਦੇ ਸੀ। ਬੜੇ ਤਵੇ ਚਲਾਏ ਅਸੀਂ ਉੱਥੇ ਵੱਡੇ ਵੱਡੇ। ਹੁਣ ਤਾਂ ਐਂਟੀਕ ਹੋ ਗਏ ਜੀ ਇਹ ਦੋਹੇ ਚੀਜ਼ਾਂ। ਟਵਾਣਾ ਸਾਹਿਬ ਹੁਣ ਦੇਖੋ ਸੀਰੀਅਸ ਟੌਪਿਕ ਆ ਕਾਫੀ ਦਵਾਈਆਂ ਵਾਲਾ ਨਾ। ਹੁਣ ਮੇਰੇ ਚਾਚਾ ਜੀ ਡਾਕਟਰ ਨੇ, ਤੇ ਭਾਈ ਦੀ ਵੀ ਮੈਡੀਕਲ ਸਟੋਰ ਆ ਨਾ ਇੰਡੀਆ ਚ ਵਾਲੇ,
ਤੇ ਹੁਣ ਇਹ ਚੀਜ਼ਾਂ ਨਾ ਜਿਹੜੀਆਂ ਮੈਡੀਕਲ ਜਿਹੜੇ ਹੁਣ ਆਪਾਂ ਬਾਹਰ ਨਾਲ ਕੰਪੈਰੀਜ਼ਨ ਕਰੀਏ ਇਹਦੇ ਵਿੱਚ ਕੰਟਰੋਲ ਬਹੁਤ ਜ਼ਰੂਰੀ ਆ। ਹੁਣ ਪ੍ਰੈਸਕ੍ਰਿਪਸ਼ਨ ਇੱਕ ਚੀਜ਼ ਆ, ਹੁਣ ਇੱਥੇ ਆਪਣੇ ਇੰਡੀਆ ਹੈ ਹੀ ਨਹੀਂ ਪ੍ਰੈਸਕ੍ਰਿਪਸ਼ਨ। ਉੱਥੇ ਮੈਡੀਕਲ ਸਟੋਰ ਤੋਂ ਬੰਦਾ ਕੋਈ ਵੀ ਡਾਕਟਰ ਬਣ ਕੇ ਆਪਣੀ ਦਵਾਈ ਲੈ ਸਕਦਾ। ਤੁਸੀਂ ਜਿਵੇਂ ਕਹਿੰਦੇ ਹੋ ਅੱਧੀਆਂ ਦਵਾਈਆਂ ਕੈਮਿਸਟ ਦੇਈ ਜਾਂਦੇ ਆਪ ਹੈ ਨਾ, ਜਿਵੇਂ ਬੰਦਾ ਕਹਿੰਦਾ ਮੇਰਾ ਢਿੱਡ ਦੁਖਦਾ, ਸਿਰ ਦੁਖਦਾ ਜਾਂ ਕੁਝ ਵੀ ਹੈ, ਇਹਦੇ ਵਿੱਚ ਕੰਟਰੋਲ ਬਹੁਤ ਜ਼ਰੂਰੀ ਆ। ਆਪਣਾ ਡਰੱਗ ਡਿਪਾਰਟਮੈਂਟ ਤਾਂ ਕਹਿ ਲਓ ਇੱਕ ਤਰ੍ਹਾਂ ਦਾ, ਅੱਗੇ ਸਾਨੂੰ ਪੜ੍ਹਦੇ ਹੁੰਦੇ ਸੀ ਜਦੋਂ ਕਹਿੰਦੇ ਸੀ ਵੀ ਬੀ ਫਾਰਮਾ ਕਰ ਲਓ ਡਰੱਗ ਇੰਸਪੈਕਟਰ ਲੱਗ ਜਾਓਗੇ ਨਾ। ਮੈਂ ਤਾਂ ਦੇਖਿਆ ਨਹੀਂ ਕੋਈ ਬੀ ਫਾਰਮਾ ਕਰਕੇ ਲੱਗਿਆ ਡਰੱਗ ਇੰਸਪੈਕਟਰ। ਤੇ ਦੂਸਰਾ ਇਹਦੇ ਵਿੱਚ ਇਹ ਆ ਵੀ ਜਿਹੜਾ ਹੁਣ ਡਿਪਲੋਮਾ ਸੀਗਾ ਇਹਦੇ ਵਿੱਚ ਫਾਰਮੇਸੀ ਦਾ ਨਾ, ਜਿਹੜਾ ਬੰਦਾ ਕੈਮਿਸਟ ਸ਼ਾਪ ਖੋਲ ਸਕਦਾ, ਮੇਰੀ ਸਿਸਟਰ ਨੇ ਕਰਿਆ, ਮੇਰੇ ਭਾਈ ਨੇ ਕਰਿਆ, ਚਲੋ ਸਾਰਿਆਂ ਨੇ ਕੈਮਿਸਟ ਸ਼ਾਪ ਖੋਲੀ ਜਿਨ੍ਹਾਂ ਨੇ ਮਤਲਬ ਕਰਿਆ ਨਾ ਲੀਗਲੀ ਤਰੀਕੇ ਨਾਲ। ਉੱਥੇ ਕੀ ਆ, ਲੋਕ ਉੱਥੇ ਸਿਸਟਮ ਕੀ ਆ ਵੀ ਬੰਦਾ ਸਿੱਖ ਲਓ ਕੰਮ ਦਵਾਈਆਂ ਦਾ ਨਾ, ਫਿਰ ਕਿਸੇ ਤੋਂ ਰੈਂਟ ਤੇ ਲੈ ਲੈਂਦੇ ਨੇ ਉਹ। ਖਾਸ ਕਰਕੇ ਕੁੜੀਆਂ ਜਦੋਂ ਕਰਦੀਆਂ ਨੇ ਉਹ ਰੈਂਟ ਤੇ ਆਪਣਾ ਦੇਈ ਰੱਖਦੀਆਂ ਨੇ ਆਪਣਾ ਮੈਡੀਕਲ ਲਾਇਸੈਂਸ ਹੈ ਨਾ ਜੋ ਫਾਰਮਾਸਿਸਟ ਦਾ। ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ। ਤੇ ਦੂਸਰਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਥੇ ਮੇਰੇ 2 ਬੱਚੇ ਨੇ ਨਾ, ਦੋਨਾਂ ਦੀ ਡਿਲੀਵਰੀ ਵਕਤ ਮੈਂ ਨਾਲ ਸੀਗਾ ਆਪਣੀ ਵਾਈਫ ਦੇ। ਸੋ ਦੈਟ ਇਜ਼ ਅ ਵੈਰੀ ਸਟੈਂਡਰਡ ਰੂਲ ਹੀਅਰ। ਜਿਹੜੇ ਵੀ ਬੱਚੇ ਨੂੰ ਮਤਲਬ ਜਦੋਂ ਬੱਚਾ ਜੰਮਦਾ ਤਾਂ ਹਸਬੈਂਡ ਵਾਈਫ ਦੇ ਕੋਲੇ ਹੁੰਦਾ, ਉਹ ਇਹੀ ਆ ਵੀ ਇੱਕ ਤਰ੍ਹਾਂ ਦੀ ਸਹਾਨੁਭੂਤੀ ਦੇਣ ਲਈ, ਹੱਥ ਫੜਨ ਲਈ ਤੁਹਾਡੀ ਬਹੁਤ ਵਧੀਆ, ਉਹ ਬਹੁਤ ਵਧੀਆ ਪੁਆਇੰਟ ਆ। ਉਹਦੇ ਵਿੱਚ ਇਹ ਨਹੀਂ ਹੈਗਾ ਵੀ ਹੁਣ ਇੰਡੀਆ ਦੇ ਵਿੱਚ ਇਹਦੇ ਵਿੱਚ ਰੈਪਲੀਕਾ ਇਹਦਾ। ਹੁਣ ਇੰਡੀਆ ਦੇ ਵਿੱਚ ਕੀ ਆ, ਇੰਡੀਆ ਦੇ ਵਿੱਚ ਤਾਂ ਪਤਾ ਹੀ ਨਹੀਂ ਲੋਕਾਂ ਦਾ। ਜਿਵੇਂ ਤੁਸੀਂ ਇੱਕ ਵਾਰ ਦੱਸਿਆ ਸੀ ਦਰਾਹੇ ਤੁਹਾਡਾ ਕਿਸੇ ਰਿਸ਼ਤੇਦਾਰ ਦਾ ਆਈ ਥਿੰਕ ਮਦਰ ਦਾ ਆਪਰੇਸ਼ਨ ਕਰਿਆ ਸੀ, ਪਤਾ ਹੀ ਨਹੀਂ ਉਹਨਾਂ ਨੇ ਰਸੋਲ ਕੱਢੀ ਨਹੀਂ ਕੱਢੀ ਹੈ ਨਾ, ਬੰਦ ਕਰਕੇ ਚਲੇ ਗਏ ਸੀ। ਹਾਂਜੀ, ਉਹ ਘਰੇ ਚੋਰੀ ਹੋ ਗਈ ਸੀ ਉਹਨਾਂ ਦੇ, ਮੈਨੂੰ ਯਾਦ ਆ। ਤੇ ਉਹੀ ਗੱਲ ਆ ਵੀ ਉਹ ਚੀਜ਼ਾਂ ਇੰਡੀਆ ਦੇ ਵਿੱਚ ਮਤਲਬ ਕਾਊਂਟਰ ਮਤਲਬ ਕਰਨ ਲਈ ਆ ਵੀ ਭਾਈ ਮੈਂ ਦੇਖਾਂ ਵੀ ਸਹੀ ਕਰ ਰਿਹਾ ਕਿ ਨਹੀਂ ਕਰ ਰਿਹਾ, ਪਰ ਇੱਥੇ ਤਾਂ ਲੋਕ ਬੁਲਾਉਂਦੇ ਨੇ। ਤੇ ਤੀਜਾ ਫੈਕਟਰ ਇਹਦੇ ਵਿੱਚ ਇਹ ਆ ਵੀ ਜਿਹੜਾ ਸਜੇਰੀਅਨ ਦੀ ਤੁਸੀਂ ਗੱਲ ਕਰਦੇ ਹੋ, ਹੁਣ ਹੋਟਲ ਨੇ ਜਿਹੜੇ ਆਪਣੇ ਹਸਪੀਟਲ ਨੇ ਹੋਟਲਾਂ ਦਾ ਕੰਮ ਕਰ ਰਹੇ ਨੇ, ਉਹ ਚਾਹੁੰਦੇ ਨੇ ਬੰਦਾ ਭਾਈ ਸਾਡੇ 3-4 ਹਫ਼ਤਾ ਮਤਲਬ ਘੱਟੋ ਘੱਟ 1 ਹਫ਼ਤਾ ਸਾਡੇ ਐਡਮਿਟ ਰਹੇ ਬਾਅਦ ਚ ਵੀ। ਤੇ ਉਹ ਦੈਟਸ ਵਾਈ ਦੇ ਡੂ ਸਿਜ਼ੇਰੀਅਨ, ਅਦਰਵਾਈਜ਼ ਨਾਰਮਲ ਡਿਲੀਵਰੀ ਈਜ਼ੀ ਹੋ ਜਾਂਦੀ ਆ। ਬਾਹਰ ਲੋਕ ਸਾਰੇ ਨਾਰਮਲ ਡਿਲੀਵਰੀ ਦੀ ਹੀ ਅਪਰੋਚ ਨਾਲ ਆਉਂਦੇ ਨੇ ਹਸਪੀਟਲ। ਤਾਂ ਡਾਕਟਰਾਂ ਦੇ ਹਿਸਾਬ ਨਾਲ ਇਹ ਹੁੰਦਾ ਵੀ ਸਿਜ਼ੇਰੀਅਨ ਤਾਂ ਕਰਦੇ ਜੇ ਕੋਈ ਕੰਪਲਿਕੇਸ਼ਨ ਆ ਜਾਵੇ। ਹੁਣ ਮੇਰਾ ਪਹਿਲਾ ਬੱਚਾ ਹੋਇਆ ਸੀਗਾ, ਉਹਦੇ 1 ਮਿੰਟ ਟਵਾਣਾ ਇੱਕ ਹੋਰ, ਬਾਕੀ ਇਹਦਾ ਦੂਜਾ ਟੌਪਿਕ ਸੀਗਾ ਕੈਮਰੇ ਵਾਲਾ ਨਾ। ਹੁਣ ਕੈਮਰੇ ਵਾਲਾ ਟੌਪਿਕ ਇਹ ਆ ਵੀ ਹੁਣ ਦੇਖੋ ਇੱਕ ਇਹਦੇ ਵਿੱਚ ਵੀ ਹੁਣ ਲਾਅ ਬਣਨਾ ਚਾਹੀਦਾ ਵੀ ਕੈਮਰਾ ਕਿਸੇ ਦੇ ਘਰ ਵੱਲ ਨਾ ਝਾਕੇ। ਹੁਣ ਜਿਹੜਾ ਪਬਲਿਕ ਪਲੇਸ ਆ ਜਿਵੇਂ ਸਟਰੀਟ ਨੇ ਉੱਥੇ ਕੈਮਰਾ ਜ਼ਰੂਰ ਚਾਹੀਦਾ ਮੇਰੇ ਹਿਸਾਬ ਨਾਲ। ਹੁਣ ਇੱਥੇ ਜਿਹੜੇ ਛੋਟੇ ਫੈਂਸਿਸ ਨੇ, ਈਵਨ ਸ਼ਾਪਸ ਦੀ ਗੱਲ ਕਰ ਲਓ, ਉੱਥੇ ਉਹਨਾਂ ਨੇ ਕੈਮਰਾ ਪੱਕਾ ਹੀ ਬੰਨਿਆ ਹੁੰਦਾ ਵੀ ਤੁਹਾਡੇ ਕੈਮਰਾ ਲੱਗਿਆ ਹੋਇਆ, ਆਪਣੀ ਇੰਸ਼ੋਰੈਂਸ ਕਲੇਮ ਕਰ ਲਓ, ਠੀਕ ਹੈ ਨਾ। ਬੰਦਾ ਪੁਲਿਸ ਬਾਅਦ ਚ ਉਹਨੂੰ ਕਰ ਲੈਂਦੀ ਹੈ, ਫੜ ਲੈਂਦੀ ਹੈ ਉਹਦੇ ਕੈਮਰੇ ਦੇ ਬਿਨਾਂ ਤੇ ਨਾ, ਈਜ਼ੀਲੀ ਬੜੇ ਕ੍ਰਾਈਮ ਸੋਲਵ ਹੋ ਜਾਂਦੇ ਆ ਇਹਦੇ ਨਾਲ ਮੇਰੇ ਹਿਸਾਬ ਨਾਲ। ਕਿਉਂਕਿ ਆਪਣੀ ਬੱਸੋਂ ਬਹੁਤ ਜ਼ਿਆਦਾ ਤੇ ਆਪ ਲੋਕਾਂ ਨੂੰ ਇਨੀਸ਼ੀਏਟਿਵ ਲੈਣੇ ਚਾਹੀਦੇ ਨੇ ਤੇ ਪੁਲਿਸ ਨੂੰ ਇਹ ਕੈਮਰੇ ਨੂੰ ਇੱਕ ਐਵੀਡੈਂਸ ਮੰਨਣਾ ਚਾਹੀਦਾ। ਪਰ ਹਜੇ ਵੀ ਯੂਰਪੀਅਨ ਕੰਟਰੀਜ਼ ਜਾਂ ਇੱਧਰ ਆਪਣੇ ਦੇਸ਼ਾਂ ਦੇ ਵਿੱਚ, ਸਾਡੇ ਵੀ ਆਸਟ੍ਰੇਲੀਆ 'ਚ ਵੀ ਇਹਨੂੰ ਐਵੀਡੈਂਸ ਨਹੀਂ ਮੰਨਿਆ ਜਾਂਦਾ ਕੈਮਰੇ ਨੂੰ ਨਾ, ਅਨਟਿਲ ਅਨਲੈਸ ਉਹ ਮਤਲਬ ਆਥੋਰਾਈਜ਼ਡ ਹੋਵੇ। ਮਤਲਬ ਹਰ ਕੈਮਰੇ ਨੂੰ ਆਪਾਂ ਐਵੀਡੈਂਸ ਨਹੀਂ ਮੰਨਦੇ ਕੋਰਟ ਨਾਲ। ਤੇ ਉਹੀ ਚੀਜ਼ਾਂ ਨੇ ਵੀ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਮਤਲਬ ਹੋ ਜਾਣ ਤਾਂ ਮੇਰੇ ਹਿਸਾਬ ਨਾਲ ਕ੍ਰਾਈਮ ਛੋਟੇ ਮੋਟੇ ਤਾਂ ਆਪੇ ਘਟ ਜਾਣਗੇ। ਜੀ ਥੈਂਕ ਯੂ ਕੁਲਜਿੰਦਰ ਜੀ, ਥੈਂਕ ਯੂ। ਦੂਸਰੇ ਪਾਸੇ ਦੇਖੋ, ਜਿਸ ਤਰ੍ਹਾਂ ਡਾਕਟਰ ਦੇ ਲਈ ਸਰੀਰ ਹੁੰਦਾ ਉਹਦੇ ਲਈ ਔਰਤ ਜਾਂ ਮਰਦ ਨਹੀਂ ਹੁੰਦਾ, ਇਸੇ ਤਰ੍ਹਾਂ ਮੀਡੀਆ ਦੇ ਵਿੱਚ ਕਈ ਚੀਜ਼ਾਂ ਕਹਿਣੀਆਂ ਪੈਂਦੀਆਂ ਨੇ ਜਿਨ੍ਹਾਂ 'ਚ ਕਈਆਂ ਨੂੰ ਅਸ਼ਲੀਲਤਾ ਨਜ਼ਰ ਆਉਂਦੀ ਹੈ। ਪਰ ਟੂ ਬੀ ਵੈਰੀ ਫਰੈਂਕ, ਮੈਂ ਇਹਨੂੰ ਹੁਣ ਕਿੱਦਾਂ ਬਿਆਨ ਕਰਾਂ, ਕਿਉਂਕਿ ਪਰਿਵਾਰਕ ਸ਼ੋਅ ਹੈ। ਬਹੁਤ ਮਰਦਾਂ ਦੀ, ਪਤੀਆਂ ਦੀ ਇਹ ਫਿਤਰਤ ਹੈ ਕਿ ਉਹਦੀ ਪਤਨੀ ਸਜੇਰੀਅਨ ਆਪਰੇਸ਼ਨ ਹੀ ਕਰਾਵੇ, ਨਾਰਮਲ ਡਿਲੀਵਰੀ ਨਾ ਕਰੇ, ਕਿਉਂਕਿ ਬੱਚੇ ਜੰਮਣ ਤੋਂ ਬਾਅਦ ਪਤੀ ਆਪਣੀ ਪਤਨੀ ਦੇ ਵਿੱਚੋਂ ਉਹੀ ਕੁਝ ਮੰਨਣਾ ਚਾਹੁੰਦਾ ਜਿਹੜਾ ਉਹ ਬਿਨਾਂ ਬੱਚਿਆਂ ਦੇ ਹੁੰਦੀ ਹੈ। ਸਮਝ ਗਏ ਨਾ ਮੇਰਾ ਮਤਲਬ? ਕੁਆਰਾਪਣ ਵਾਲਾ ਉਹ ਨਹੀਂ ਚਾਹੁੰਦਾ ਕਿ ਉਸ ਤੇ ਨਾਰਮਲ ਬੱਚੇ ਹੋਣ। ਉਹ ਕਹਿੰਦਾ ਢਿੱਡ ਕੱਟਿਆ ਜਾਵੇ ਠੀਕ ਹੈ, ਪਰ ਬਾਕੀ ਸਰੀਰ ਪਹਿਲਾਂ ਵਾਲਾ ਹੀ ਰਹੇ ਜਿਵੇਂ ਬਿਨਾਂ ਬੱਚਿਆਂ ਦੀ ਮਾਂ ਦਾ ਹੁੰਦਾ, ਨਵੀਂ ਵਿਆਹੀ ਦਾ ਹੁੰਦਾ। ਸੋ ਇਹ ਬਦਕਿਸਮਤੀ ਹੈ। ਢਿੱਡ ਭਾਵੇਂ ਵੱਢਿਆ ਜਾਵੇ ਅਗਲੀ ਦਾ, ਨਕਾਰਾ ਹੋ ਜੇ ਸਰੀਰ, ਪਰ ਪਤੀ ਨੂੰ ਸੁੱਖ ਪਹਿਲਾਂ ਵਾਲਾ ਮਿਲਣਾ ਚਾਹੀਦਾ। ਇਹ ਗੱਲਾਂ ਮੈਂ ਤੁਹਾਨੂੰ ਹਿੰਟ ਕੀਤਾ, ਤੁਸੀਂ ਸਮਝ ਲਓ। ਇਹ ਮਰਦ ਆਪਣੇ ਸਵਾਦ ਦੇ ਲਈ ਇਹ ਚੀਜ਼ ਚਾਹੁੰਦਾ ਹੈ ਕਿ ਪਤਨੀ ਦਾ ਢਿੱਡ ਭਾਵੇਂ ਵੱਢਿਆ ਜਾਵੇ ਪਰ ਬਾਕੀ ਉਹ ਅੰਗ ਪੈਰਾਂ ਦੀ ਖੁੱਲੀ ਨਾ ਹੋਵੇ। ਇਹ ਸਾਡੀ ਬਦਕਿਸਮਤੀ ਹੈ। ਅਸੀਂ ਸਿਰਫ ਆਪਣਾ ਸੁੱਖ ਵੇਖਦਾ। ਮਰਦ ਪ੍ਰਧਾਨ ਸਮਾਜ ਇੱਥੋਂ ਤੱਕ ਵੀ ਸੁੱਖ ਵੇਖਦਾ ਆਪਣੀ ਪਤਨੀ ਦੇ ਮੁਤਲਕ।
ਸੋ ਕਈ ਸਾਰੇ ਕਮੈਂਟ ਆਏ ਨੇ ਤੇ ਧੰਨਵਾਦੀਆਂ ਸਾਡੇ ਜਿਹੜੇ ਨੇ ਸਪਾਂਸਰ ਸਾਹਿਬ ਦੇ। ਵਾਸ਼ਿੰਗਟਨ ਤੋਂ ਹੈ ਅਮਰੀਕਾ ਦੇ ਵਿੱਚ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਕਈ ਸਾਰੇ ਨੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਨਾਲ ਟਰੱਕ ਪਾਰਕਿੰਗ ਵੀ ਫ੍ਰੀ ਹੈ। ਇੱਥੇ ਤੁਸੀਂ ਟਰੱਕਾਂ ਦਾ ਸਮਾਨ ਸਮੱਗਰੀ ਵੀ ਖਰੀਦ ਸਕਦੇ ਹੋ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਦੂਸਰੀ ਇਹਨਾਂ ਦੀ ਲੋਕੇਸ਼ਨ ਹੈ ਲੌਸਟ ਹਿਲ ਟਰੈਵਲ ਸੈਂਟਰ, ਕੈਲੀਫੋਰਨੀਆ ਦੇ ਵਿੱਚ ਹੈ। ਲੌਸਟ ਹਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟ ਹਿਲ ਐਗਜ਼ਿਟ 278 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ ਨਹੀਂ, ਚਾਹ ਫ੍ਰੀ ਮਿਲੇਗੀ। ਇਸ ਤੋਂ ਇਲਾਵਾ ਉੱਥੇ ਲਾਂਡਰੀ, ਸ਼ਾਵਰ ਤੇ ਓਵਰਨਾਈਟ ਟਰੱਕ ਪਾਰਕਿੰਗ ਸੁਵਿਧਾਵਾਂ ਫ੍ਰੀ ਨੇ ਤੇ ਇਸ ਤੋਂ ਬਿਨਾਂ ਉੱਥੇ ਲਿਕਰ ਸ਼ਾਪ ਵੀ ਹੈ, ਇਹ ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀ ਦਾ ਕਾਰੋਬਾਰ ਹੈ। ਸੋ ਗੈਸ ਸਟੇਸ਼ਨਾਂ ਵਾਲੇ ਸੱਜਣ ਇਹਨਾਂ ਤੋਂ ਫਿਊਲ ਅਤੇ ਫਰੈਂਚਾਈਜ਼ ਤੇ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਹਰਜਾਪ ਸਿੰਘ ਹੋਰਾਂ ਦਾ ਨੰਬਰ ਹੈ, ਜੋ ਬਲਵੀਰ ਸਿੰਘ ਹੋਰਾਂ ਦੇ ਛੋਟੇ ਭਰਾ ਨੇ, 425 232 8413 4252328413। ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਔਜਲਾ ਸਾਹਿਬ ਸਵਾਗਤ, ਵੈਲਕਮ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਸੋਢੀ ਸਾਹਿਬ। ਖੰਨੇ ਦੀਆਂ ਗੱਲਾਂ ਸੁਣਾਉਂਦੇ ਜੀ ਮੇਰਾ ਹਾਸਾ ਨਿਕਲ ਜਾਂਦਾ। ਬਹੁਤ ਸਾਲ ਕੱਢੇ ਉਸ ਬੱਸ ਅੱਡੇ ਤੇ ਜੀ ਜ਼ਿੰਦਗੀ ਦੇ। ਬੜੇ ਇੱਕ ਕੰਨ ਚ ਮੈਲ ਕੱਢਣ ਵਾਲਾ ਬੈਠਾ ਉੱਥੇ ਜੀ, ਹੈਨਾ, ਜਿਨ੍ਹਾਂ ਨੇ ਮਹਾਰਾਜਾ ਭੁਪਿੰਦਰ ਦੀਆਂ ਫੋਟੋਆਂ ਲਾਈਆਂ ਹੁੰਦੀਆਂ, ਦਾਰਾ ਸਿੰਘ ਦੀਆਂ ਲਾਈਆਂ ਹੁੰਦੀਆਂ ਨੇ, ਅਖੌਤੀ ਮਰਦਾਨਗੀ ਕੇਂਦਰ ਦਵਾਖਾਨੇ, ਸ਼ਮਸ਼ੇਰ ਅੱਖਾਂ ਦਾ ਜਿਹੜਾ ਸ਼ਮਸ਼ੇਰ ਅੱਖਾਂ ਦਾ ਹਸਪਤਾਲ, ਸਾਰੇ ਉਹਦੇ ਸਾਹਮਣੇ ਹੀ ਬੈਠੇ, ਸਾਰੇ ਉਹੀ ਬੈਠੇ ਨੇ। ਤੇ ਉਹ ਮੇਰੇ ਇੱਕ ਛੋਟੀ ਸਾਹਿਬ ਸੁਣਾਉਂਦੇ ਨਾ, ਮੇਰੇ ਭੱਲੇ ਦੀ ਗੱਲ ਯਾਦ ਆ ਗਈ। ਜਦੋਂ ਨਾ ਬਾਹਲਾ ਆਪਰੇਸ਼ਨ ਹੋਣ ਲੱਗੇ ਸੀਗੇ ਤੇ ਉਹ ਕਹਿੰਦਾ ਵੀ ਡਾਕਟਰ ਨੂੰ ਇੰਨੀ ਭੁੱਖ ਲੱਗੀ ਉਹ ਘਰੇ ਚਲਿਆ ਗਿਆ। ਉਹ ਕਹਿੰਦਾ ਵੀ ਮੈਂ ਹੁਣ ਮਰਨ ਲੱਗਿਆ। ਉਹ ਜਦ ਘਰੇ ਗਿਆ, ਇਹਨੇ ਜਾ ਕੇ ਇੱਕ ਰੋਟੀ ਉਹ ਤੋੜੀ, ਨਰਸ ਦਾ ਫੋਨ ਆ ਗਿਆ, ਕਹਿੰਦੀ ਡਾਕਟਰ ਸਾਹਿਬ ਕੇਸ ਆ ਗਿਆ। ਅੱਛਾ। ਉਹ ਕਹਿੰਦਾ ਹੋਲਡ ਕਰੋ। ਉਹ ਕਹਿੰਦੀ ਜਾਨੂੰ ਤਾਂ ਨਾਰਮਲ ਹੋ ਜੂ, ਬੱਚਾ ਜਾਨੂੰ ਤਾਂ ਨਾਰਮਲ ਹੋ ਜੂ। ਮਤਲਬ ਜਾਣੀ ਦੇਖੋ ਜਿਹੜੇ ਜੋਕ ਸੀ ਡਾਕਟਰ ਇੰਨੇ, ਮੈਂ ਨਹੀਂ ਕਹਿੰਦਾ ਵੀ ਭੱਲੇ ਉਹਨਾਂ ਦੇ 100%, ਪਰ ਇਹਨਾਂ ਦੇ ਵਿੱਚੋਂ ਕਿੰਨਾ ਕੁਝ ਸਿੱਖਣ ਨੂੰ ਸੀਗਾ ਵੀ ਮਤਲਬ ਉਹਨਾਂ ਨੇ ਇਹ ਧੰਦਾ ਬਣ ਗਿਆ। ਇੱਥੇ ਕੋਸ਼ਿਸ਼ ਕਰਦੇ ਨੇ ਵੀ ਨਾਰਮਲ ਬੇਬੀ ਹੋਵੇ ਜੀ, ਤੇ ਇੱਥੇ ਕਹਿੰਦੇ ਨੇ ਵੀ ਜੇ ਸੀਜ਼ਰ ਹੋ ਜਾਵੇ ਬੱਚਾ, ਅਸੀਂ ਪੈਸੇ ਵੱਧ ਬਣਾਈਏ। ਘਰ ਵਾਲੇ ਵੀ ਚਾਹੁੰਦੇ ਨੇ ਸਿਕੰਦਰ ਵੀਰੇ, ਘਰ ਵਾਲੇ ਵੀ ਚਾਹੁੰਦੇ ਨੇ ਕਿ ਮੇਰੀ ਪਤਨੀ ਦੇ ਸਰਜਰੀਆਂ ਨਹੀਂ ਹੋਵੇ। ਮੈਂ ਜਿਹੜੀ ਤੁਸੀਂ ਹੁਣ ਸਟੋਰੀ ਦੱਸ ਕੇ ਹਟੇ ਹੋ, ਮੈਂ ਨਾ ਤੁਹਾਨੂੰ ਸਹੀ ਗੱਲ ਦੱਸਣ ਲੱਗਿਆ ਜੀ। ਮੈਂ ਇੱਕ ਵਾਰੀ ਮੈਨੂੰ ਬੁਖਾਰ ਚੜ ਗਿਆ ਇੰਡੀਆ। ਬੁਖਾਰ ਵੀ ਕਾਹਦਾ ਚੜਿਆ, ਬੇਰਾਮੀ ਚ ਮੈਨੂੰ ਬੁਖਾਰ ਹੋ ਗਿਆ। ਮੈਨੂੰ ਪਤਾ ਸੀ, ਮੈਂ ਕਿਹਾ ਠੀਕ ਹੋ ਜਾਣਾ ਮੈਂ, ਚਲੋ ਜੀ ਹਟੇ ਨਾ, ਚਲੋ ਡਾਕਟਰ ਦੇ ਲੈ ਗਿਆ, ਟੀਕਾ ਲਵਾ। ਉਹ ਮੈਂ ਕਿਹਾ ਮੈਨੂੰ ਪਤਾ ਇਹਨੇ ਕਿਹੜਾ ਟੀਕਾ ਲਾਉਣਾ, ਉਹ ਟੀਕਾ ਲਾ ਕੇ ਉਹਦਾ ਕੋਈ ਫਰਕ ਨਹੀਂ ਪੈਂਦਾ, ਲਵਾਤਾ ਜੀ ਮੇਰੇ। ਉਹ ਡਾਕਟਰ ਜੀ ਦੇ ਪੈਸੇ ਗੱਲੇ ਸਿੱਟੀ ਜਾਵੇ, ਮੈਂ ਬੈਠਾ ਦੇਖੀ ਗਿਆ। ਉਹ ਚਲੋ ਆਪਣਾ ਸੀਗਾ ਮੁੰਡਾ, ਉਹ ਜਾਣਦਾ ਸੀ, ਉਹ ਡਾਕਟਰ ਉਹ ਤੋਂ ਡਰਦਾ ਸੀਗਾ। ਮੈਂ ਕਿਹਾ ਚਲੇ ਨਾ ਮੇਰੇ 5 ਮਿੰਟ ਗੱਲ ਕਰਾਏਗਾ ਡਾਕਟਰ ਨਾਲ। ਕਹਾਂ ਚਾਚਾ ਤੂੰ ਪੰਗਾ ਨਾ ਪਾ ਦੀ। ਮੈਂ ਕਿਹਾ ਨਹੀਂ ਗੱਲ ਕਰਦੇ ਇਹਦੇ ਨਾਲ। ਮੈਂ ਡਾਕਟਰ ਸਾਹਿਬ ਕਿਤੇ ਘੁੰਮਣ ਘਾਮਣ ਜਾਂਦੇ ਹੁੰਦੇ ਹੋ? ਕਹਿੰਦਾ ਘੁੰਮਣ ਦਾ ਟਾਈਮ ਹੀ ਨਹੀਂ ਲੱਗਦਾ। ਮੈਂ ਕਿਹਾ ਫਿਰ ਇਹਦੇ ਕਮਾਉਣ ਦਾ ਕੀ ਫਾਇਦਾ ਤੁਹਾਡਾ ਹੈ? ਮੈਂ ਕਿਹਾ ਤੁਸੀਂ ਪਿੱਛੇ ਹਸਪਤਾਲ ਜੀ, ਖੰਨੇ ਪਿੱਛੇ ਹੀ ਹਸਪਤਾਲ ਹੈ। ਮੈਂ ਕਿਹਾ ਰਹਿਣੇ ਕਿੱਥੇ ਹੋ? ਕਹਿੰਦਾ ਉੱਪਰ ਰਹਿਣਾ, ਪਿੱਛੇ ਹਸਪਤਾਲ ਆ। ਕਹਿੰਦਾ ਰਾਤ ਨੂੰ ਵੀ ਕਾਲ ਆ ਜਾਂਦੀ ਹੈ। ਮੈਂ ਕਿਹਾ ਫਿਰ ਜ਼ਿੰਦਗੀ ਜਿਉਣਾ ਆ ਕਿ ਲੋਕਾਂ ਨੂੰ ਬਸ ਵੱਢ ਕੇ ਪੈਸੇ ਕਮਾਉਣਾ? ਪੁੱਤਰਾਂ ਦੇ ਧੀਆਂ ਦੇ ਕਰਜ਼ਈ ਨੇ ਕਰਜ਼ਾ ਲਾ ਰਹੇ ਨੇ ਪਿਛਲੇ ਜਨਮਾਂ ਦਾ। ਮੈਂ ਦੇਖੋ ਜੀ ਤੁਸੀਂ, ਪਰ ਆਪਾਂ ਕਹਿ ਦਿੰਦੇ ਆ ਵੀ ਪੈਸਾ, ਉਹਨਾਂ ਦੀ ਜ਼ਿੰਦਗੀ ਕੀ ਹੈ ਜੀ, ਇਹ ਵੀ ਸੋਚ ਕੇ ਦੇਖੋ। ਉੱਪਰ ਉਹ ਰਹਿ ਰਿਹਾ ਸੀ, ਪਿੱਛੇ 25-30 ਬੈਡਰੂਮ ਦਾ ਹਸਪਤਾਲ ਸੀ ਤੇ 8 ਵਜੇ ਆ ਜਾਂਦਾ ਸੀ, ਬਸ ਲੋਕਾਂ ਨੂੰ ਦੇਖੀ ਜਾਂਦਾ ਸੀ ਜਿਹੜਾ ਇਲਾਜ ਕਰਨ। ਆਪਾਂ ਕਹਿ ਦਿੰਦੇ ਆ ਜ਼ਿੰਦਗੀ ਇਹਨਾਂ ਦੀ ਕੁਛ ਨਹੀਂ ਹੈਗੀ ਜੀ, ਰੱਬ ਇੱਥੇ ਹੀ ਹੈ ਸਾਰਾ ਕੁਛ। ਮੈਂ ਆਪਦੇ ਅੱਖੀ ਮੈਂ ਉਹਨੂੰ ਸਰੇਆਮ ਪੁੱਛਿਆ ਜੀ, ਸਾਡੇ ਰੋਡ ਤੇ, ਮੈਂ ਨਾਂ ਭੁੱਲ ਗਿਆ। ਮੇਰੇ ਉਹਨਾਂ ਟੀਕਾ, ਮੈਂ ਕਿਹਾ ਡਾਕਟਰ ਸਾਹਿਬ ਇਹ ਟੀਕਾ ਕੁਛ ਨਹੀਂ ਹੈਗਾ, ਪਤਾ ਨਹੀਂ ਕਿਹੜਾ ਮਰਫੀ ਫਾਈ ਕੀ ਕਹਿੰਦੇ, ਉਹ ਟੀਕਾ ਲਾਇਆ ਇਹਨੂੰ, ਮੇਰੇ ਬੁਖਾਰ ਹੋਇਆ। ਮੈਂ ਕਿਹਾ ਰਹਿਣ ਤੋਂ, ਮੈਂ ਤਾਂ ਕਹੀ ਗਿਆ ਰਹਿਣ ਤੋਂ। ਉਹ ਮੇਰੇ ਨਾਲ ਦੇ ਨੂੰ ਆਏ ਸੀ ਵੀ ਜੇ 3 ਦਿਨ ਬਿਮਾਰ ਰਹਿ ਗਿਆ ਸਾਡਾ ਫਨ ਨਹੀਂ ਹੋਣਾ। ਉੱਥੇ ਵਾਲਿਆਂ ਨੂੰ ਆਇਆ ਹੁੰਦਾ ਮੱਦਾ ਬੱਕਰਾ ਆਇਆ ਹੈ, ਇਹਨੂੰ ਛੇਤੀ ਜਿੰਨਾ ਕਹਿ ਕੰਮ ਕਰੋ। ਮੈਂ ਕਹੀ ਗਿਆ ਮੈਂ ਯਾਰ ਹਾਂ। ਤੇ ਉਹ ਮਤਲਬ ਉਹ ਪੱਲੇ ਵਾਲੀ ਗੱਲ, ਉਹ ਕਹਿੰਦਾ ਮੈਂ ਰੋਟੀ ਖਾ ਲਾ, ਕਹਿੰਦੀ ਜਾਨੂੰ ਤਾਂ ਨਾਰਮਲ ਹੋ ਜੂ, ਜਾ ਐਨੇ ਤਾਂ ਨਾਰਮਲ ਹੋ ਜੂ। ਸੋ ਕਮਾਲ ਹੈ ਸਿਕੰਦਰ ਜੀ, ਥੈਂਕ ਯੂ। ਜਤਿੰਦਰ ਹੰਸਰਾ ਸਾਹਿਬ ਸਵਾਗਤ ਹੈ ਤੁਹਾਡਾ, ਕਮਾਲ ਪਰਿਓ, ਵੈਲਕਮ। ਕੀ ਹਾਲ ਆ ਬਾਈ ਜੀ? ਵਧੀਆ, ਆਨਰ ਹਾਂ ਜੀ। ਆਪਾਂ ਕੀ ਕਹਿਣਾ ਚਾਹੁੰਦੇ ਹੋ? ਆਖਰੀ ਕਾਲ ਜੀ, ਵੈਲਕਮ। ਨਹੀਂ
ਬਸ ਮੈਂ ਫਿਰ ਆਫ ਦਾ ਰਿਕਾਰਡ ਓਕੇ ਥੈਂਕ ਯੂ ਬਾਅਦ ਕਰਦਾ ਬਾਈ ਜੀ ਥੈਂਕ ਯੂ ਸੋ ਇਸ ਦੌਰਾਨ ਬਿਲਕੁਲ ਦੋਸਤੋ ਸੋ ਜ਼ਿੰਦਗੀ ਹੈ, ਜ਼ਿੰਦਗੀ ਦੇ ਰੰਗ ਮੰਨਣੇ ਚਾਹੀਦੇ ਨੇ। ਹੋਰ ਕਾਲ ਨਹੀਂ ਲਵਾਂਗੇ, ਮਾਫੀ ਚਾਹਾਂਗੇ ਤੇ ਕਮੈਂਟ ਮੈਂ ਜ਼ਰੂਰ ਸਾਰਿਆਂ ਦੇ ਪੜ੍ਹ ਕੇ ਜਾਵਾਂਗਾ। ਰਜਿੰਦਰ ਧਾਲੀਵਾਲ ਫੇਸਬੁੱਕ ਤੇ ਸਿਕੰਦਰ ਕਹਿੰਦੇ ਬਿਲਕੁਲ ਸੋਢੀ ਸਾਹਿਬ ਨੇ ਬਿਲਕੁਲ ਸਹੀ ਆਖਿਆ, ਇਹ ਨਈਮ ਹਕੀਮ ਖਤਰਾ ਜਾਨ ਏਦਾਂ ਹੀ ਮਰਦ ਜਿਹੜੇ ਨੇ ਬਣਾਉਂਦੇ ਨੇ ਟੈਂਟਾਂ 'ਚ ਵੜ ਕੇ। ਕੁਲਦੀਪ ਸਿੰਘ ਗਰੋਵਰ ਗੋਨਿਆਣਾ ਤੋਂ ਹਰਜੀਤ ਲਿਟ ਤੇ ਮਨਦੀਪ ਸਿੰਘ ਕਹਿੰਦੇ ਜੀ ਹੁਣ ਦੇਖ ਲਓ ਘਰ ਘਰ ਨੌਕਰੀ ਕੀ ਹਾਲ ਹੈ ਸਰਕਾਰਾਂ ਦਾ। ਅਰਮਾਨ ਚੱਠਾ ਸਾਹਿਬ ਥੈਂਕ ਯੂ, ਮਿਹਰਬਾਨੀ। ਮੈਂ ਜ਼ਿਆਦਾ ਸੰਖੇਪ 'ਚ ਹੀ ਜਾਵਾਂਗਾ, ਕਮੈਂਟ ਮੈਂ ਸ਼ਾਇਦ ਨਾ ਪੜ੍ਹ ਸਕਾਂ। ਅਰਮਾਨ ਚੱਠਾ ਸਾਹਿਬ ਥੈਂਕ ਯੂ, ਤੁਹਾਡੀ ਹਾਜ਼ਰੀ ਲੱਗੀ। ਹਰਵਿੰਦਰ ਸਿੰਘ ਜੀ ਥੈਂਕ ਯੂ। ਕੋਹਨੂਰ ਸਾਹਿਬ ਕਹਿੰਦੇ ਜੀ ਥੈਂਕ ਯੂ, ਜੋਗਿੰਦਰ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਨਤਾੜਕ ਜਰਨੈਲ ਸਨ ਉਜਾਗਰ ਸਿੰਘ ਸੇਖਵਾਂ। ਤਰਲੋਚਨ ਸਿੰਘ ਜੀ ਥੈਂਕ ਯੂ, ਖੰਨੇ ਤੋਂ ਨੇ ਸ਼ਾਇਦ। ਜਗਦੀਪ ਗਿੱਲ, ਮਨਦੀਪ ਸਿੰਘ ਜੀ ਥੈਂਕ ਯੂ, ਕੁਲਦੀਪ ਸਿੰਘ ਥੈਂਕ ਯੂ। PV3 ਬਠਿੰਡਾ ਵਾਲੇ ਪੰਜਾਬ ਚ ਆਪ ਖਤਮ ਨਹੀਂ, ਇਦਾਂ ਦੀ ਗੱਲ ਤਾਂ ਨਹੀਂ ਪਰ ਹਾਲਾਤ ਚੰਗੇ ਨਹੀਂ ਹੈ। ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ ਤਾਂ ਸੇਵਾਵਾਂ ਲੈ ਸਕਦੇ ਹੋ। CPA ਤਰਸੇਮ ਸਿੰਘ ਗਿੱਲ ਦੀਆਂ। ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਨੰਬਰ ਹੈ 484 764 9861 4847649861। ਡਾਕਟਰ ਅਮਰਜੀਤ ਗਰੇਵਾਲ ਲਿਖਦੇ ਨੇ ਲੱਗਦਾ ਆਪ ਦਾ ਝਾੜੂ ਇਸ ਵਾਰੀ ਰੂੜੀ ਤੇ ਜਾਊਗਾ। ਬਿਲਕੁਲ ਜੀ, ਖਰਾਬ ਕਰ ਲਿਆ ਇਹਨਾਂ ਨੇ। ਰੂਬੀ ਮੰਨ ਸਬਸਕ੍ਰਾਈਬਰ ਨੇ ਆਪਣੇ। ਕੁਲਦੀਪ ਸਿੰਘ ਜੀ ਥੈਂਕ ਯੂ। ਕੈਪਟਨ ਤੇ ਬਾਦਲਾਂ ਨੂੰ ਬਚਾਉਣ ਦੇ ਚੱਕਰ 'ਚ ਪੰਜਾਬ ਦੇ ਵਿੱਚ ਕਾਂਗਰਸ ਦਾ ਬੇੜਾ ਗਰਕ ਕਰ ਦਿੱਤਾ ਤੇ ਮੇਰਾ ਮੰਨਣਾ ਜੇ ਅਕਾਲੀ ਇਸ ਵਾਰ ਆਏ ਤਾਂ ਤਬਦੀਲੀ ਉਹਨਾਂ 'ਚ ਵੀ ਹੋਵੇਗੀ। ਗਰੇਵਾਲ ਸਾਹਿਬ ਲਿਖਦੇ ਨੇ ਕੋਈ ਹੱਲ ਨਹੀਂ ਹੋਣਾ। ਰਜਿੰਦਰ ਕੁਮਾਰ ਕਹਿੰਦੇ ਪੰਜਾਬ ਦਾ ਪੈਸਾ, ਜਨਤਾ ਦਾ ਪੈਸਾ, ਮੌਜਾਂ, ਸਰਕਾਰੀ ਗੱਡੀਆਂ, ਫਰੀ ਦਾ ਤੇਲ, ਮਨ ਰੋਂਦਾ ਪੰਜਾਬ ਸਿਉਂ ਨੂੰ ਦੇਖ ਕੇ। SPS ਕਹਿੰਦੇ ਰੂਸਾ ਦੀ ਕੋਈ ਨਿਊਜ਼ ਹੈ? ਨਹੀਂ ਅਜੇ ਤਾਂ ਨਹੀਂ ਜੀ। ਰਤਨਗੜ੍ਹ ਤੋਂ ਕੁਲਦੀਪ ਸਿੰਘ, ਦੀਪ ਅਨੰਦਪੁਰ ਸਾਹਿਬ ਤੋਂ। ਗੁਰਮੀਤ ਚਹਿਲ ਮਨੀਲਾ ਤੋਂ ਥੈਂਕ ਯੂ ਜੀ। ਲਾਡੀ ਸਿੰਘ ਕਹਿੰਦੇ ਕੀ ਰੰਗ ਲਿਆਏਗਾ ਨਵਾਂ ਬਣਿਆ ਮੰਚ, ਸਾਂਝਾ ਸੁਨਹਿਰਾ ਪੰਜਾਬ। ਬੜੇ ਮੰਚ ਬਣਨਗੇ ਵੀਰ। ਮਨਜੀਤ ਸਿੰਘ ਲਹਿਲ ਕਹਿੰਦੇ ਕੈਨੇਡਾ ਦਾ ਇੱਕ ਰੇਡੀਓ ਵਾਲਾ, ਤੁਸੀਂ ਵੀ ਕੰਮ ਠੀਕ ਹੈ ਜੀ। ਆਪਣਾ ਆਪਣਾ ਨਜ਼ਰੀਆ। ਆਪਾਂ ਦੇਖੋ ਬਾਈ ਜੀ ਜਿੰਨੀ ਦੇਰ ਕਿਤੇ ਵੀ ਕੰਮ ਕੀਤਾ ਆਪਾਂ ਆਪਣੇ ਜ਼ਿੰਮੇਵਾਰ ਹਾਂ। ਮੈਂ ਤਾਂ ਕਹਿਣਾ ਹੁੰਦਾ ਕਿ ਬੰਦਾ ਆਪਣੇ ਧੀ ਪੁੱਤ ਦਾ ਵੀ ਜ਼ਿੰਮੇਵਾਰ ਨਹੀਂ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ। ਸੁਖਪਾਲ ਸਿੱਧੂ ਥੈਂਕ ਯੂ ਜੀ, ਮਿਹਰਬਾਨੀ। ਬਲਵਿੰਦਰ ਸਿੰਘ ਥੈਂਕ ਯੂ। ਗੁਰਪ੍ਰੀਤ ਗਰੇਵਾਲ, ਬਲਵਿੰਦਰ ਸਿੰਘ ਕਹਿੰਦੇ ਆਮ ਲੋਕ ਕਹਿੰਦੇ ਨੇ ਕਿ ਕੈਪਟਨ ਬਾਦਲ ਰਲ ਮਿਲ ਕੇ ਚੱਲਦੇ ਨੇ, ਪਰੰਤੂ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਰਲੇ ਮਿਲੇ ਨੇ ਤਨਖਾਹਾਂ ਦਾ ਟੈਕਸ ਖਜ਼ਾਨਾ ਵਿੱਚੋਂ ਭਰਨਾ। ਪੱਪੂ ਭੜੋ, ਬਲਵਿੰਦਰ ਸਿੰਘ ਕਹਿੰਦੇ ਦੂਜੇ ਪਾਸੇ ਕੇਜਰੀਵਾਲ ਵਧੀਆ ਸੀ ਤਾਂ MP ਕਿਉਂ ਨਹੀਂ ਜਿੱਤੇ, ਜੇ ਮੋਦੀ ਵਧੀਆ ਤਾਂ MLA ਕਿਉਂ ਨਹੀਂ ਜਿੱਤੇ, ਸਵਾਲ ਵੱਡਾ ਹੈ। ਗੁਰਨੈਬ ਸਿੰਘ ਬਰਾੜ, ਅਰਸ਼ ਭੁੱਲਰ, ਧਰਮ ਸਿੰਘ ਗੰਢੇ ਲਿਖਦੇ ਨੇ ਜੀ ਇੱਕ ਮੁੰਡਾ ਕਹਿੰਦੇ ਸਾਡੇ ਕੱਲ ਪੂਰਾ ਹੋਇਆ ਮੋਗੇ 'ਚ ਓਵਰਡੋਜ਼ ਨਾਲ, ਚਿੱਟੇ ਨੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ, ਮੁੰਡੇ ਤਾਂ ਇੱਕ ਪਾਸੇ ਵੀਰ ਕੁੜੀਆਂ ਵੀ ਪਿੱਛੇ ਨਹੀਂ। ਕਪਤਾਨ ਸਾਹਿਬ ਕਹਿੰਦਾ ਮੈਂ ਨਸ਼ੇ ਦਾ ਲੱਕ ਤੋੜ ਦਿੱਤਾ। ਜਗਜੀਤ ਸਿੰਘ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਧਰਮ ਸਿੰਘ ਕਹਿੰਦੇ ਉਦੋਂ ਲੱਗਦਾ ਪਤਾ ਜਦੋਂ ਕੋਈ ਘਰ ਦੇ ਵਿੱਚ ਹੋਵੇ ਕੰਧਾਂ ਨੂੰ ਟੱਕਰਾਂ ਮਾਰ ਰਿਹਾ ਹੋਵੇ ਮਾਂ ਰੋਂਦੀ। ਹੁਣ ਇਹਨਾਂ ਨੂੰ ਵੀਰੇ ਕੀ ਪਤਾ ਹੈ। ਗਜ਼ਲ ਸ਼ਰਮਾ ਵੀ ਬਰਾਣੀ ਥੈਂਕ ਯੂ। ਗੁਰਾਹਾਂ ਸਾਹਿਬ ਨੂੰ ਜਿੰਦਾਬਾਦ ਕਹਿੰਦੇ ਨੇ। ਅਮਨਪ੍ਰੀਤ ਮੋਗਾ ਤੋਂ ਕੋਈ ਨਸ਼ਾ ਛਡਾਉਣ ਵਾਲੇ ਡਾਕਟਰ ਨੂੰ ਵੀ ਪ੍ਰੋਗਰਾਮ 'ਚ ਲਿਆਓ। ਬਿਲਕੁਲ ਅਮਨਪ੍ਰੀਤ ਜੀ, ਕਰਦੇ ਹਾਂ ਕਿਸੇ ਦਿਨ ਗੱਲ ਡਰਗ ਤੇ, ਪਰ ਇਹ ਅੱਜ ਵਾਲਾ ਪ੍ਰੋਗਰਾਮ ਜ਼ਰੂਰ ਅੱਗੇ ਸਾਂਝਾ ਕਰਿਓ ਤੇ ਇਹਨੂੰ ਘਰ 'ਚ ਲਾਗੂ ਕਰਿਓ। ਦਵਾਈਆਂ ਮੈਡੀਕਲ ਦੀਆਂ ਖਾਸ ਕਰਕੇ ਪੇਨ ਕਿਲਰ ਘਟਾਓ, ਥੋੜਾ ਦਰਦ ਸਹਿਣ ਦੀ ਆਦਤ ਪਾਓ, ਖਾਸ ਕਰਕੇ ਪ੍ਰੈਗਨੈਂਸੀ ਦੇ ਦੌਰਾਨ ਤਾਂ ਖਾਸ ਕਰਕੇ। ਸੋ ਪ੍ਰੈਗਨੈਂਟ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀ ਸਿਹਤ ਸਟਰੋਂਗ ਕਰੋ, ਉਹਨਾਂ ਨੂੰ ਵਧੀਆ ਮਾਹੌਲ ਦਿਓ, ਇਹ ਤੁਹਾਡੇ ਤੇ ਡਿਪੈਂਡ ਹੈ। ਰਣਜੀਤ ਦੋਲੇ ਕਹਿੰਦੇ ਜਰਮਨੀ 'ਚ ਤਾਂ ਕਹਿੰਦੇ ਸੜਕਾਂ ਤੇ ਹਾਈਵੇ ਤੇ ਕੈਮਰੇ ਨੇ, ਆਮ ਥਾਵਾਂ ਤੇ ਵੈਸੇ ਕਾਰਨ ਕੈਮਰੇ ਨਹੀਂ ਲਾ ਸਕਦੇ, ਪਰ ਸਾਡੇ ਤਾਂ ਪਬਲਿਕ ਪਲੇਸ ਤੇ ਨੇ ਜੀ। ਦਿੱਲੀ 'ਚ ਵਰਲਡ ਰਿਕਾਰਡ ਹੈ, ਵਿਸ਼ਵ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੈਮਰੇ ਦਿੱਲੀ 'ਚ ਨੇ ਪਬਲਿਕ ਪਲੇਸ ਤੇ, ਕਿਉਂਕਿ ਲੋਕ ਸੇਫ ਨਹੀਂ ਮਹਿਸੂਸ ਕਰਦੇ। ਜਗਦੇਵ ਸਿੰਘ ਸਿੱਧੂ ਆਪਣੇ ਸਬਸਕ੍ਰਾਈਬਰ ਨੇ ਤੇ ਨਾਲ ਸੁਰਿੰਦਰ ਜੌਹਲ ਜੋੜੀਦਾਰ ਇਹਨਾਂ ਦੇ, ਉਹ ਵੀ ਸਬਸਕ੍ਰਾਈਬਰ ਨੇ। ਧਰਮ ਸਿੰਘ ਗੰਢੇ, ਸੁਰਿੰਦਰ ਜੌਹਲ, ਅੱਛਾ ਇਹਨਾਂ ਦਾ ਵੀ ਕਮੈਂਟ ਥੈਂਕ ਯੂ। ਯਾਦਵਿੰਦਰ ਬਾਈ ਜੀ ਥੈਂਕ ਯੂ। ਤੇ ਇਸੇ ਦੌਰਾਨ ਆਪ ਸਭ ਦਾ ਧੰਨਵਾਦ ਤੇ ਬਹੁਤ ਸਾਰੇ ਸੁਨੇਹੇ ਆਏ ਨੇ ਤੇ ਆਪ ਸਭ ਦਾ ਧੰਨਵਾਦ। ਇੱਕ ਵੀਰ ਦਾ ਕਮੈਂਟ ਸੀਗਾ ਕਿ ਜੇ ਚੰਨੀ ਹੁਣੀ ਪ੍ਰਦਰਸ਼ਨ ਕਰਦੇ ਨੇ ਤਾਂ ਤੁਸੀਂ ਗਲਤ ਕਹਿੰਦੇ ਹੋ, ਤੇ ਜੇ ਕੈਪਟਨ ਪ੍ਰਦਰਸ਼ਨ ਸ਼ਕਤੀ ਦਾ ਕਰਦਾ ਤਾਂ ਤੁਸੀਂ ਉਹਨੂੰ ਵੀ ਗਲਤ ਕਹਿੰਦੇ ਹੋ। ਚੰਨੀ ਹੁਣੀ ਸਹੀ ਕਿਵੇਂ ਹੋਗੇ ਤੇ ਕੈਪਟਨ ਗਲਤ? ਦੇਖੋ ਵੀਰ,
ਮੈਨੂੰ ਨਾਂ ਨਹੀਂ ਯਾਦ ਕਿ ਇਹਨਾਂ ਨੇ ਕਮੈਂਟ ਕੀਤਾ ਸੀ, ਉਹਨਾਂ ਨੇ ਵੀ ਆਖਿਆ ਸੀ ਕਿ ਤੁਹਾਡੇ ਧਰਨ ਪਾ ਗਿਆ ਕੈਪਟਨ। ਸਾਡੇ ਤਾਂ ਧਰਨ ਕਿਹੜੀ ਪੈਣੀ ਆ ਵੀਰ, ਅਸੀਂ ਤਾਂ ਆਪਣੀ ਧਰਨ ਕੱਢ ਲਈਦੀ ਆ, ਦੂਜਿਆਂ ਦੀ ਵੀ ਕੱਢ ਦਈਦੀ ਆ। ਉਹ ਤਰੀਕਾ ਮੈਂ ਤੁਹਾਨੂੰ ਦੱਸਿਆ ਸੀ ਧਰਨ ਕੱਢਣ ਦਾ ਕਿ ਏਦਾਂ ਬਾਹਾਂ ਲੱਤਾਂ ਕਰਕੇ। ਪਰ ਜਿਹੜੀ ਸਥਿਤੀ ਹੈ ਨਾ, ਇਹ ਪੇਡ ਖਬਰਾਂ ਹੁੰਦੀਆਂ ਨੇ। ਮੈਂ ਕੱਲ ਵੀ ਆਖਿਆ ਸੀ ਕਿ ਹਾਰਸ ਟ੍ਰੇਡਿੰਗ ਹੋਏਗੀ, ਗਧਿਆਂ ਦਾ ਟ੍ਰੇਡ ਹੋਏਗਾ, ਜਾਣੀ ਕਿ MLAs ਦੀ ਖਰੀਦੋ ਫਰੋਖਤ ਹੋਏਗੀ। ਜੇ ਹੁਣ ਕਿਸੇ ਨੂੰ ਲੱਗਦਾ ਕਿ ਯਾਰ ਸਰਕਾਰ ਤੇ ਸਿੱਧੂ ਦੀ ਵੀ ਨਹੀਂ ਬਣਨੀ, ਆਪਾਂ ਨੂੰ 5-10 ਕਰੋੜ ਮਿਲਦਾ, ਪੈਸੇ ਲਓ ਕੈਪਟਨ ਵੱਲ ਭੁਗਤੋ, ਇਹ ਕੁਝ ਵੀ ਹੋਏਗਾ। 6 ਮਹੀਨੇ ਨੇ, ਜਿਹਨੂੰ ਤਾਂ ਵਜ਼ੀਰ ਬਣਨ ਦੀ ਆਸ ਹੈ ਉਹ ਦੋਵੇਂ ਪਾਸੇ ਫਿਰੇਗਾ। ਪਰ 6 ਮਹੀਨੇ ਦੇ ਦੌਰਾਨ ਇਹ ਸਪਸ਼ਟ ਹੈ ਕਿ ਕੈਪਟਨ ਸਾਹਿਬ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੀ ਜਨਤਾ। ਨੇੜਲੇ ਬੰਦੇ ਨੇ ਪਸੰਦ ਕਰਦੇ ਹੋ ਸਕਦੇ ਨੇ। 77-78 ਦੇ ਵਿੱਚੋਂ ਕੁਝ MLA ਪੱਟ ਕੇ ਉਹ ਆਪਣੀ ਸਰਕਾਰ ਵੀ ਕਾਇਮ ਰੱਖ ਸਕਦਾ ਹੈ। ਜੇ 200-400 ਕਰੋੜ ਵੰਡ ਦੂ, ਕੋਈ ਆਫਤ ਨਹੀਂ ਆਉਣ ਲੱਗੀ ਕਪਤਾਨ ਸਾਹਿਬ ਨੂੰ। 6 ਮਹੀਨੇ ਹੋਰ ਕੱਢ ਜਾਏਗਾ, ਅਕਾਲੀਆਂ ਲਈ ਰਾਹ ਸੁਖਾਲਾ ਕਰ ਜਾਏਗਾ। ਪਰ ਜੇ ਸਿੱਧੂ ਧੜੇ ਦਾ ਕੋਈ MP ਬਣਦਾ, CM ਬਣਦਾ, ਤਾਂ ਇਹਨਾਂ ਦਾ ਵੀ ਪਤਾ ਲੱਗ ਜੂ ਕਿ 6 ਮਹੀਨੇ 'ਚ ਕੁਝ ਕਰਦੇ ਨੇ ਕਿ ਗੱਲਾਂ ਹੀ ਮਾਰਦੇ ਨੇ। ਪਰ ਇਹ CM ਦਾ, ਕੈਪਟਨ ਦਾ ਹਟਣਾ ਅਕਾਲੀਆਂ ਲਈ ਖਤਰੇ ਦੀ ਘੰਟੀ ਹੈ, ਕਿਉਂਕਿ ਇਹ 2-4 ਮਹੀਨੇ ਦੌਰਾਨ ਆਪਣੀ ਕਾਰਗੁਜ਼ਾਰੀ ਦਿਖਾਉਣਗੇ। ਜਿਹੜੇ ਨਸ਼ੇ 'ਚ ਇਨਵੋਲਵ ਲੋਕ ਨੇ, ਠੀਕ ਹੈ ਪੋਲੀਟੀਕਲ ਵੈਂਡੇਟਾ ਵੀ ਹੋਏਗਾ, ਪਰ ਇਹਨਾਂ ਨੂੰ ਫਿਰ ਇਹ ਦਾਅਵਾ ਨਹੀਂ ਹੈ ਕਿ ਸਾਡੀ ਸਰਕਾਰ ਆਉਣ ਤੇ ਕਰਾਂਗੇ। ਸਿੱਧੂ ਸਾਹਿਬ ਨੂੰ ਕਰਨਗੇ, ਕਰੋ ਤੁਸੀਂ, 6 ਮਹੀਨੇ ਨੇ ਤੁਹਾਡੇ ਕੋਲ, 6 ਮਹੀਨੇ 'ਚ ਕੁਛ ਤਾਂ ਪੂਣੀ ਕੱਤੋ, ਪਤਾ ਲੱਗ ਜਾਏਗਾ। ਰਹਿਣਾ ਤਾਂ ਕੈਪਟਨ ਨੇ ਵੀ ਹੈ, ਕੈਪਟਨ ਨੇ ਕਿਹੜਾ 6 ਮਹੀਨੇ 'ਚ ਕੋਈ ਇੱਥੇ ਕੈਲੀਫੋਰਨੀਆ ਬਣਾ ਦੇਣਾ। ਜੇ ਇਹ ਤਬਦੀਲ ਕਰ ਲੈਂਦੇ ਨੇ ਤਾਂ ਇਹਨਾਂ ਦਾ ਵੀ ਹੈ ਨਾ, ਜਿਹੜਾ ਉਹਦਾ ਖਾਣਾ ਠੰਡਾ ਹੋ ਜਾਊਗਾ ਦਿਮਾਗ। ਹੋਰ ਤਾਂ ਮੈਂ ਨਾ ਕਹਾਂ ਕੁਛ, ਇਹਨਾਂ ਦਾ ਵੀ ਵਿੱਤ ਪਤਾ ਲੱਗ ਜੂ ਕਿ ਕਿੰਨੇ ਕੁ ਜੋਗੇ ਨੇ। ਸੋ ਬਾਕੀ ਵੀਰ ਧਰਨ ਤੁਰਨ ਵਾਲੀ ਤਾਂ ਆਪਾਂ ਨੂੰ ਪਰਵਾਹ ਨਹੀਂ ਵੀਰ ਮੇਰਿਆ। ਮੈਨੂੰ ਨਾਂ ਨਹੀਂ ਪਤਾ ਤੁਹਾਡਾ ਕਿਹਨਾਂ ਨੇ ਲਿਖਿਆ ਸੀ, ਕਮੈਂਟ ਲਿਖਿਆ ਸੀ, ਮੈਂ ਪੜ੍ਹਿਆ ਸੀ। ਪ੍ਰੋਫੈਸਰ ਜਸਵੰਤ ਸਿੰਘ, ਥੈਂਕ ਯੂ ਜੀ, ਮਿਹਰਬਾਨੀ। ਆਪਣੇ ਸਬਸਕ੍ਰਾਈਬਰ ਵੀ ਨੇ, ਧੰਨਵਾਦ ਇਹਨਾਂ ਦਾ ਵੀ ਹੈ। ਤੇ ਇਸ ਕਰਕੇ ਜਿਹੜਾ ਸਰਕਮਸਟੈਂਸ ਨੇ ਨਾ ਆਉਣ ਵਾਲੇ ਦਿਨਾਂ 'ਚ ਵੇਖਣੇ ਹੋਣਗੇ। ਹਾਂ, ਯਾਰ ਅਣਮੁੱਲੇ ਨੇ ਲਿਖਿਆ ਸੀਗਾ, ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਕਪਤਾਨ ਗਿਆ, ਪਰ ਕੱਲ ਤਾਂ ਕਪਤਾਨ ਨੇ ਤੁਹਾਡੇ ਤੇ ਸੁਰਿੰਦਰ ਬਾਈ ਦੇ ਵੀ ਧਰਨ ਪਾ ਛੱਡੀ ਹੈ। ਸਾਡੇ ਧਰਨ ਨਹੀਂ ਪੈਂਦੀ ਵੀਰ, ਯਾਰ ਅਣਮੁੱਲਿਆ। ਸੋ ਸਾਡੇ ਧਰਨ ਨਹੀਂ ਪੈਂਦੀ। ਹਰਵਿੰਦਰ ਰਾਏ ਦਾ ਕਮੈਂਟ ਮੈਂ ਪੜ੍ਹ ਨਹੀਂ ਸਕਿਆ। ਹੁੰਦੀ ਸਾਹਿਬਾਨੀ ਦੱਲੀ ਮੈਨੂੰ ਸਮਝਿਆ ਨਹੀਂ ਖੈਰ। ਸੋ ਇਸ ਕਰਕੇ ਯਾਰ ਅਣਮੁੱਲੇ ਵੀਰ, ਸ਼ਕਤੀ ਪ੍ਰਦਰਸ਼ਨ ਕੈਪਟਨ ਦਾ ਕਰਨਾ ਮੈਂ ਸਮਝਦਾ ਕਿਉਂ ਗਲਤ ਹੈ, ਕਿਉਂਕਿ ਇਹ ਜਿਹੜਾ ਦਿਖਾ ਰਹੇ ਨੇ ਕਿ ਸਾਡੇ ਨਾਲ 58 MLA ਨੇ, 70 MLA ਨੇ, ਇਹਦੇ ਨਾਲ ਵਿਰੋਧੀ ਹੋਰ ਹਾਈਪਰ ਹੋਣਗੇ। ਜਦੋਂ ਤੁਸੀਂ ਆਪਣੇ ਦੁਸ਼ਮਣ ਨੂੰ ਚੜਾਓਗੇ, ਤੁਸੀਂ ਸੇਫ ਜਗ੍ਹਾ ਬੈਠੇ ਹੋ, ਤੁਸੀਂ CM ਹੋ। ਜੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਜਾਣੀ ਕਿ ਸਿੱਧੂ ਖੇਮੇ ਨੂੰ ਚੜਾਓਗੇ ਤਾਂ ਉਹ ਹੋਰ ਵਿਸ ਘੋਲਣਗੇ। ਉਹ ਕਹਿੰਦੇ ਆ ਨਾ ਕਿ ਜੇ ਸੱਪ ਨੂੰ ਜ਼ਖਮੀ ਕਰਕੇ ਛੱਡ ਦਿਓ ਤੇ ਉਹ ਖਤਰਨਾਕ ਹੋ ਜਾਂਦਾ, ਰੋਚ ਹੋ ਜਾਂਦਾ, ਮਰਦਾ ਕੀ ਨਾ ਕਰਦਾ। ਸੋ ਕਪਤਾਨ ਸਾਹਿਬ ਨੂੰ ਸ਼ਕਤੀ ਪ੍ਰਦਰਸ਼ਨ ਦੀ ਜ਼ਰੂਰਤ ਨਹੀਂ, ਸਿਰਫ ਆਪਣੀ ਸਰਕਾਰ ਚਲਾਉਣ ਤੱਕ ਧਿਆਨ ਕੇਂਦਰਿਤ ਕਰਨਾ ਚਾਹੀਦਾ। ਉਹ ਡਰਾਈਵਰ ਆਪਣੀ ਗੱਡੀ ਭਜਾਈ ਜਾਵੇ, ਜਿਹੜੇ ਆ ਉਹਦੀ ਸੀਟ ਸਾਂਭਣ ਨੂੰ ਫਿਰਦਾ ਉਹਨੂੰ ਮੁੱਕੀਆਂ ਨਾ ਦਿਖਾਵੇ, ਉਹ ਆ ਧਿਆਨ ਆਪਣੇ ਸਟੀਅਰਿੰਗ ਤੇ ਰੱਖੇ। ਜੇ ਇੱਕ ਬੱਸ ਦਾ ਡਰਾਈਵਰ ਇੱਕ ਹੋਰ ਬੱਸ ਵਾਲੇ ਡਰਾਈਵਰ ਨੂੰ ਜਿਹੜਾ ਉਹਦੀ ਸੀਟ ਤੇ ਬਹਿਣਾ ਚਾਹੁੰਦਾ, ਉਹ ਸਾਹਮਣੇ ਬੈਠਾ, ਉਹਨੂੰ ਜੇ ਮੁੱਕੀਆਂ ਦਿਖਾਵੇ, ਮੁੱਛਾਂ ਨੂੰ ਵੱਢ ਦਵੇ, ਤਾਂ ਕੰਸੈਂਟਰੇਸ਼ਨ ਡਰਾਈਵਰ ਦੀ ਘਟੇਗੀ। ਉਹਨੂੰ ਦੋਨੇ ਹੱਥ ਸਟੀਅਰਿੰਗ ਨੂੰ ਪਾ ਕੇ ਧਿਆਨ ਆਪਣਾ ਸਾਹਮਣੇ ਰੱਖਣਾ ਚਾਹੀਦਾ। ਇਹ ਨਹੀਂ ਕਿ ਆਪਣੇ ਸ਼ਰੀਕ ਨੂੰ ਜਿਹੜਾ ਉਹਦੀ ਸੀਟ ਤੇ ਬਹਿਣਾ ਚਾਹੁੰਦਾ ਉਹਨੂੰ ਅੱਖਾਂ ਦਿਖਾਵੇ, ਉਹਨੂੰ ਮੁਸ਼ਕੜੀਆਂ ਹੱਸੇ, ਉਹਨੂੰ ਮੁੱਠੀਆਂ ਵੱਟ-ਵੱਟ ਕੇ ਦਿਖਾਵੇ, ਸਿਆਣਪ ਨਹੀਂ। ਤੇ ਉਹ ਫਿਰ ਕਈ ਵਾਰੀ ਹੇਠਾਂ ਬੈਠਾ ਡਰਾਈਵਰ ਨਾ, ਜੇ ਹੋਰ ਨਹੀਂ ਬਾਅਦ ਚੱਲਦੀ, ਸੜਕ ਤੇ ਰੋੜਾ ਸਿੱਟ ਦਿੰਦਾ, ਜਿਹਦੇ ਨਾਲ ਸਿੰਗਲ ਹੱਥ ਪਾਇਆ ਹੋਇਆ ਸਟੀਅਰਿੰਗ ਨੂੰ ਨਾ ਗੱਡੀ ਥੜਕ ਜਾਂਦੀ ਹੈ। ਕਈ ਵਾਰੀ ਰੋੜਾ ਵੀ ਐਕਸੀਡੈਂਟ ਕਰਾ ਦਿੰਦਾ, ਬੰਦਾ ਸ਼ੀਸ਼ੇ ਤੇ ਮਾਰੇ ਤਾਂ ਜਾ ਜਾਂਦੀ ਹੋ ਜਾਂਦੀ ਹੈ। ਇਸ ਕਰਕੇ ਸਾਹਮਣੇ ਬੈਠੇ ਵਿਹਲੇ ਡਰਾਈਵਰ ਨੂੰ ਵੀ ਨਾ ਤੰਗ ਨਹੀਂ ਕਰਨਾ ਚਾਹੀਦਾ। ਠੀਕ ਹੈ, ਸੀਨ ਮੈਂ ਕ੍ਰੀਏਟ ਕਰ ਦਿੱਤਾ। ਸੋ ਇਸ ਕਰਕੇ ਯਾਰ ਅਣਮੁੱਲੇ, ਸਵਾਗਤ ਹੈ ਤੁਹਾਡਾ। ਸਾਡੇ ਵੀਰ ਕੋਈ ਧਰਨ ਤੁਰਨ ਨਹੀਂ ਪੈਂਦੀ, ਬਹੁਤ ਕੰਟਰੋਲ ਆ ਸਾਡਾ। ਮੇਰੇ ਤੇ ਥੋੜੀ ਜਿਹੀ ਪੈਣ ਲੱਗੀ ਸੀ। ਇੱਕ ਟਰੱਕ ਡਰਾਈਵਰ ਵੀਰ ਨੇ ਨਾ ਢਾਬੇ ਤੇ ਨੁਕਤਾ ਸਿਖਾ ਦਿੱਤਾ ਸੀ ਕਿ ਮੂਧੇ ਪਾ ਕੇ ਨਾ ਤੁਹਾਡੇ ਬ੍ਰੈਸਟ ਤੋਂ ਲੈ ਕੇ ਧੁੰਨੀ ਤੱਕ ਨਾਪ ਕਰ ਲਓ, ਦੋਨੇ ਬ੍ਰੈਸਟ ਟ੍ਰਾਇੰਗਲ, ਕਿ ਜੇ ਤੁਹਾਡਾ ਜਿਹੜਾ ਬ੍ਰੈਸਟ ਉੱਪਰ ਨੀਚੇ ਹੈ ਨਾ ਇੱਕ ਵਾਲਾ, ਤਾਂ ਪਤਾ ਲੱਗਦਾ ਕਿ ਧਰਨ ਪਈ ਹੈ। ਸੋ ਧਰਨ ਕੱਢ ਦੇਣੇ ਆ, ਤੁਸੀਂ ਕਢਾਉਣੇ ਹੋ, ਤੁਹਾਨੂੰ ਵੀ ਨੁਕਤਾ ਦੇ ਦਿਆਂਗੇ। ਸੋ ਇਸ ਕਰਕੇ ਅਸੀਂ ਤਾਂ ਰੋਜ਼ ਧਰਨਾ ਹੀ ਕੱਢੀ ਦੀਆਂ, ਲੋਕਾਂ ਦੀਆਂ ਪਰਵਾਹ ਕਿਸੇ ਦੀ ਨਹੀਂ ਕਰੀ, ਨਾ ਕਰਨੀ ਹੈ। ਨਿਰਪੱਖ ਪੱਤਰਕਾਰੀ, ਨਿਧੜਕ ਪੱਤਰਕਾਰੀ ਕੀਤੀ ਹੈ, ਕਰਾਂਗੇ, ਕਰਦੇ ਹਾਂ, ਕਰਦੇ ਰਵਾਂਗੇ। ਸੋ ਇਸ ਕਰਕੇ ਵੀਰ ਸਾਡੀ ਧਰਨ ਦਾ ਫਿਕਰ ਨਾ ਕਰਿਆ ਕਰੋ। ਸੋ ਧੰਨਵਾਦ ਤੁਹਾਡਾ, ਖੁਸ਼ ਰਹੋ।
ਤੇ ਵਾਸ਼ਿੰਗਟਨ ਫੀਡ ਸਰਵਿਸ ਹੈ ਸਿਆਟਲ ਇਲਾਕੇ ਦੇ ਲੋਕਲ ਲੋਡ ਤੁਹਾਨੂੰ ਚਾਹੀਦੇ ਨੇ ਤਾਂ ਵਾਧੂ ਇਹਨਾਂ ਕੋਲ ਮਿਲਣਗੇ। ਲੰਮੇ ਰੂਟਾਂ ਤੋਂ ਉਕਤਾਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ। ਤੇ ਇਸ ਦੌਰਾਨ ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਸੀਂ ਸੰਪਰਕ ਕਰਨਾ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060 ਨੰਬਰ ਹੈ ਗੈਰੀ ਧਾਲੀਵਾਲ ਦਾ। ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ। ਬੇਕਰਸਫੀਲਡ ਇਲਾਕੇ ਜਾ ਰਹੇ ਹੋ, ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਸੁੱਖੀ ਘੁੰਮਣ ਹੋਰਾਂ ਦੇ ਕਾਰੋਬਾਰ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ, ਜਿੱਥੇ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ ਤੇ ਉੱਥੇ ਹੋਰ ਭਾਰਤੀ ਵਿਦੇਸ਼ੀ ਖਾਣੇ ਵੀ ਛਕ ਸਕਦੇ ਹੋ। ਟਰੱਕ ਤੋਂ ਆ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਉਸੇ ਜਗ੍ਹਾ ਤੇ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਐਡਰੈਸ ਹੈ ਯੂਨੀਅਨ ਵਿਲੇਜ ਟਰੱਕ ਸਟਾਪ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਦਾ ਨੰਬਰ ਹੈ 661 304 7500। ਇਸੇ ਤਰ੍ਹਾਂ ਸਾਡੇ ਬੀਬਾ ਰਾਣੀ ਹੈ ਮਨਦੀਪ ਕੌਰ ਟੋਰਾਂਟੋ ਤੋਂ। ਇਹਨਾਂ ਦਾ ਬਿਜ਼ਨਸ ਹੈ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਕੈਨੇਡਾ ਨਵੇਂ ਆਇਓ, ontario ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਲੈਣੀ ਹੈ। ਡਰਾਈਵਿੰਗ ਦੇ ਵਿੱਚੋਂ ਰਿਨਿਊਵਲ ਹੋਣ ਵਾਲੀ ਹੈ ਤਾਂ ਕਾਲ ਕਰੋ। ਟੋਰਾਂਟੋ 'ਚ ਭੈਣ ਮਨਦੀਪ ਕੌਰ ਹੋਰਾਂ ਦਾ ਨੰਬਰ 647 615 5000 647 615 5000। ਹੋਮ ਅਤੇ ਆਟੋ ਇੰਸ਼ੋਰੈਂਸ ਲਈ ਮਨਦੀਪ ਕੌਰ ਦਾ ਨੰਬਰ ਹਮੇਸ਼ਾ ਮਾਈਂਡ 'ਚ ਰੱਖੋ, ਚੇਤਿਆਂ 'ਚ ਰੱਖੋ। ਲਓ ਦੋਸਤੋ, ਇਸ ਦੇ ਨਾਲ ਹੀ ਆਪ ਸਭ ਸੱਜਣਾ ਤੋਂ ਵਿਦਾਇਗੀ ਤੇ ਸ਼ਾਮ ਨੂੰ ਫਿਰ ਜਗਜੀਤ ਮਨਹਾਸ ਹੋਰਾਂ ਦੀ ਮਿਸ ਕਾਲ ਹੈ, ਮਾਫੀ ਚਾਹਾਂਗੇ। ਤੇ ਹੋਰ ਵੀ ਕੁਝ ਕਾਲ ਮਿਸ ਹੋਈਆਂ, ਉਹਨਾਂ ਤੋਂ ਮਾਫੀ। ਤੇ ਤੁਸੀਂ ਕਮੈਂਟ ਲਿਖਿਆ ਕਰੋ ਆਪਣੇ ਵਿਚਾਰ, ਤੁਹਾਡੇ ਮੈਂ ਕੋਸ਼ਿਸ਼ ਕਰਕੇ ਸਾਰਿਆਂ ਦੇ ਸਾਂਝੇ ਕਰਦਾ। ਪ੍ਰੋਗਰਾਮਾਂ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ। ਸੋ ਇਸ ਦੇ ਨਾਲ ਹੀ ਤੁਹਾਡੇ ਇਲਾਕੇ ਦਾ ਕੋਈ ਸਪਾਂਸਰ ਹੋਵੇ, ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕਰਦੇ ਹੋ, ਸਬਸਕ੍ਰਿਪਸ਼ਨ $20 ਮੰਥਲੀ ਆਪਣੀ ਇੱਛਾ ਮੁਤਾਬਕ ਵੱਧ ਘੱਟ ਵੀ ਕਰ ਸਕਦੇ ਹੋ। ਸੋ ਸਾਡੀ ਵੈਬਸਾਈਟ ਤੇ ਜਾ ਕੇ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਾੜਾ ਮੋਟਾ ਕੋਈ ਬਿਹਤਰ ਕੰਮ ਕਰਦੇ ਹਾਂ ਤਾਂ ਜ਼ਰੂਰ ਸਪੋਰਟ ਕਰੋ, ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਨਾਲ ਚੱਲਣ ਵਾਲੇ ਅਦਾਰੇ ਨਹੀਂ ਹੈ। ਅਸੀਂ ਲੋਕਾਂ ਦੀ ਸਪੋਰਟ ਨਾਲ ਚੱਲਣ ਵਾਲੇ ਅਦਾਰੇ ਹਾਂ, ਤਾਂ ਜੋ ਸਾਡੇ ਤੇ ਕਦੇ ਕਿਸੇ ਦਾ ਪ੍ਰੈਸ਼ਰ ਨਾ ਬਣਿਆ, ਨਾ ਬਣਨ ਦਿੱਤਾ। ਸੋ ਇਸ ਕਰਕੇ ਵੱਧ ਤੋਂ ਵੱਧ ਲੋਕਾਂ ਕੋਲ ਸ਼ੇਅਰ ਕਰੋ, ਇਹ ਤੁਸੀਂ ਕੰਮ ਕਰ ਸਕਦੇ ਹੋ। ਸੋ ਇਸ ਬੇਨਤੀ ਦੇ ਨਾਲ ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ ਹੁਣ ਇੱਥੇ ਹੀ ਆਗਿਆ ਚਾਹਾਂਗਾ। ਮੇਰਾ ਸੰਪਰਕ ਨੰਬਰ ਹੈ 98 763 09655। ਸੋ ਸ਼ਾਮੀ ਫੇਰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ੱਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।